ਜਸ ਪੰਜਾਬੀ ਦੇਖਦੇ ਹੋਏ ਸਾਰੇ ਦਰਸ਼ਕਾਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਤੁਹਾਡਾ ਸਵਾਗਤ ਪ੍ਰੋਗਰਾਮ ਅੱਜ ਦਾ ਮੁੱਦਾ ਦੇ ਵਿੱਚ। ਮੈਂ ਤੁਹਾਡੀ ਹੋਸਟ ਆਸ਼ਮਿਤਾ ਸਾਰਿਆਂ ਨੂੰ ਇਸ ਬਹੁਤ ਹੀ ਖਾਸ ਪ੍ਰੋਗਰਾਮ ਦੇ ਵਿੱਚ ਸਵਾਗਤ ਕਰਦੇ ਹਾਂ। ਅੱਜ ਅਸੀਂ ਤੁਹਾਡੇ ਲਈ ਇੱਕ ਸਪੈਸ਼ਲ ਗੈਸਟ ਲੈ ਕੇ ਹਾਜ਼ਰ ਹੋਏ ਹਾਂ। ਜਦੋਂ ਅਸੀਂ ਸਿੱਖੀ ਦੀ ਗੱਲ ਕਰਦੇ ਹਾਂ ਤੇ ਸਿੱਖੀ ਦੇ ਨਾਲ ਸਿੱਖਿਆ ਦੀ ਗੱਲ ਜ਼ਰੂਰ ਕਰਨੀ ਚਾਹੀਦੀ ਹੈ। ਸੋ ਅੱਜ ਮੈਨੂੰ ਬਹੁਤ ਖੁਸ਼ੀ ਹੋ ਰਹੀ ਹੈ ਕਿ ਸਾਡੇ ਨਾਲ ਜੁੜੇ ਹਨ ਨਿਊਯਾਰਕ ਦੇ ਗੁਰਦੁਆਰਾ ਸਾਹਿਬ 118 ਸਿੱਖ ਕਲਚਰਲ ਸੁਸਾਇਟੀ ਤੋਂ ਹੈੱਡ ਗ੍ਰੰਥੀ ਸਾਹਿਬਾਨ ਧਰਮਵੀਰ ਸਿੰਘ ਜੀ। ਸਭ ਤੋਂ ਪਹਿਲੇ ਗਿਆਨੀ ਜੀ ਤੁਹਾਨੂੰ ਸਟੂਡੀਓ 'ਚ ਸਵਾਗਤ ਕਰਦੇ ਹਾਂ। ਸਤਿ ਸ਼੍ਰੀ ਅਕਾਲ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗਿਆਨੀ ਜੀ, ਜਦੋਂ ਅਸੀਂ ਆਪ ਦੀ ਜ਼ਿੰਦਗੀ ਨੂੰ ਸੋਚਦੇ ਹਾਂ ਕਿਸ ਰੁੱਖ ਵਿੱਚ ਲੈ ਕੇ ਜਾਣੀ ਚਾਹੀਦੀ ਹੈ, ਕਿ ਕਿਸ ਤਰ੍ਹਾਂ ਡਿਸੀਜ਼ਨਸ ਲੈਣੇ ਚਾਹੀਦੇ ਹੈ, ਅਸੀਂ ਸਿੱਖੀ ਅਤੇ ਗੁਰਬਾਣੀ ਅਤੇ ਗੁਰੂ ਗ੍ਰੰਥ ਸਾਹਿਬ ਜੀ ਨੂੰ ਵੇਖਦੇ ਹਾਂ, ਪੜ੍ਹਦੇ ਹਾਂ, ਸਮਝਣ ਦੀ ਕੋਸ਼ਿਸ਼ ਕਰਦੇ ਹਾਂ। ਤੁਸੀਂ ਮੈਨੂੰ ਥੋੜ੍ਹੇ ਚਿਰ ਪਹਿਲੇ ਹੀ ਦੱਸ ਰਹੇ ਸੀ ਕਿ ਕਿਸ ਤਰ੍ਹਾਂ ਇਸ ਸੋਚ ਲਈ ਸਾਨੂੰ ਸਿੱਖਿਆ ਅਤੇ ਸਾਖੀਆਂ ਦਾ ਦੋਨਾਂ ਦਾ ਪ੍ਰਚਾਰ ਅਤੇ ਸਮਝ ਰੱਖਣੀ ਚਾਹੀਦੀ ਹੈ। ਇਹਦੇ ਲਈ ਤੁਹਾਡੇ ਵਰਗੇ ਵਿਦਿਆਨ ਜਦੋਂ ਸਾਡੇ ਨਾਲ ਜੁੜ ਕੇ ਸਾਨੂੰ ਇਹੋ ਜਿਹੀ ਸਿੱਖਿਆ ਦੇ ਸਕਦੇ ਆ, ਸਾਡੇ ਮੈਂ ਕਹਾਂਗੀ ਵੱਡੇ ਭਾਗ ਅਤੇ ਗੁੱਡ ਫੋਰਚੂਨ ਹੁੰਦਾ ਹੈ। ਸੋ ਇਸ ਕਰਕੇ ਥੈਂਕ ਯੂ ਵੰਸ ਅਗੇਨ, ਤੁਸੀਂ ਟਾਈਮ ਕੱਢ ਕੇ ਅੱਜ ਸਾਡੇ ਨਾਲ ਜੁੜੇ। ਆਉਣ ਵਾਲੇ ਸਮੇਂ ਦੇ ਵਿੱਚ ਅਸੀਂ ਕੁਝ ਦਿਨਾਂ ਦੇ ਵਿੱਚ ਹੀ 28 ਤਰੀਕ ਨੂੰ ਗੁਰੂ ਗ੍ਰੰਥ ਸਾਹਿਬ ਜੀ ਦੇ ਪ੍ਰਕਾਸ਼ ਪੁਰਬ ਨੂੰ ਮਨਾਉਣ ਜਾ ਰਹੇ ਹਾਂ। ਸੋ ਅੱਜ ਮੈਂ ਇਹ ਸਪੈਸ਼ਲ ਪ੍ਰੋਗਰਾਮ ਤੁਹਾਡੇ ਨਾਲ ਥੋੜ੍ਹੀ ਜਿਹੀ ਇਸ ਮੁੱਦੇ ਉੱਤੇ ਪ੍ਰਚਾਰ ਕਰਨਾ ਚਾਹੁੰਦੀ ਸੀ, ਤੁਹਾਡੇ ਵਿਚਾਰ ਸੁਣਨਾ ਚਾਹੁੰਦੀ ਸੀ। ਸੋ ਇੱਕ ਵਾਰੀ ਫਿਰ ਗਿਆਨ ਜੀ ਤੁਹਾਨੂੰ ਪ੍ਰੋਗਰਾਮ ਵਿੱਚ ਸਵਾਗਤ ਕਰਦੇ ਹਾਂ। ਵਾਹਿ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਗਿਆਨੀ ਜੀ, ਜਦੋਂ ਅਸੀਂ ਗੁਰੂ ਗ੍ਰੰਥ ਸਾਹਿਬ ਜੀ ਦੀ ਇੱਕ ਜਰਨੀ ਬਾਰੇ ਸੋਚਦੇ ਹਾਂ, ਤੁਸੀਂ ਸਾਨੂੰ ਕਿਹਾ ਸੀ ਕਿ ਉਸ ਟਾਈਮ ਗ੍ਰੰਥ ਤਾਂ ਬਹੁਤ ਸੀ, ਹਾਂਜੀ, ਬਟ ਇਹੋ ਜਿਹਾ ਕੋਈ ਗ੍ਰੰਥ ਨਹੀਂ ਸੀਗਾ। ਇਹਦੇ ਨਾਲ ਸ਼ੁਰੂਆਤ ਕਰਦੇ ਹਾਂ। ਠੀਕ ਹੈ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਾਰੀਆਂ ਸੰਗਤਾਂ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਉਤਸਵ 28 ਅਗਸਤ ਨੂੰ ਆ ਰਿਹਾ। ਇਹਨੂੰ ਅਸੀਂ ਪਹਿਲਾ ਪ੍ਰਕਾਸ਼ ਉਤਸਵ ਕਹਿੰਦੇ ਹਾਂ, ਪਹਿਲਾ ਪ੍ਰਕਾਸ਼ ਗੁਰਪੁਰਬ। ਜਿਹੜਾ ਪਹਿਲਾ ਸ਼ਬਦ ਵਰਤਨੇ ਆ, ਕਿਉਂਕਿ ਗੁਰੂ ਗ੍ਰੰਥ ਸਾਹਿਬ ਜੀ ਦਾ ਜਿਹੜਾ ਪ੍ਰਕਾਸ਼ ਹੈ ਇਹ ਤਾਂ ਸਾਰੇ ਗੁਰਦੁਆਰਿਆਂ ਦੇ ਵਿੱਚ ਰੋਜ਼ਾਨਾ ਹੁੰਦਾ ਹੈ, ਔਰ ਹਰਿਮੰਦਰ ਸਾਹਿਬ ਦਰਬਾਰ ਸਾਹਿਬ ਵੀ ਰੋਜ਼ਾਨਾ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਹੁੰਦਾ, ਰਾਤ ਨੂੰ ਸੋਖਾਸਣ ਹੁੰਦਾ। ਇਹਨੂੰ ਇਸ ਕਰਕੇ ਪਹਿਲਾ ਪ੍ਰਕਾਸ਼ ਗੁਰਪੁਰਬ ਇਸ ਲਈ ਕਿਹਾ ਜਾਂਦਾ ਕਿ ਜਿਸ ਦਿਨ ਪਹਿਲੀ ਵਾਰੀ ਹਰਿਮੰਦਰ ਸਾਹਿਬ ਦੇ ਅੰਦਰ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਸਨ 1604 ਦੇ ਵਿੱਚ ਕੀਤਾ ਗਿਆ ਜੀ। ਤਾਂ ਜਿਵੇਂ ਆਪ ਜੀ ਨੇ ਸਵਾਲ ਕੀਤਾ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਾਵਨ ਸਰੂਪ ਜਦੋਂ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਨੇ ਲਿਖਵਾਇਆ ਭਾਈ ਗੁਰਦਾਸ ਜੀ ਪਾਸੋਂ, ਤਾਂ ਧਰਮ ਪੁਸਤਕ ਗ੍ਰੰਥ ਦੁਨੀਆ ਵਿੱਚ ਹੋਰ ਵੀ ਹੈਗੇ ਸੀ। ਜਿੰਨੇ ਵੀ ਮਤ ਮਜ਼ਹਬ ਧਰਮ ਨੇ ਦੁਨੀਆ ਦੇ ਵਿੱਚ, ਸਾਰਿਆਂ ਦੇ ਆਪਣੇ ਆਪਣੇ ਧਰਮ ਗ੍ਰੰਥ ਆ। ਸਾਰੇ ਹੀ ਉਹਨਾਂ ਦੇ ਆਪਣੇ ਆਪਣੇ ਮਜ਼ਹਬ ਦੇ ਪੈਰੋਕਾਰਾਂ ਵਾਸਤੇ ਉਹ ਪੂਜਨੀਕ ਨੇ, ਸਤਿਕਾਰਯੋਗ ਨੇ, ਜੋ ਵੀ ਜਿਸ ਨੂੰ ਮੰਨਦਾ ਹੈ। ਪਰ ਇੱਕੋ ਇੱਕ ਦੁਨੀਆ ਦਾ ਐਸਾ ਗ੍ਰੰਥ ਆ ਜਿਹੜੇ ਅੱਜ ਸਾਡੇ ਸਤਿਗੁਰੂ ਆ, ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ, ਜਿਨ੍ਹਾਂ ਨੂੰ ਖੁਦ ਗੁਰੂ ਸਾਹਿਬ ਜੀ ਨੇ ਆਪ ਆਪਣੇ ਮੁਖ ਤੋਂ ਬੋਲ ਕੇ, ਮੂੰਹ ਤੋਂ ਬੋਲ ਕੇ ਭਾਈ ਗੁਰਦਾਸ ਜੀ ਤੋਂ ਲਿਖਵਾਇਆ। ਕੋਈ ਵੀ ਦੁਨੀਆ ਦਾ ਹੋਰ ਧਰਮ ਗ੍ਰੰਥ ਜਿਹੜਾ ਆ ਵੱਖ-ਵੱਖ ਮਤਾਂ ਮਜ਼ਹਬਾਂ ਦੇ, ਉਹਨਾਂ ਨੂੰ ਉਹਨਾਂ ਦੇ ਜਿਹੜੇ ਆਏ ਪੈਗੰਬਰ ਆ, ਅਵਤਾਰੀ ਪੁਰਸ਼ ਨੇ, ਜਿੰਨੇ ਵੀ ਉਹਨਾਂ ਦੇ ਧਰਮ ਦੇ ਆਗੂ ਹੋਏ, ਪੈਗੰਬਰ ਹੋਏ, ਕਿਸੇ ਨੇ ਆਪਣੇ ਹੱਥੀਂ ਨਹੀਂ ਲਿਖਿਆ। ਭਾਵੇਂ ਉਹ ਕੁਰਾਨ ਹੋਵੇ, ਇਸਲਾਮ ਦੇ ਜਿਹੜੇ ਸਾਡੇ ਵੀਰ ਭੈਣਾਂ ਉਹਨਾਂ ਲਈ ਉਹ ਸਤਿਕਾਰਯੋਗ ਹੈ, ਬਟ ਉਹਨੂੰ ਹਜ਼ਰਤ ਮੁਹੰਮਦ ਸਾਹਿਬ ਨੇ ਆਪਣੇ ਹੱਥਾਂ ਨਾਲ ਨਹੀਂ ਲਿਖਿਆ, ਜਾਂ ਉਹਨਾਂ ਨੇ ਸਾਹਮਣੇ ਬੈਠ ਕੇ ਆਪਣੇ ਮੂੰਹ ਤੋਂ ਬੋਲ ਕੇ ਨਹੀਂ ਲਿਖਵਾਇਆ। ਭਾਵੇਂ ਉਹ ਬਾਈਬਲ ਹੋਵੇ, ਕ੍ਰਿਸਚਨ ਲੋਕਾਂ ਵਾਸਤੇ, ਈਸਾਈ ਲੋਕਾਂ ਲਈ ਉਹ ਸਤਿਕਾਰਯੋਗ ਹੈ, ਪੂਜਨੀਕ ਹੈ, ਉਹਨਾਂ ਦਾ ਗ੍ਰੰਥ ਆ, ਧਰਮ ਪੁਸਤਕ ਆ ਉਹਨਾਂ ਦਾ। ਪਰ ਉਹ ਹਜ਼ਰਤ ਈਸਾ ਮਸੀਹ ਜੀ, ਜਿਨ੍ਹਾਂ ਨੂੰ ਜੀਸਸ ਵੀ ਕਿਹਾ ਜਾਂਦਾ, ਉਹਨਾਂ ਨੇ ਆਪ ਖੁਦ ਨਹੀਂ ਲਿਖਵਾਇਆ, ਨਾ ਉਹਨਾਂ ਦੇ ਹੁੰਦਿਆਂ ਲਿਖਿਆ ਗਿਆ। ਭਾਵੇਂ ਗੀਤਾ ਹੋਵੇ, ਹਿੰਦੂ ਮਤ ਦੇ ਗ੍ਰੰਥ ਨੇ, ਗੀਤਾ ਆ, ਰਾਮਾਇਣ ਆ, ਮਹਾਭਾਰਤ ਆ, ਇਹ ਨਹੀਂ ਕਿ ਉਹਨਾਂ ਦੇ
ਜਿਨ੍ਹਾਂ ਵੱਲੋਂ ਉਹ ਉਚਾਰਨ ਕੀਤੇ ਗਏ ਉਹਨਾਂ ਨੇ ਆਪ ਲਿਖਵਾਇਆ ਹੋਵੇ, ਕ੍ਰਿਸ਼ਨ ਜੀ ਨੇ ਲਿਖਿਆ ਹੋਵੇ, ਰਾਮਚੰਦਰ ਜੀ ਨੇ ਲਿਖਿਆ ਹੋਵੇ, ਜਿੰਨੇ ਵੀ ਦੁਨੀਆ ਦੇ ਧਰਮ ਗ੍ਰੰਥ ਆ, ਪਰ ਇੱਕੋ ਇੱਕ ਦੁਨੀਆ ਵਿੱਚ ਧਰਮ ਗ੍ਰੰਥ ਆ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ, ਜਿਨ੍ਹਾਂ ਨੂੰ ਪੰਜਵੇਂ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਨੇ ਅੰਮ੍ਰਿਤਸਰ ਸਾਹਿਬ ਦੀ ਧਰਤੀ ਤੇ, ਜਿੱਥੇ ਅੱਜ ਕੱਲ੍ਹ ਰਾਮਸਰ ਸਾਹਿਬ ਗੁਰਦੁਆਰਾ, ਉੱਥੇ ਸਰੋਵਰ ਦੇ ਕਿਨਾਰੇ ਬੈਠ ਕੇ ਆਪ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਨੇ ਭਾਈ ਗੁਰਦਾਸ ਜੀ ਤੋਂ ਲਿਖਵਾਇਆ ਹੈ ਜੀ। ਇਸ ਕਰਕੇ ਦੁਨੀਆ ਦੇ ਵਿੱਚੋਂ, ਸਾਰੇ ਸੰਸਾਰ ਦੇ ਮਤਾਂ ਮਜ਼ਹਬਾਂ ਤੇ ਧਰਮਾਂ ਦੇ ਵਿੱਚੋਂ ਅਸੀਂ ਇਸ ਕਰਕੇ ਇਹ ਗੱਲ ਨਹੀਂ ਕਹਿ ਰਹੇ ਵੀ ਅਸੀਂ ਸਿੱਖ ਹਾਂ ਤੇ ਗੁਰੂ ਗ੍ਰੰਥ ਸਾਹਿਬ ਤਾਂ ਮਹਾਨ ਹੈ ਜੀ। ਇਸ ਕਰਕੇ ਮਹਾਨ ਹੈ ਕਿਉਂਕਿ ਇਹ ਸੱਚ ਹੈ ਜੋ ਕਹਿ ਰਹੇ ਹਾਂ ਜੀ। ਕਦੇ ਇਹ ਗੱਲ ਮੈਕਾਲਫ ਨੇ ਕਹੀ ਸੀ। ਹਾਂਜੀ। ਵੇਖੋ, ਮੇਰੀ ਮਾਂ ਮੈਨੂੰ ਇਹ ਗੱਲ ਕਹੇ ਵੀ ਤੇਰੇ ਨਾਨਕੇ ਬੜੇ ਚੰਗੇ ਆ, ਹਾਂਜੀ, ਤਾਂ ਠੀਕ ਹੈ, ਉਹਦੀ ਸੋਚ ਆ, ਉਹਨਾਂ ਦੇ ਪੇਕੇ ਆ, ਤੇ ਮੇਰੀ ਮਾਂ ਨੇ ਤਾਂ ਹਰ ਕਿਸੇ ਦੀ ਮਾਂ ਨੇ ਕਹਿਣਾ ਹੀ ਹੈ ਵੀ ਤੁਹਾਡੇ ਨਾਨਕੇ ਜਿਹੜੇ ਆ ਬੜੇ ਚੰਗੇ ਆ ਜੀ। ਬਟ ਜਦੋਂ ਮੈਂ ਆਪਣੇ ਨਾਨਕੇ ਜਾਵਾਂ ਤੇ ਜਿਹੜੇ ਸਾਡੇ ਨਾਨਕਿਆਂ ਦੇ ਆਂਢੀ ਗੁਆਂਢੀ ਨੇ, ਉਸ ਪਿੰਡ ਦੇ ਜਿਹੜੇ ਲੋਕ, ਉਹ ਜਦੋਂ ਮੈਨੂੰ ਕਹਿਣ, ਆਲੇ ਦੁਆਲੇ ਦੇ ਲੋਕ ਕਹਿਣ ਕਿ ਵਾਕਿਆ ਹੀ ਤੁਹਾਡੇ ਮਾਮੇ ਆ ਜਿਹੜੇ, ਨਾਨਾ ਆ, ਨਾਨੀ ਵੀ ਬਹੁਤ ਚੰਗੇ ਆ, ਹਾਂਜੀ, ਪ੍ਰਿਯ ਧਰਮੀ ਨੇ, ਪਰਉਪਕਾਰੀ ਨੇ ਜੀ। ਸੋ ਮੇਰੇ ਕਹਿਣ ਦਾ ਭਾਵ, ਅਸੀਂ ਸਿੱਖ ਹਾਂ, ਇਹ ਇਕੱਲਾ ਇਹੀ ਨਹੀਂ ਕਿ ਅਸੀਂ ਸਿੱਖ ਹੋਣ ਦੇ ਨਾਤੇ ਇਹ ਗੱਲ ਕਹਿ ਰਹੇ ਜੀ ਵੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਬੜੇ ਮਹਾਨ ਹੈ, ਮਹਾਨ ਸਤਿਗੁਰੂ ਸਾਰੀ ਦੁਨੀਆ 'ਚ, ਨਹੀਂ, ਕਿਉਂਕਿ ਇਹ ਸੱਚ ਆ। ਮੈਕਾਲਫ ਨੇ ਵੀ ਇਹ ਗੱਲ ਕਦੇ ਕਹੀ ਸੀ ਜਦੋਂ ਉਹਨੇ 10 ਪਾਤਸ਼ਾਹੀਆਂ ਦਾ ਇਤਿਹਾਸ ਲਿਖਿਆ, ਹਾਂਜੀ, ਤਾਂ ਉਹਨੇ ਵੀ ਇੱਕ ਗੱਲ ਕਹੀ ਸੀ ਕਿ ਮੈਂ ਭਾਰਤ ਦੇਸ਼ ਤੋਂ ਇੱਕ ਐਸਾ ਧਰਮ ਲੈ ਕੇ ਆਇਆ ਔਰ ਧਰਮ ਦੀ ਸੋਚ ਲੈ ਕੇ ਆਇਆ ਜਿਸ ਦਾ ਇਤਿਹਾਸ ਮੈਂ ਲਿਖ ਰਿਹਾ ਹਾਂ। ਕਹਿੰਦਾ ਬਾਕੀ ਦੁਨੀਆ ਦੇ ਧਰਮ ਸੱਚ ਦੀ ਗੱਲ ਕਰਦੇ ਨੇ, ਬਟ ਸਿੱਖ ਧਰਮ ਐਸਾ ਆ ਜਿਸ ਵਿੱਚ ਸੱਚ ਤੋਂ ਸਿਵਾਏ ਹੈ ਹੀ ਕੁਛ ਨਹੀਂ, ਨਿਰੋਲ ਸੱਚ ਜਿਸ ਦੇ ਪਾਸ ਹੈ, ਉਹ ਕਹਿੰਦਾ ਦੁਨੀਆ ਦਾ ਉਹ ਧਰਮ ਹੈ ਜਿਹੜਾ ਸਿੱਖ ਧਰਮ ਹੈ। ਸੋ ਇਸ ਤਰ੍ਹਾਂ ਦੀ ਹੋਰ ਮੈਕਾਲਫ ਦੀ ਗੱਲ ਕਰੋਗੇ, ਕਨੇਮਕਮ ਦੀ ਗੱਲ ਕਰੋਗੇ, ਗ੍ਰੀਨ ਲੀਜ਼ ਦੀ ਗੱਲ ਕਰੋਗੇ ਜੀ, ਇਹ ਤਾਂ ਗੂਗਲ ਦੇ ਉੱਤੇ ਜਾ ਕੇ ਤੁਸੀਂ, ਇਹ ਤੇ ਕੋਈ ਲੁਕੀ ਛਿਪੀ ਗੱਲ ਥੋੜੀ ਹੈ, ਜਾਂ ਮੈਂ ਆਪਣੇ ਕੋਲੋਂ ਕਹਿ ਰਿਹਾ, ਜਾਂ ਪ੍ਰਚਾਰਕ ਹੋਣ ਦੇ, ਸਿੱਖ ਪ੍ਰੀਸਟ ਹੋਣ ਦੇ ਨਾਤੇ ਮੈਂ ਗੱਲ ਕਰ ਰਿਹਾ। ਨਹੀਂ, ਇਹਨਾਂ ਲੋਕਾਂ ਨੂੰ ਜਦੋਂ ਅਸੀਂ ਪੜ੍ਹਦੇ ਹਾਂ ਤਾਂ ਉਹ ਗੁਰੂ ਗ੍ਰੰਥ ਸਾਹਿਬ ਦੀ ਵਡਿਆਈ ਜਿਹੜੀ ਹੈ ਜੀ, ਉਹ ਕਰ ਰਹੇ ਆ, ਗੁਰੂ ਗ੍ਰੰਥ ਸਾਹਿਬ ਦਾ ਸਤਿਕਾਰ ਕਰ ਰਹੇ ਆ, ਕਿਉਂਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਨਿਰੋਲ ਸੱਚ ਤੇ ਇੱਕ ਦੀ ਗੱਲ, ਇੱਕ ਅਕਾਲ ਪੁਰਖ ਪਰਮਾਤਮਾ ਦੀ ਪੂਜਾ ਦੀ ਗੱਲ ਜਿਹੜੀ ਹੈ ਜੀ, ਉਹ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਪਾਵਨ ਬਾਣੀ 'ਚ ਜੀ, ਗੁਰੂ ਸਾਹਿਬਾਨਾਂ ਨੇ ਅੰਕਿਤ ਕੀਤੀ। ਗਿਆਨੀ ਜੀ, ਤੁਸੀਂ ਮੈਂ ਇੱਕ ਵਾਰੀ ਫਿਰ ਇਸ ਚੀਜ਼ ਨੂੰ ਤੁਹਾਡੇ ਨਾਲ, ਇਹਦੇ ਉੱਤੇ ਤੁਹਾਡੇ ਵਿਚਾਰ ਸੁਣਨਾ ਚਾਹੁੰਦੀ ਹਾਂ। ਤੁਸੀਂ ਸਿੱਖਿਆ ਅਤੇ ਸਾਖੀ ਦੀ ਗੱਲ ਸ਼ੁਰੂਆਤ 'ਚ ਸਾਡੇ ਨਾਲ ਕੀਤੀ ਸੀ ਪ੍ਰੋਗਰਾਮ ਦੀ ਰਿਕਾਰਡਿੰਗ ਤੋਂ ਪਹਿਲੇ। ਗੁਰਬਾਣੀ ਦੇ ਵਿੱਚ, ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਸਿੱਖਿਆ ਅਤੇ ਸਾਖੀਆਂ ਦਾ ਕੀ ਮੇਲ ਹੈ? ਵੇਖੋ, ਸਾਡੇ ਪਾਸ ਦੋ ਚੀਜ਼ਾਂ ਹੈ ਤੇ ਹੋਰ ਵੀ ਬਹੁਤ ਖਜ਼ਾਨਾ, ਪਰ ਮੁੱਖ ਰੂਪ ਵਿੱਚ ਸਾਡੇ ਕੋਲ ਦੋ ਚੀਜ਼ਾਂ, ਇੱਕ ਹੈ ਸਿੱਖਿਆ, ਦੂਸਰੀ ਹੈ ਸਾਖੀ। ਸਿੱਖਿਆ ਦਾ ਮਤਲਬ ਹੈ ਗੁਰੂ ਦੀ ਬਾਣੀ, ਸਾਖੀ ਦਾ ਮਤਲਬ ਹੈ ਸਾਡਾ ਇਤਿਹਾਸ, ਹਿਸਟਰੀ ਜਿਹੜੀ ਸਾਡੀ ਹੈ। ਇਤਿਹਾਸ ਸਾਡੇ ਕੋਲ ਦੋ ਹਿੱਸਿਆਂ ਦੇ ਵਿੱਚ ਅਸੀਂ ਵੰਡਦੇ ਹਾਂ, ਇੱਕ ਗੁਰ ਇਤਿਹਾਸ, ਇੱਕ ਸਿੱਖ ਇਤਿਹਾਸ। ਗੁਰ ਇਤਿਹਾਸ ਅਸੀਂ ਕਹਿੰਦੇ ਹਾਂ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਤੋਂ ਲੈ ਕੇ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ 10ਵੇਂ ਪਾਤਸ਼ਾਹ ਤੱਕ, 10 ਪਾਤਸ਼ਾਹੀਆਂ ਦਾ ਜਿਹੜਾ ਜੀਵਨ ਆ, ਜੋ ਉਹਨਾਂ ਨੇ ਸਾਡੇ ਤੇ ਪਰਉਪਕਾਰ ਕੀਤੇ ਆ, ਉਹ ਹੈ ਗੁਰ ਇਤਿਹਾਸ। ਤੇ ਬਾਬਾ ਬੰਦਾ ਸਿੰਘ ਬਹਾਦਰ ਤੋਂ ਲੈ ਕੇ ਤੇ ਅੱਜ ਤੱਕ ਜੋ ਸਿੱਖ ਜਿਹੜੇ ਆ ਉਹਨਾਂ ਨੇ ਮੱਲਾਂ ਮਾਰੀਆਂ, ਜਾਂ ਉਹਦੇ ਵਿੱਚ ਬਾਬਾ ਬੰਦਾ ਸਿੰਘ ਬਹਾਦਰ ਹੋਣ, ਉਹਨਾਂ 'ਚ ਮਿਸਲਾਂ ਦਾ ਇਤਿਹਾਸ ਆਵੇ, ਉਹਦੇ 'ਚ ਸਾਡੀਆਂ ਕੁਰਬਾਨੀਆਂ ਦੀਆਂ, ਸ਼ਹਾਦਤਾਂ ਦੀਆਂ ਗੱਲਾਂ ਆਉਣ, ਉਹਦੇ 'ਚ ਮਹਾਰਾਜਾ ਰਣਜੀਤ ਸਿੰਘ ਜੀ ਦਾ ਇਤਿਹਾਸ ਆਵੇ, ਜਾਂ ਮੌਜੂਦਾ ਸਮੇਂ ਦੇ ਵਿੱਚ ਜੋ ਵੀ ਸਿੱਖਾਂ ਨੇ ਜੀਵਨ ਦੇ ਵਿੱਚ ਤਰੱਕੀਆਂ ਕੀਤੀਆਂ, ਸਾਰੇ ਵਰਲਡ ਦੇ ਵਿੱਚ ਸਿੱਖੀ ਦਾ ਪ੍ਰਚਾਰ ਤੇ ਪ੍ਰਸਾਰ ਹੋਇਆ ਤੇ ਸ਼ਹਾਦਤਾਂ ਹੋਈਆਂ, ਉਹਨੂੰ ਅਸੀਂ ਸਿੱਖ ਇਤਿਹਾਸ ਜਿਹੜਾ ਇਹ ਆਖਦੇ ਹਾਂ। ਪਰ ਇਹਦੇ ਵਿੱਚ ਇਹ ਗੱਲ ਜ਼ਰੂਰ ਧਿਆਨ 'ਚ ਰੱਖਣ ਦੀ ਲੋੜ, ਮੈਂ ਅਕਸਰ ਸਟੇਜਾਂ ਦੇ ਉੱਤੇ ਜਦੋਂ ਕਥਾ ਕਰਦਾ ਤਾਂ ਵੀ ਮੈਂ ਬੇਨਤੀ ਕਰਦਾ ਕਿ ਸਾਖੀ ਮਤਲਬ ਇਤਿਹਾਸ ਜੀ, ਉਹ ਸਹੀ ਅਰਥਾਂ ਦੇ ਵਿੱਚ ਪ੍ਰਵਾਨਿਤ ਆ ਤੇ ਸੁਣਾ ਸਕਦੇ ਹਾਂ ਆਪਾਂ, ਜਿਸ ਦੀ ਪ੍ਰੋੜਤਾ ਸਿੱਖਿਆ ਦੇ ਵਿੱਚੋਂ ਹੁੰਦੀ,
ਜੀ ਸੋ ਮੇਰੀ ਆਪਣੀ ਵੀ ਇੱਕ ਆਦਤ ਆ ਇਹ ਪ੍ਰਚਾਰ ਕਰਨ ਵੇਲੇ ਕਿ ਜਦੋਂ ਵੀ ਦਾਸ ਨੇ ਕਥਾ ਕਰਨੀ ਆ ਤਾਂ ਮੇਰਾ ਵਿਚਾਰ ਵੀ ਆ ਔਰ ਮੇਰੀ ਆਦਤ ਦੇ ਵਿੱਚ ਵੀ ਆ ਕਿ ਜਦੋਂ ਵੀ ਕੋਈ ਸਾਖੀ ਸੁਣਾਉਣੀ ਆ, ਜਦੋਂ ਵੀ ਕਿਸੇ ਇਤਿਹਾਸ ਦਾ ਜ਼ਿਕਰ ਕਰਨਾ, ਤਾਂ ਮੇਰਾ ਇਹ ਯਤਨ ਹੁੰਦਾ ਆ ਕਿ ਉਹਦੀ ਪ੍ਰੋੜਤਾ, ਉਹਦੀ ਗਵਾਹੀ, ਉਹਦੀ ਦਲੀਲ, ਉਹਦੀ ਐਗਜ਼ੈਂਪਲ ਗੁਰੂ ਗ੍ਰੰਥ ਸਾਹਿਬ ਦੀ ਪਾਵਨ ਬਾਣੀ ਚੋਂ ਜਾਂ ਕਲਗੀਧਰ ਪਾਤਸ਼ਾਹ ਦੀ ਬਾਣੀ ਚੋਂ, ਭਾਈ ਗੁਰਦਾਸ ਜੀ ਦੀਆਂ ਵਾਰਾਂ ਚੋਂ, ਭਾਈ ਨੰਦ ਲਾਲ ਦੀ ਰਚਨਾ ਚੋਂ ਉਹਦੀ ਐਗਜ਼ੈਂਪਲ ਜਿਹੜੀ ਦਲੀਲ ਆ ਉਹ ਜ਼ਰੂਰ ਦਿੱਤੀ ਜਾਵੇ। ਕਿਉਂਕਿ ਦਲੀਲ ਭਾਵੇਂ ਹੋਰ ਵੀ ਧਰਮ ਗ੍ਰੰਥਾਂ ਚੋਂ ਜਾਂ ਧਾਰਮਿਕ ਪੁਸਤਕਾਂ ਦੇ ਵਿੱਚੋਂ ਦਿੱਤੀ ਜਾ ਸਕਦੀ ਆ, ਪਰ ਜਿਹੜੀ ਮੁੱਖ ਰੂਪ ਦੇ ਵਿੱਚ ਆ ਉਹ ਸਾਡੇ ਕੋਲ ਗੁਰੂ ਸਾਹਿਬਾਨਾਂ ਦੀ ਜੀ ਬਾਣੀ ਆ। ਕਿਉਂਕਿ ਇਹ ਐਸਾ ਸਾਡੇ ਕੋਲ, ਇਹ ਭੈਣ ਜੀ ਖਜ਼ਾਨਾ ਐਸਾ ਸਾਡੇ ਕੋਲ ਇੱਕ ਵੀ ਵੇਖੋ ਕਿੱਡੀ, ਤੁਸੀਂ ਗੁਰੂ ਗ੍ਰੰਥ ਸਾਹਿਬ ਦੀ ਗੱਲ ਕੀਤੀ, ਬੜੀ ਪਿਆਰੀ ਗੱਲ ਸੀਗੀ। ਇਹਦੇ ਵਿੱਚ ਇਕੱਲੀ ਗੁਰੂਆਂ ਦੀ ਬਾਣੀ ਨਹੀਂ ਗੁਰੂ ਸਾਹਿਬ ਨੇ ਲਿਖੀ। ਫਿਰ ਜੀ ਹੁਣ ਗੁਰੂ ਗ੍ਰੰਥ ਸਾਹਿਬ ਦੀ ਆਪਾਂ ਗੱਲ ਕਰਦੇ ਹਾਂ ਅੱਜ, ਤੇ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਇਹ ਗੁਰੂ ਸਾਹਿਬਾਨਾਂ ਦੀ ਬਾਣੀ ਹੈ ਜੀ। ਔਰ ਅੱਜ ਤੱਕ ਜਿਨ੍ਹਾਂ ਲੋਕਾਂ ਨੂੰ ਨੀਵੀਆਂ ਜਾਤਾਂ ਦੇ ਕਹਿ ਕੇ ਲੋਕ ਦੁਰਕਾਰਦੇ ਰਹੇ, ਉਹਨਾਂ ਭਗਤਾਂ ਨੂੰ ਵੀ ਥਾਂ ਦਿੱਤੀ ਹੈ ਮਹਾਰਾਜ ਨੇ ਉਹਦੇ ਵਿੱਚ। ਜੀ ਤੇ ਇਕੱਲੀ ਉਹਨਾਂ ਨੂੰ ਥਾਂ ਹੀ ਨਹੀਂ ਦਿੱਤੀ, ਆਪਣੇ ਬਰਾਬਰ ਬਿਠਾਇਆ ਉਹਨਾਂ ਨੂੰ। ਜੀ ਜਿੱਥੇ ਗੁਰੂ ਅਰਜਨ ਦੇਵ ਸਾਹਿਬ ਨੇ ਗੁਰੂ ਨਾਨਕ ਦੇਵ ਜੀ ਦੀ ਬਾਣੀ ਲਿਖੀ, ਗੁਰੂ ਅੰਗਦ ਦੇਵ ਸਾਹਿਬ, ਗੁਰੂ ਅਮਰਦਾਸ, ਗੁਰੂ ਰਾਮਦਾਸ ਸਾਹਿਬ ਦੀ ਬਾਣੀ ਲਿਖੀ, ਗੁਰੂ ਅਰਜਨ ਦੇਵ ਸਾਹਿਬ ਨੇ ਆਪਣੀ ਬਾਣੀ ਜੀ ਉਚਾਰਨ ਕੀਤੀ, ਉਹ ਲਿਖਵਾਈ। ਜੀ ਉੱਥੇ 15 ਭਗਤਾਂ ਦੀ ਬਾਣੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ। ਜੀ ਉਹਦੇ ਵਿੱਚ ਭਗਤ ਕਬੀਰ ਸਾਹਿਬ ਬੈਠੇ ਆ, ਭਗਤ ਫਰੀਦ ਸਾਹਿਬ ਮੁਸਲਮਾਨ ਫਕੀਰ ਨੇ, ਹਾਂਜੀ ਸੂਫੀ ਫਕੀਰ ਨੇ। ਹਾਂਜੀ ਇੱਥੇ ਮਜ਼ਹਬਾਂ ਦੀ ਵੰਡ ਵੀ ਖਤਮ ਕਰ ਦਿੱਤੀ ਉਹਨਾਂ ਨੇ। ਮਜ਼ਹਬਾਂ ਦੀ ਵੰਡ, ਮਤਾਂ ਦੀ ਵੰਡ, ਧਰਮਾਂ ਦੀ ਵੰਡ ਵੀ ਜੀ ਖਤਮ ਕਰਕੇ ਉਸ ਮੁਸਲਮਾਨ ਫਕੀਰ ਨੂੰ ਵੀ ਉਹਦੇ ਵਿੱਚ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਫਰੀਦਾ ਕਿੱਥੇ ਤੈਂਡੇ ਮਾਪਿਆਂ ਜਿੰਨੀ ਤੂੰ ਜਣਿਓ ਹੈ, ਜਾਂ ਹੋਰ ਬਾਣੀ 'ਚ ਉਹਨਾਂ ਨੇ ਆਪਣੇ ਸ਼ਲੋਕ ਜਿਹੜੇ ਉਹਨਾਂ ਦੇ ਆ, 4 ਸ਼ਬਦ ਆ ਭਗਤ ਫਰੀਦ ਸਾਹਿਬ ਦੇ, ਦਿਲੋਂ ਮੁਹੱਬਤ ਜਿਨ ਸੇ ਸੱਚਿਆ, ਜਿਨ ਮਨ ਹੋਰ ਮੁਖ ਹੋਰ ਸੇ ਕਾਂਡੇ ਕੱਚਿਆ। ਜੀ ਭਗਤ ਫਰੀਦ ਸਾਹਿਬ ਦੇ ਸ਼ਲੋਕ ਨੇ, ਉਹ ਉਹਨਾਂ ਨੂੰ ਥਾਂ ਦਿੱਤੀ, ਸ਼ਬਦਾਂ ਨੂੰ ਥਾਂ ਦਿੱਤੀ। ਭਗਤ ਰਵਿਦਾਸ, ਜਿਨ੍ਹਾਂ ਨੂੰ ਉਸ ਵੇਲੇ ਲੋਕ ਕਹਿੰਦੇ ਸੀ ਇਹ ਨੀਵੀਆਂ ਜਾਤਾਂ ਦੇ ਆ, ਭਗਤ ਸੈਣ ਨੀਵੀਆਂ ਜਾਤਾਂ ਦੇ ਲੋਕ ਕਹਿੰਦੇ ਸੀ ਉਹਨਾਂ ਨੂੰ, ਨਾਮਦੇਵ, ਉਹਨਾਂ ਨੂੰ ਥਾਂ ਦਿੱਤੀ, ਆਪਣੇ ਬਰਾਬਰ ਬਿਠਾਇਆ। ਮਤਲਬ ਕਦੇ ਵਕਤ ਸੀ ਭਗਤ ਨਾਮਦੇਵ ਵਰਗਿਆਂ ਨੂੰ ਠਾਕਰ ਦੁਆਰੇ ਦੇ ਵਿੱਚੋਂ, ਮੰਦਿਰਾਂ ਚੋਂ ਪੰਡਤ ਲੋਕ ਜਿਹੜੇ, ਉਹਨਾਂ ਧੱਕੇ ਮਾਰ ਕੇ ਬਾਹਰ ਕੱਢ ਦਿੱਤਾ ਕਿ ਤੁਸੀਂ ਇਸ ਠਾਕਰ ਦੁਆਰੇ 'ਚ ਮੰਦਿਰ 'ਚ ਆ ਨਹੀਂ ਸਕਦੇ। ਔਰ ਮੈਂ ਇੱਕ ਮਿੰਟ ਇਧਰਲੇ ਪਾਸੇ ਗੱਲ ਜ਼ਰੂਰ ਸਾਂਝੀ ਕਰਨੀ, ਮੈਨੂੰ ਇਹ ਚੰਗੀ ਲੱਗਦੀ ਹੈ ਗੱਲ। ਮਤਲਬ ਭਗਤ ਨਾਮਦੇਵ ਨੂੰ ਜੇ ਠਾਕਰ ਦੁਆਰੇ 'ਚੋਂ, ਅੱਜ ਵੀ ਉਹ ਮੰਦਿਰ ਉੱਥੇ ਮੌਜੂਦ ਆ, ਸ੍ਰੀ ਹਜੂਰ ਸਾਹਿਬ ਦੇ ਨੇੜੇ ਮਹਾਰਾਸ਼ਟਰ ਦੇ ਵਿੱਚ, ਔਂਡਾ ਤੀਰਥ ਕਿਹਾ ਜਾਂਦਾ ਉਹਨੂੰ। ਤੋ ਨਾਮਦੇਵ ਨੂੰ, ਭਗਤ ਨੂੰ ਉੱਥੋਂ ਦੇ ਪੰਡਤ ਬ੍ਰਾਹਮਣ ਲੋਕ ਮੰਦਿਰ 'ਚੋਂ ਧੱਕੇ ਮਾਰ ਕੇ ਬਾਹਰ ਕੱਢ ਦਿੰਦੇ, ਤੂੰ ਨੀਵੀਂ ਜਾਤ ਦਾ। ਤਾਂ ਮੈਂ ਆਪਣੇ ਤਰੀਕੇ ਨਾਲ ਕਈ ਵਾਰੀ ਬੇਨਤੀ ਸੰਗਤ ਨੂੰ ਮੈਂ ਕਰਦਾ ਕਿ ਗੁਰੂ ਅਰਜਨ ਦੇਵ ਸਾਹਿਬ ਨੇ ਜਿਵੇਂ ਕਿਹਾ ਹੋਏ ਕਿ ਨਾਮਦੇਵ, ਉਹ ਤੇ ਇੱਕ ਛੋਟਾ ਜਿਹਾ ਮੰਦਿਰ ਸੀ ਜਿੱਥੋਂ ਤੈਨੂੰ ਉਸ ਵੇਲੇ ਦੇ ਪੰਡਤਾਂ ਨੇ, ਉੱਚੀ ਜਾਤਾਂ ਦੇ ਲੋਕਾਂ ਨੇ ਧੱਕੇ ਮਾਰ ਕੇ ਬਾਹਰ ਕੱਢ ਦਿੱਤਾ ਕਿ ਤੂੰ ਸ਼ੀਂਬਾ ਆ, ਤੂੰ ਨੀਵੀਂ ਜਾਤ ਦਾ, ਸ਼ੂਦਰ ਆ, ਤੂੰ ਨਹੀਂ ਇੱਥੇ ਆ ਸਕਦਾ। ਤੇ ਜਿਵੇਂ ਗੁਰੂ ਅਰਜਨ ਦੇਵ ਸਾਹਿਬ ਨੇ ਉਹਨਾਂ ਦੀ ਬਾਣੀ ਲਿਖਣ ਵੇਲੇ ਗੁਰੂ ਗ੍ਰੰਥ ਸਾਹਿਬ 'ਚ ਇਹ ਗੱਲ ਕਹੀ ਹੋਵੇ ਕਿ ਨਾਮਦੇਵ, ਛੱਡ ਛੋਟੇ ਮੋਟੇ ਮੰਦਿਰ ਦੀ ਗੱਲ, ਮੈਂ ਸਦਾ ਵਾਸਤੇ ਤੇਰਾ ਚੌਂਕੜਾ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਅੰਦਰ ਮਰਵਾ ਦੇਣਾ। ਤੂੰ ਹਰਿਮੰਦਰ ਸਾਹਿਬ ਦੇ ਅੰਦਰ ਚੌਂਕੜਾ ਮਾਰ ਕੇ ਬਹਿ ਔਰ ਸਾਡੇ ਬਰਾਬਰ ਬੈਠ। ਜਿੱਥੇ ਗੁਰੂ ਰਾਮਦਾਸ ਇੱਥੇ ਚੌਂਕੜਾ ਮਾਰਨਗੇ, ਜਿੱਥੇ ਗੁਰੂ ਨਾਨਕ ਦੇਵ ਹਰਿਮੰਦਰ ਸਾਹਿਬ ਦੇ ਅੰਦਰ ਗੁਰੂ ਗ੍ਰੰਥ ਸਾਹਿਬ ਦਾ ਜਦੋਂ ਪ੍ਰਕਾਸ਼ ਕਰਨਾ, ਵੀ ਜਦੋਂ ਗੁਰੂ ਗ੍ਰੰਥ ਸਾਹਿਬ ਦੇ ਅੰਦਰ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਹੈ ਹਰਿਮੰਦਰ ਸਾਹਿਬ ਦੇ ਅੰਦਰ, ਤਾਂ ਜਿੱਥੇ ਗੁਰੂ ਨਾਨਕ ਦੇਵ ਚੌਂਕੜਾ ਮਾਰ ਕੇ ਬੈਠੇ, ਇੱਥੇ ਗੁਰੂ ਰਾਮਦਾਸ ਚੌਂਕੜਾ ਮਾਰ ਕੇ ਬੈਠੇ ਹਰਿਮੰਦਰ ਸਾਹਿਬ ਦੇ ਅੰਦਰ, ਗੁਰੂ ਅਰਜਨ ਦੇਵ ਜਿਵੇਂ ਕਹਿ ਰਹੇ ਹੁਣ ਜਿੱਥੇ ਮੈਂ ਬੈਠਾਂਗਾ, ਨਾਮਦੇਵ ਛੋਟੇ ਮੋਟੇ ਮੰਦਿਰਾਂ ਦੀ ਕੀ ਗੱਲ ਆ, ਹਰਿਮੰਦਰ ਸਾਹਿਬ ਚੌਂਕੜਾ ਮਾਰ ਕੇ ਬੈਠ ਮੇਰੇ ਬਰਾਬਰ। ਉੱਥੇ ਥਾਂ ਦਿੱਤੀ ਉਹਨਾਂ ਨੂੰ ਗੁਰੂ ਅਰਜਨ ਦੇਵ ਸਾਹਿਬ ਨੇ। ਗਿਆਨੀ ਜੀ, ਤੁਸੀਂ ਇਸ ਗੱਲ ਦਾ ਜ਼ਿਕਰ ਕੀਤਾ ਹੈ, ਇਸ ਇੱਕ ਮੈਂ ਕਹਾਂਗੀ ਗੁਰ ਇਤਿਹਾਸ ਦਾ ਜ਼ਿਕਰ ਕੀਤਾ ਹੈ ਜਿਹਦੇ ਵਿੱਚ ਬਰਾਬਰੀ ਦੀ ਗੱਲ ਹੋਈ ਹੈ। ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਨਾ ਕਿ ਸਿਰਫ ਇਹੋ ਜਿਹੀ ਬਰਾਬਰੀ ਹੈ, ਬਟ ਲੋਕਾਂ ਤੱਕ ਉਹ ਪ੍ਰਚਾਰ ਕਿਸ ਤਰ੍ਹਾਂ ਪਹੁੰਚਦਾ ਹੈ ਉਹਦੀ ਵੀ ਬਰਾਬਰੀ ਹੈ। ਇਹਦੇ ਬਾਰੇ ਮੈਂ ਤੁਹਾਡੇ ਨਾਲ ਥੋੜ੍ਹੀ ਜਿਹੀ ਗੱਲ ਹੋਰ ਕਰਨਾ ਚਾਹੁੰਦੀ ਹਾਂ। ਤੁਸੀਂ ਵਿਊਅਰਸ ਕਿੱਥੇ ਨਾ ਜਾਓ, ਇੱਕ ਛੋਟੀ ਜਿਹੀ ਬ੍ਰੇਕ ਲਈ ਇੱਥੇ ਰੁਕਦੇ ਹਾਂ। ਇਹ ਪ੍ਰਚਾਰ, ਇਹ ਵਿਚਾਰ ਜਾਰੀ ਰਹਿਣਗੇ ਬ੍ਰੇਕ ਤੋਂ ਉਸ ਪਾਰ।
ਬ੍ਰੇਕ ਤੋਂ ਬਾਅਦ ਮੁੜ ਹਾਜ਼ਰ ਹਾਂ। ਤੁਸੀਂ ਵੇਖ ਰਹੇ ਹੋ ਪ੍ਰੋਗਰਾਮ ਅੱਜ ਦਾ ਮੁੱਦਾ। ਅੱਜ ਬਹੁਤ ਹੀ ਖਾਸ ਪ੍ਰੋਗਰਾਮ ਲੈ ਕੇ ਤੁਹਾਡੇ ਨਾਲ ਇੱਕ ਵਾਰੀ ਫਿਰ ਸਟੂਡੀਓ ਦੇ ਵਿੱਚ ਸਾਡੇ ਗੈਸਟ, ਸਾਡੇ ਮਹਾਨ ਜੁੜੇ ਹਨ। ਮੈਂ ਇੱਕ ਵਾਰੀ ਫਿਰ ਗਿਆਨੀ ਧਰਮਵੀਰ ਸਿੰਘ ਜੀ ਤੁਹਾਨੂੰ ਪ੍ਰੋਗਰਾਮ 'ਚ ਸਵਾਗਤ ਕਰਦੀ ਹਾਂ। ਹੈੱਡ ਗ੍ਰੰਥੀ ਗੁਰਦੁਆਰਾ ਸਾਹਿਬ ਸਿੱਖ ਕਲਚਰਲ ਸੁਸਾਇਟੀ 118, ਜੋ ਕਿ ਨਿਊਯਾਰਕ ਦਾ ਇੱਕ ਮੁੱਖ ਗੁਰਦੁਆਰਾ ਸਾਹਿਬ ਮੰਨਿਆ ਜਾਂਦਾ ਹੈ। ਪੁਰਾਣਾ ਗੁਰਦੁਆਰਾ ਸਾਹਿਬ ਕੌਣ ਨਹੀਂ ਇੱਥੇ ਆ ਕੇ ਆਪ ਦੀ ਨਵੀਂ ਜ਼ਿੰਦਗੀ, ਆਪ ਦੀ ਅਮਰੀਕਾ ਦਾ ਸਫ਼ਰ ਸ਼ੁਰੂ ਕਰਦਾ ਹੈ। 118 ਗੁਰਦੁਆਰਾ ਸਾਹਿਬ ਤੋਂ ਸ਼ੁਰੂ ਹੁੰਦਾ ਹੈ ਅਕਸਰ। ਗਿਆਨੀ ਜੀ, ਤੁਸੀਂ ਅੱਜ ਸਾਡੇ ਨਾਲ ਜੁੜ ਕੇ ਗੁਰੂ ਗ੍ਰੰਥ ਸਾਹਿਬ ਜੀ ਦੇ ਪ੍ਰਕਾਸ਼ ਪੁਰਬ, ਜੋ ਕਿ 28 ਤਰੀਕ ਨੂੰ ਅਸੀਂ ਮਨਾਉਣ ਜਾ ਰਹੇ ਹਾਂ, ਉਹਦੇ ਉੱਤੇ ਵਿਚਾਰ ਕਰ ਰਹੇ ਹੋ। ਸਾਨੂੰ ਉਹ ਗੁਰ ਇਤਿਹਾਸ ਅਤੇ ਸਿੱਖ ਇਤਿਹਾਸ ਬਾਰੇ ਜਾਣਕਾਰੀ ਦੱਸ ਰਹੇ ਹੋ। ਗਿਆਨੀ ਜੀ, ਪ੍ਰੋਗਰਾਮ ਦੀ ਸ਼ੁਰੂਆਤ 'ਚ ਅਸੀਂ ਇਸ ਗੱਲ ਨਾਲ ਡਿਸਕਸ਼ਨ ਸ਼ੁਰੂ ਕੀਤੀ ਸੀ ਕਿ ਗੁਰੂ ਗ੍ਰੰਥ ਸਾਹਿਬ ਜੀ ਨੂੰ ਕਿਸ ਤਰ੍ਹਾਂ ਅਸੀਂ ਇੱਕ ਵੱਖਰੇ ਨਜ਼ਰੀਏ ਤੋਂ ਵੇਖ ਸਕਦੇ ਹਾਂ, ਅਗਰ ਅਸੀਂ ਬਾਕੀ ਗ੍ਰੰਥਾਂ ਨਾਲ ਕੰਪੇਅਰ ਕਰਨਾ ਹੋਵੇ। ਨਾ ਕਿ ਸਿਰਫ ਇਸ ਚੀਜ਼ ਦੇ ਵਿੱਚ ਕਿ ਕਿਸ ਤਰ੍ਹਾਂ ਇਹਨੂੰ ਲਿਖਿਆ ਗਿਆ, ਕੰਪਾਈਲ ਕੀਤਾ ਗਿਆ, ਇਹਦੇ ਵਿੱਚ ਸਾਖੀ ਅਤੇ ਸਿੱਖਿਆ ਦਾ ਮੇਲ ਕਿਸ ਤਰ੍ਹਾਂ ਜੁੜਦਾ ਹੈ, ਬਟ ਤੁਸੀਂ ਬਰਾਬਰੀ ਦੀ ਗੱਲ ਕੀਤੀ। ਇਹਦੇ ਬਾਰੇ ਮੈਂ ਚਾਹਾਂਗੀ ਤੁਸੀਂ ਹੋਰ ਥੋੜ੍ਹਾ ਜਿਹਾ ਸਾਨੂੰ ਵਿਦਿਆ ਦੇਵੋ। ਜਿਵੇਂ ਹੋਰ ਗ੍ਰੰਥਾਂ ਦੀ ਗੱਲ ਆਪਾਂ ਕਰ ਰਹੇ ਸੀਗੇ, ਅਤੇ ਗੁਰੂ ਗ੍ਰੰਥ ਸਾਹਿਬ ਨੂੰ ਸਾਡਾ ਜਿਹੜਾ ਦੇਖਣ ਦਾ ਨਜ਼ਰੀਆ ਹੈ ਦੂਸਰਿਆਂ ਗ੍ਰੰਥਾਂ ਨਾਲੋਂ ਹਟ ਕੇ, ਜਦੋਂ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਨੇ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਲਿਖਵਾਉਣਾ ਸ਼ੁਰੂ ਕੀਤਾ ਭਾਈ ਗੁਰਦਾਸ ਜੀ ਤੋਂ, ਮੈਂ ਜਿਵੇਂ ਪਹਿਲਾਂ ਬੇਨਤੀ ਕੀਤੀ ਆ, ਤਾਂ ਕੁਝ ਮਤਾਂ ਮਜ਼ਹਬਾਂ ਦੇ ਲੋਕਾਂ ਨੇ ਇਹ ਗੱਲ ਵੀ ਗੁਰੂ ਅਰਜਨ ਦੇਵ ਸਾਹਿਬ ਜੀ ਨੂੰ ਆਣ ਕੇ ਕਹੀ ਕਿ ਜਦੋਂ ਦੁਨੀਆ ਵਿੱਚ ਹੋਰ ਇੰਨੇ ਧਰਮ ਗ੍ਰੰਥ ਹੈਗੇ ਨੇ ਤਾਂ ਹੁਣ ਨਵੇਂ ਗ੍ਰੰਥ ਦੀ ਕੀ ਲੋੜ? ਆਪਾਂ ਤਾਂ ਲੋਕਾਂ ਨੂੰ ਧਰਮੀ ਬਣਾਉਣਾ, ਰੱਬ ਨਾਲ ਜੋੜਨਾ, ਤੇ ਹੋਰ ਧਰਮ ਗ੍ਰੰਥ ਤੁਸੀਂ ਇੱਕ ਨਵਾਂ ਲਿਖਣ ਲੱਗੇ ਹੋ, ਇਸ ਦੀ ਕੀ ਜ਼ਰੂਰਤ ਹੈ? ਤਾਂ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਦਾ ਬਾਣੀ 'ਚ ਇੱਕ ਸ਼ਬਦ ਆ, ਉਹਦੇ ਵਿੱਚੋਂ ਹੀ ਉਹਨਾਂ ਦੇ ਜਿਹੜਾ ਸਵਾਲ ਸੀ ਉਹਦਾ ਜਵਾਬ ਸਾਹਮਣੇ ਆ ਜਾਂਦਾ। ਗੁਰੂ ਸਾਹਿਬ ਦਾ ਸ਼ਬਦ ਆ ਬਾਣੀ 'ਚ, ਜੈਸੇ ਧਰਤੀ ਉੱਪਰ ਮੇਘਲਾ ਬਰਸਤ ਹੈ, ਕਿਆ ਧਰਤੀ ਮੱਧੇ ਪਾਣੀ ਨਹੀਂ? ਜੈਸੇ ਧਰਤੀ ਮੱਧੇ ਪਾਣੀ ਪ੍ਰਗਾਸਿਆ, ਬਿਨ ਪਗਾਂ ਵਰਸਤ ਫਿਰਾਈ। ਇਹਦਾ ਭਾਵ ਹੁਣ ਮੈਂ ਆਪ ਜੀ ਨਾਲ ਸਾਂਝਾ ਕਰਦਾ, ਜੋ ਸੰਗਤਾਂ ਸਰਵਣ ਕਰ ਰਹੀਆਂ ਉਹਨਾਂ ਲਈ ਵੀ। ਗੁਰੂ ਅਰਜਨ ਦੇਵ ਸਾਹਿਬ ਜੀ ਨੇ ਕਿਹਾ ਭਈ ਕਿ ਧਰਤੀ ਦੇ ਨੀਚੇ, ਧਰਤੀ ਦੇ ਥੱਲੇ ਪਾਣੀ ਨਹੀਂ ਹੈਗਾ? ਉਹ ਕਹਿੰਦੇ ਜੀ ਹੈਗਾ, ਧਰਤੀ ਦੇ ਥੱਲੇ ਪਾਣੀ ਹੈ। ਤੇ ਮਹਾਰਾਜ ਕਹਿੰਦੇ ਵੀ ਜੇ ਧਰਤੀ ਦੇ ਥੱਲੇ ਪਾਣੀ ਹੈਗਾ ਤੇ ਫਿਰ ਆਪਾਂ ਨੂੰ ਬੱਦਲਾਂ ਦੀ ਕੀ ਲੋੜ ਆ? ਬਰਸਾਤ ਦੀ ਕੀ ਲੋੜ ਆ? ਵਰਖਾ ਦੀ, ਬੱਦਲਾਂ ਦੇ ਪਾਣੀ ਦੀ ਕੀ ਲੋੜ? ਤੇ ਜਦੋਂ ਕਿਤੇ ਬਹੁਤ ਲੰਮਾ ਸਮਾਂ ਬੱਦਲਾਂ ਦਾ ਮੀਂਹ ਨਾ ਪਵੇ ਤੇ ਲੋਕ ਅਰਦਾਸਾਂ ਕਰਦੇ, ਦੁਨੀਆ ਲੰਗਰ ਲਾਉਂਦੀ, ਅਰਦਾਸਾਂ ਕਰਦੀ, ਤਰਲੇ ਲੈਂਦੀ, ਰੱਬਾ ਮੀਂਹ ਪਾ ਜੀ। ਤੇ ਉਹ ਜਿਹੜੇ ਕੁਐਸਚਨ ਕਰਨ ਵਾਲੇ ਸੀ ਉਹ ਗੁਰੂ ਅਰਜਨ ਦੇਵ ਸਾਹਿਬ ਨੂੰ ਕਹਿੰਦੇ, ਮਹਾਰਾਜ ਵੀ ਤੁਸੀਂ ਦੱਸੋ ਸਾਨੂੰ, ਅਸੀਂ ਤਾਂ ਸਿਰਫ ਇਸ ਗ੍ਰੰਥ ਵਾਸਤੇ ਤੁਹਾਨੂੰ ਪੁੱਛ ਰਹੇ ਵੀ ਇਹ ਕਿਉਂ ਲਿਖ ਰਹੇ ਜੇ ਤੁਸੀਂ, ਜਦੋਂ ਕਿ ਦੁਨੀਆ 'ਚ ਹੋਰ ਗ੍ਰੰਥ ਹੈਗੇ ਆ, ਧਰਮ ਪੁਸਤਕਾਂ ਹੈਗੀਆਂ। ਮਹਾਰਾਜ ਕਹਿੰਦੇ ਅਸਲ ਗੱਲ ਇਹ ਹੈ ਕਿ ਜਿਹੜਾ ਧਰਤੀ ਦੇ ਥੱਲੇ ਵਾਲਾ ਪਾਣੀ ਹੈ ਉਹਨੂੰ ਪ੍ਰਾਪਤ ਕਰਨ ਵਾਸਤੇ ਬਹੁਤ ਮਸ਼ੱਕਤ ਕਰਨੀ ਪੈਂਦੀ ਹੈ, ਬਹੁਤ ਮਿਹਨਤ ਕਰਨੀ ਪੈਂਦੀ। ਖੂਹ ਆਦਿਕ ਉਦੋਂ ਹੁੰਦੇ ਸੀ, ਖੂਹ ਵਗੈਰਾ ਪੁੱਟਣੇ ਪੈਂਦੇ ਆ। ਤੇ ਚਲੋ ਆਪਾਂ ਖੂਹ ਪੁੱਟ ਵੀ ਲਿਆ, ਹੁਣ ਖੂਹ ਪੁੱਟਣ ਤੋਂ ਬਾਅਦ ਪਾਣੀ ਆ ਗਿਆ, ਪ੍ਰਾਪਤ ਹੋ ਗਿਆ ਸਾਨੂੰ ਪਾਣੀ, ਪਰ ਉਹ ਜਿਹੜਾ ਪਾਣੀ ਖੂਹ ਦਾ ਹੈ ਉਹ ਕਿੰਨੇ ਕੁ ਖੇਤਾਂ ਨੂੰ ਪਾਣੀ ਦੇ ਸਕਦਾ? ਵੱਧ ਤੋਂ ਵੱਧ ਨੇੜੇ ਨੇੜੇ ਦੇ 4-5 ਖੇਤਾਂ ਨੂੰ, 10 ਖੇਤਾਂ ਨੂੰ, 20 ਖੇਤਾਂ ਨੂੰ ਪਾਣੀ ਦੇ ਦੇਗਾ ਇੱਕ ਖੂਹ ਜੀ। ਤੇ ਸਤਿਗੁਰੂ ਕਹਿੰਦੇ ਕਿ ਜਿਹੜਾ ਬੱਦਲਾਂ ਦਾ ਮੀਂਹ ਆ, ਬਰਸਾਤ ਆ ਜਿਹੜੀ ਜੀ, ਉਹ ਤਾਂ 5-7 ਮੀਲ ਇੱਧਰ ਨੂੰ ਪੈ ਗਿਆ, 5-7 ਮੀਲ ਉੱਧਰ ਨੂੰ ਪੈ ਗਿਆ, 5-7 ਮੀਲ ਇੱਧਰ ਨੂੰ ਪੈ ਗਿਆ, ਉਹ ਤਾਂ ਸਾਰਿਆਂ ਦੀਆਂ ਖੇਤੀਆਂ ਹਰੀਆਂ ਹੋ ਗਈਆਂ ਜੀ। ਤਾਂ ਉਹ ਸਵਾਲ ਕਰਨ ਵਾਲੇ ਜਿਹੜੇ ਸੀ ਉਹ ਕਹਿੰਦੇ, ਮਹਾਰਾਜ ਫਿਰ ਸਾਨੂੰ ਚੰਗੀ ਤਰ੍ਹਾਂ ਸਮਝਾਓ ਕਿ ਇਸ ਦਾ ਕੀ ਭਾਵ? ਤਾਂ ਮਹਾਰਾਜ ਸੱਚੇ ਪਾਤਸ਼ਾਹ ਕਹਿਣ ਲੱਗੇ, ਜਿੰਨੇ ਦੁਨੀਆ ਵਿੱਚ ਹੋਰ ਧਰਮ ਗ੍ਰੰਥ ਨੇ, ਠੀਕ ਹੈ ਕਿ ਉਹ ਆਪਣੇ ਆਪਣੇ ਮਤਾਂ ਮਜ਼ਹਬਾਂ ਵਾਸਤੇ ਸਤਿਕਾਰਯੋਗ ਨੇ, ਉਹਨਾਂ ਦੇ ਪੈਰੋਕਾਰ ਜਿਹੜੇ ਉਹਨਾਂ ਨੂੰ ਮੰਨਦੇ, ਪਰ ਉਹ ਸਾਰਿਆਂ ਦੀਆਂ ਖੇਤੀਆਂ ਨਹੀਂ ਹਰੀਆਂ ਕਰ ਸਕਦੇ। ਹਾਂਜੀ, ਸਾਰਿਆਂ ਦਾ ਜੀਵਨ ਤਨ ਮਨ ਥੀਵੈ ਹਰਿਆ ਨਹੀਂ ਹੋ ਸਕਦਾ ਜੀ। ਇਸ ਕਰਕੇ ਇਹਦਾ ਮਤਲਬ ਬੱਦਲਾਂ ਦੇ ਮੀਂਹ ਦੀ ਲੋੜ ਹੈ, ਬਰਸਾਤ ਦੀ ਲੋੜ ਹੈ। ਕਹਿਣ ਲੱਗੇ ਵੀ ਜਿਹੜਾ ਅਸੀਂ ਅੱਜ ਇਹ ਗ੍ਰੰਥ ਤਿਆਰ ਕਰ ਰਹੇ, ਬਾਣੀ ਦਾ ਖਜ਼ਾਨਾ ਜਿਹੜਾ
ਮਹਾਰਾਜ ਨੇ ਕਿਹਾ ਇਹ ਬੱਦਲਾਂ ਦੇ ਮੀਂਹ ਦੀ ਤਰ੍ਹਾਂ ਹੋਏਗਾ, ਜੀ ਇਹ ਬਰਸਾਤ ਦੀ ਤਰ੍ਹਾਂ ਹੋਏਗਾ। ਮਹਾਰਾਜ ਸੱਚੇ ਪਾਤਸ਼ਾਹ ਦਾ ਭਾਵ ਇਹ ਸੀ ਕਿ ਹੁਣ ਜਿਵੇਂ ਅੱਜ ਦੇ ਯੁੱਗ 'ਚ ਆਪਾਂ ਐਗਜ਼ਾਮਪਲ ਦੇਣੀ ਹੋਏ ਤਾਂ ਜੇ ਹੁਣ ਗੁਰਬਾਣੀ ਦਾ ਕੀਰਤਨ ਹੋ ਰਿਹਾ ਜੀ ਤਾਂ 10,000 ਬੰਦਾ ਸਾਹਮਣੇ ਬੈਠਾ, 50,000 ਬੈਠਾ, ਜੀ ਲੱਖ ਬੰਦਾ ਬੈਠਾ ਹੋਇਆ, ਤਾਂ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਕਿਹਾ ਜਿਹੜਾ ਸੁਣੇਗਾ ਖੱਤਰੀ ਬ੍ਰਾਹਮਣ ਸੂਦ ਵੈਸ਼ ਉਪਦੇਸ਼ ਚੌਂ ਵਰਨਾ ਕੋ ਸਾਂਝਾ। ਜੀ ਹੁਣ ਇੱਕ ਤਾਂ ਬਾਣੀ ਦਾ ਖਜ਼ਾਨਾ ਇਹ ਹੋ ਗਿਆ ਕਿ ਸਾਰਿਆਂ ਦੀ ਸਮਝ 'ਚ ਆਉਣ ਵਾਲੀ ਗੱਲ ਹੋ ਗਈ, ਹਰ ਇੱਕ ਨੂੰ ਸਮਝ ਆਏਗੀ। ਜੀ ਹੁਣ ਤੁਸੀਂ ਕਦੀ ਵੀ ਇਹ ਬਾਣੀ ਦੀ ਕੋਈ ਪੰਕਤੀ ਪੜ੍ਹ ਕੇ ਵੇਖ ਲਓ। ਹਾਂਜੀ ਆਪਾਂ ਗੁਰੂ ਗ੍ਰੰਥ ਸਾਹਿਬ ਦਾ ਮੂਲ ਮੰਤਰ ਹੀ ਪੜ੍ਹਦੇ ਹਾਂ, ਇੱਕ ਹਾਂਜੀ। ਓੰਕਾਰ ਸਤਿਨਾਮ ਕਰਤਾ ਪੁਰਖ, ਉਹ ਪ੍ਰਮਾਤਮਾ ਇੱਕ ਹੈ, ਉਸ ਦਾ ਨਾਮ ਸੱਚਾ ਆ, ਉਹ ਸਾਰਿਆਂ ਵਿੱਚ ਵਿਆਪਕ ਆ। ਕਿਹਨੂੰ ਨਹੀਂ ਆਉਂਦਾ ਇਹ, ਕਿਸ ਨੂੰ ਨਹੀਂ ਇਹਦੇ ਅਰਥਾਂ ਦਾ ਪਤਾ ਲੱਗਦਾ। ਸਭ ਗੋਬਿੰਦ ਹੈ, ਸਭ ਗੋਬਿੰਦ ਹੈ, ਗੋਬਿੰਦ ਬਿਨ ਨਹੀਂ ਕੋਈ। ਸਭੈ ਘਟ ਰਾਮ ਬੋਲੇ, ਰਾਮਾ ਬੋਲੇ। ਖੱਤਰੀ ਬ੍ਰਾਹਮਣ ਸੂਦ ਵੈਸ਼ ਉਪਦੇਸ਼ ਚੌਂ ਵਰਨਾ ਕੋ ਸਾਂਝਾ। ਕਿਹਨੂੰ ਨਹੀਂ ਇਸ ਗੱਲ ਦਾ ਪਤਾ। ਉਸ ਵਕਤ ਭੈਣ ਜੀ ਇਸ ਤਰ੍ਹਾਂ ਵੀ ਸੀਗਾ ਕਿ ਜਿਹੜੇ ਬ੍ਰਾਹਮਣ ਪੰਡਤ ਲੋਕ ਸੀ ਨਾ ਜੀ, ਇਹ ਵਿੱਦਿਆ ਲੈਣ ਵਾਸਤੇ ਸੰਸਕ੍ਰਿਤ ਦੇ ਧਰਮ ਗ੍ਰੰਥ ਪੜ੍ਹਨ ਵਾਸਤੇ ਇੰਡੀਆ ਦੇ ਵਿੱਚ ਜਿਹੜਾ ਬਨਾਰਸ ਆ, ਹਾਂਜੀ ਇਹਨੂੰ ਕਾਂਸ਼ੀ ਕਿਹਾ ਜਾਂਦਾ ਸੀਗਾ। ਹਾਂਜੀ ਪਹਿਲਾਂ ਇਹਦਾ ਨਾਮ ਕਾਂਸ਼ੀ ਸੀ, ਫਿਰ ਬਨਾਰਸ। ਅੱਜ ਕੱਲ੍ਹ ਇਹਨੂੰ ਬਨਾਰਸ ਵੀ ਨਹੀਂ ਕਹਿੰਦੇ ਹੁਣ ਇੰਡੀਆ 'ਚ, ਇਹਦਾ ਨਾਮ ਫਿਰ ਬਦਲ ਦਿੱਤਾ। ਜੀ। ਹੁਣ ਇਹ ਸ਼ਹਿਰ ਦਾ ਨਾਮ ਵਾਰਾਣਸੀ ਆ। ਤਾਂ ਉੱਥੇ ਪੰਡਤ ਲੋਕ ਜਿਹੜੇ ਸੀਗੇ ਉੱਥੇ ਵਿੱਦਿਆ ਲੈਣ ਵਾਸਤੇ ਜਾਂਦੇ ਸੀ ਕਈ ਸਾਲ, ਜੀ ਤੇ ਉੱਥੇ ਜਾ ਕੇ ਪੜ੍ਹਾਈ ਕਰਕੇ ਆਉਂਦੇ ਸੀ, ਤੇ ਫਿਰ ਉਹ ਕਿਤੇ ਸੰਸਕ੍ਰਿਤ ਦੇ ਕੋਈ ਗ੍ਰੰਥ ਪੜ੍ਹਦੇ ਸੀ ਤੇ ਲੋਕਾਂ ਤੱਕ ਗੱਲ ਜਾਂਦੀ ਸੀਗੀ। ਜੀ ਗੁਰੂ ਅਰਜਨ ਦੇਵ ਸਾਹਿਬ ਨੇ ਕਿਹਾ ਇਹ ਤਾਂ ਹੁਣ ਬੱਦਲਾਂ ਦਾ ਮੀਂਹ ਆ। ਹੁਣ ਜਿਵੇਂ ਅੱਜ ਹੁਣ ਪ੍ਰੈਜ਼ੈਂਟ ਸਮਾਂ ਜਿਹੜਾ ਅੱਜ ਆਪਾਂ ਹੁਣ ਬੈਠੇ ਹਾਂ, ਬਾਣੀ ਦੀ ਵਿਚਾਰ ਕਰ ਰਹੇ ਹਾਂ, ਇਤਿਹਾਸ ਦੀ ਵਿਚਾਰ ਕਰ ਰਹੇ ਹਾਂ, ਤਾਂ ਹੁਣ ਜਦੋਂ ਇਹ ਪ੍ਰੋਗਰਾਮ ਇਹ ਜਸ ਪੰਜਾਬੀ ਰਾਹੀਂ ਸੰਗਤਾਂ ਤੱਕ ਜਾਣਾ, ਤੇ ਵਰਲਡ ਦੇ ਵਿੱਚ ਜਿੱਥੇ ਜਿੱਥੇ ਵੀ ਲੋਕ ਬੈਠੇ ਆ, ਜੀ ਕਿੱਥੋਂ ਤੱਕ ਇਹ ਬਾਤ ਜਿਹੜੀ ਆ ਤੇ ਹਰ ਇੱਕ ਦੀ ਸਮਝ 'ਚ ਆਉਣ ਵਾਲੀ ਗੱਲ ਹੈ। ਜੀ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਨੇ ਕਿਹਾ ਵੀ ਇਹ ਜਿਹੜੀ ਬਾਣੀ ਆ, ਇਹ ਜਿਹੜਾ ਸ਼ਬਦ ਆ, ਸ਼ਬਦ ਦਾ ਲੰਗਰ ਜਿਹੜਾ ਹੁਣ ਹਾਂਜੀ। ਚਲਾ ਰਹੇ, ਲੰਗਰ ਚੱਲਿਆ ਗੁਰ ਹਾਂਜੀ, ਸ਼ਬਦ ਹਾਰ ਹਾਂਜੀ। ਤੋਟ ਨਾ ਵੀ ਖੱਟੀ ਹੈ। ਇਹ ਸ਼ਬਦ ਦਾ ਲੰਗਰ ਸਾਰੀ ਦੁਨੀਆ ਵਾਸਤੇ ਆ, ਇਹ ਨਹੀਂ ਇਹ ਇਕੱਲੇ ਸਿੱਖਾਂ ਵਾਸਤੇ ਆ, ਇਹ ਇਕੱਲੇ ਹਿੰਦੂਆਂ ਵਾਸਤੇ ਆ, ਇਹ ਮੁਸਲਮਾਨਾਂ ਵਾਸਤੇ ਆ, ਜੀ। ਇਹ ਜੈਨੀਆਂ ਬੋਧੀਆਂ ਵਾਸਤੇ ਆ। ਨਹੀਂ, ਇੱਥੇ ਮੁਸਲਮਾਨ ਆਏ, ਇੱਥੇ ਹਿੰਦੂ ਆਵੇ, ਇੱਥੇ ਸਿੱਖ ਆਵੇ, ਜੈਨੀ ਆਏ, ਬੋਧੀ ਆਏ, ਇੱਥੇ ਯਹੂਦੀ ਆਏ, ਇੱਥੇ ਖੱਤਰੀ ਆਵੇ, ਬ੍ਰਾਹਮਣ ਆਵੇ, ਸ਼ੂਦਰ ਆਵੇ, ਵੈਸ਼ ਆਵੇ, ਉੱਚੀ ਜਾਤ ਦਾ ਆਵੇ, ਨੀਵੀਂ ਜਾਤ ਦਾ ਆਵੇ, ਕਿਸੇ ਰੰਗ ਨਸਲ ਦਾ ਆਵੇ, ਮਤਲਬ ਸਾਰੇ ਹੀ ਭਿੰਨ ਭੇਦ। ਹਰਿਮੰਦਰ ਸਾਹਿਬ ਦੇ ਅੰਦਰ ਗੁਰੂ ਗ੍ਰੰਥ ਸਾਹਿਬ ਦਾ ਸੰਨ 1604 ਦੇ ਵਿੱਚ ਪ੍ਰਕਾਸ਼ ਕਰਕੇ ਬਾਬਾ ਬੁੱਢਾ ਸਾਹਿਬ ਨੂੰ ਪਹਿਲੇ ਗ੍ਰੰਥੀ ਬਣਾਇਆ। ਉਸ ਹਰਿਮੰਦਰ ਸਾਹਿਬ ਦੇ 4 ਦਰਵਾਜ਼ੇ ਰੱਖੇ। ਜੀ 4 ਦਰਵਾਜ਼ਿਆਂ ਦਾ ਮਤਲਬ ਕੱਲਾ ਖੱਤਰੀ ਬ੍ਰਾਹਮਣ ਸ਼ੂਦਰ ਵੈਸ਼ ਹੀ ਨਹੀਂ ਆ ਹਾਂਜੀ ਕਿ ਉਹਨਾਂ ਵਾਸਤੇ ਸਾਂਝਾ ਨਾ। ਪੂਰਬ ਵਾਲੇ ਪਾਸਿਓਂ ਕੋਈ ਆਵੇ, ਪੱਛਮ ਵਾਲੇ ਪਾਸਿਓਂ ਕੋਈ ਆਵੇ, ਜੀ ਉੱਤਰ ਵਾਲੇ ਪਾਸਿਓਂ ਕੋਈ ਆਵੇ, ਦੱਖਣ ਵਾਲੇ ਪਾਸਿਓਂ ਕੋਈ ਆਏ, ਈਸਟ ਵੈਸਟ ਸਾਊਥ ਨਾਰਥ, ਕਿਸੇ ਪਾਸਿਓਂ ਕੋਈ ਆਵੇ। ਗਿਆਨੀ ਜੀ ਤੁਸੀਂ ਬਾਬਾ ਬੁੱਢਾ ਜੀ ਦਾ ਜ਼ਿਕਰ ਕੀਤਾ ਹੈ, ਇਹਦੇ ਬਾਰੇ ਮੈਂ ਥੋੜੀ ਜੀ ਜਾਣਕਾਰੀ ਤੁਹਾਡੇ ਤੋਂ ਪੁੱਛਣਾ ਚਾਹਾਂਗੀ। ਬਾਬਾ ਬੁੱਢਾ ਜੀ ਦੀ ਉਸ ਵੇਲੇ ਉਮਰ ਕਿੰਨੀ ਕੁ ਵੱਧ ਗਈ ਸੀ, ਫਿਰ ਵੀ ਉਹਨਾਂ ਨੂੰ ਇਸ ਸੇਵਾ ਲਈ ਚੁਣਿਆ ਗਿਆ? ਇਹਦੇ ਬਾਰੇ ਤੁਸੀਂ ਕੀ ਸਾਨੂੰ ਦੱਸ ਸਕਦੇ? ਬੜਾ ਵਧੀਆ ਸਵਾਲ ਹੈ। ਵੇਖੋ, ਖਿਮਾ ਕਰਨਾ, ਅੱਜ ਅਸੀਂ 60 ਸਾਲ ਦੀ ਉਮਰ 'ਚ ਰਿਟਾਇਰ ਕਰਦੇ ਨੇ। ਜੀ ਰਿਟਾਇਰ ਕਰਨ ਦਾ ਮਤਲਬ ਹੁੰਦਾ ਵੀ ਹੁਣ ਇਹ ਕੰਮ ਕਰਨ ਜੋਗਾ ਫਿਰ ਇਹਨੇ ਅਸਲੀਅਤ ਵੈਸੇ ਇਹ ਹੈ ਵੀ ਹੁਣ ਇਹਨੇ ਕੋਈ ਕੰਮ ਕਾਰ ਇੰਨਾ ਨਹੀਂ ਹੋ ਸਕਦਾ। ਜਾਂ ਜੀ ਹੁਣ ਮੈਂ ਜਦੋਂ ਇਹ ਕਈ ਵਾਰੀ ਕਥਾ ਕਰਦਾ ਨਹੀਂ ਬਾਬਾ ਬੁੱਢਾ ਸਾਹਿਬ ਦੀ, ਤਾਂ ਅਕਸਰ ਮੈਂ ਸਾਹਮਣੇ ਜਿੰਨੀ ਵੀ ਸੰਗਤ ਆ ਉਹਨਾਂ ਨੂੰ ਮੈਂ ਬੇਨਤੀ ਕਰਦਾ ਹੁੰਦਾ ਵੀ ਮੈਂ ਤੁਹਾਨੂੰ ਬਾਬਾ ਬੁੱਢਾ ਸਾਹਿਬ ਦੇ ਜਨਮ ਦੀ ਸੰਨ ਦੱਸਣੀ ਹੈ ਵੀ ਬਾਬਾ ਬੁੱਢਾ ਸਾਹਿਬ ਜੀ ਦਾ ਜਿਹੜਾ ਜਨਮ ਆ ਉਹ ਕਦੋਂ ਹੋਇਆ। ਹਾਂਜੀ ਤੇ ਹਰਿਮੰਦਰ ਸਾਹਿਬ ਦੇ ਅੰਦਰ ਗੁਰੂ ਗ੍ਰੰਥ ਸਾਹਿਬ ਜੀ ਦਾ ਜਿਹੜਾ ਪ੍ਰਕਾਸ਼ ਹੈ ਜੀ ਉਹ ਕਦੋਂ ਕੀਤਾ ਗਿਆ, ਜਦੋਂ ਬਾਬਾ ਬੁੱਢਾ ਸਾਹਿਬ ਹਰਿਮੰਦਰ ਸਾਹਿਬ ਦੇ ਪਹਿਲੇ ਹੈੱਡ ਗ੍ਰੰਥੀ ਬਣੇ। ਜੀ ਤਾਂ ਮੈਂ ਸੰਗਤ ਨੂੰ ਕਈ ਵਾਰੀ ਬੇਨਤੀ ਕਰਦਾ ਹਾਂ ਵੀ ਤੁਸੀਂ ਦੱਸੋ ਕਿੰਨੇ ਸਾਲਾਂ ਦਾ ਬਾਬਾ ਬੁੱਢਾ ਹੁਣ ਜਦੋਂ ਹਰਿਮੰਦਰ ਸਾਹਿਬ ਦੇ ਹੈੱਡ ਗ੍ਰੰਥੀ ਬਣੇ। ਬਾਬਾ ਬੁੱਢਾ ਸਾਹਿਬ ਜੀ ਦਾ ਜਿਹੜਾ ਇਹ ਜਨਮ ਆ ਉਹ ਹੈਗਾ ਸੰਨ 1506। ਹਰਿਮੰਦਰ ਸਾਹਿਬ ਦੇ ਅੰਦਰ ਗੁਰੂ ਗ੍ਰੰਥ ਸਾਹਿਬ ਦਾ ਪਹਿਲਾ ਪ੍ਰਕਾਸ਼ ਕੀਤਾ ਸੰਨ 1604। 1506 ਦਾ ਬਾਬਾ ਬੁੱਢਾ ਸਾਹਿਬ ਜੀ ਦਾ ਜਨਮ ਹੈ ਤੇ 1604 ਦੇ ਵਿੱਚ ਹਰਿਮੰਦਰ ਸਾਹਿਬ ਦੇ ਅੰਦਰ ਗੁਰੂ ਗ੍ਰੰਥ ਸਾਹਿਬ ਦਾ ਪਹਿਲਾ ਪ੍ਰਕਾਸ਼ ਕੀਤਾ। ਬਾਬਾ ਬੁੱਢਾ ਸਾਹਿਬ ਜੀ ਉਸ ਵਕਤ 98 ਸਾਲ ਦੇ ਆ, 98 years old ਬਾਬਾ ਬੁੱਢਾ ਸਾਹਿਬ।
ਔਰ ਇੱਕ ਬੜੀ ਪਿਆਰੀ ਬਾਤ ਮੈਂ ਆਪ ਜੀ ਨਾਲ ਔਰ ਸੰਗਤਾਂ ਨਾਲ ਜੀ। ਜਿਹੜੀਆਂ ਸੰਗਤਾਂ ਜੀ। ਨੇ ਸਰਵਣ ਕਰਨਾ ਉਹਨਾਂ ਲਈ ਸਾਂਝੀ ਕਰਨੀ ਆ। ਗੁਰੂ ਗ੍ਰੰਥ ਸਾਹਿਬ ਦਾ ਸਰੂਪ ਲਿਖਿਆ ਜਿੱਥੇ ਭਾਈ ਹਾਂਜੀ। ਗੁਰਦਾਸ ਜੀ ਤੋਂ ਲਿਖਵਾਇਆ, ਜੀ ਉਹ ਗੁਰਦੁਆਰਾ ਹੈਗਾ ਰਾਮਸਰ ਸਾਹਿਬ, ਅੰਮ੍ਰਿਤਸਰ। ਜੀ ਹੁਣ ਜਿਸ ਦਿਨ ਹਰਿਮੰਦਰ ਸਾਹਿਬ ਪ੍ਰਕਾਸ਼ ਕਰਨਾ, ਉੱਥੋਂ ਰਾਮਸਰ ਸਾਹਿਬ ਤੋਂ ਗੁਰੂ ਗ੍ਰੰਥ ਸਾਹਿਬ ਜੀ ਦਾ ਸਰੂਪ ਹਰਿਮੰਦਰ ਸਾਹਿਬ ਤੱਕ ਲੈ ਕੇ ਆਉਣਾ, ਆਪਣੇ ਸੀਸ ਦੇ ਉੱਤੇ ਆਪਣੇ ਸਿਰ ਤੇ ਚੁੱਕ ਕੇ। ਤਾਂ ਕਦੇ ਸੋਚ ਕੇ ਵੇਖੀਏ, ਆਪਾਂ ਆਪਣੇ ਆਪ ਨਾਲ ਗੱਲ ਕਰਕੇ ਵੇਖੀਏ ਕਦੀ, ਕਿ ਸਾਡੇ ਘਰ 'ਚ 98 ਸਾਲ ਦੀ ਉਮਰ ਦਾ ਕੋਈ ਬਜ਼ੁਰਗ ਹੋਵੇ, ਉਦੋਂ ਤੱਕ ਤਾਂ ਉਹਦੇ ਹਾਂਜੀ। ਪੋਤੇ ਪੜਪੋਤਰਿਆਂ ਤੱਕ ਹਾਂਜੀ। ਹੋ ਜਾਣੇ ਪੈਦਾ ਜੀ। ਪਰਿਵਾਰ 'ਚ, ਤਾਂ ਗੁਰਦੁਆਰੇ ਸਾਹਿਬੋਂ ਮਹਾਰਾਜ ਦਾ ਸਰੂਪ ਲੈ ਕੇ ਆਉਣਾ ਹੋਵੇ ਆਪਾਂ, ਤੇ ਭਾਵੇਂ ਆਪਾਂ ਇੱਕ ਬਲੌਕ ਹੀ ਜਾਣਾ ਹੋਵੇ ਨੇੜੇ, ਜੀ ਹਾਂਜੀ, ਤਾਂ 98 ਸਾਲ ਦਾ ਬਾਪੂ ਕਵੇ ਵੀ ਮੇਰੇ ਸਿਰ ਤੇ ਰੱਖ ਦਿਓ ਗੁਰੂ ਗ੍ਰੰਥ ਸਾਹਿਬ, ਤੇ ਆਪਾਂ ਉਹਨਾਂ ਨੂੰ ਕੀ ਕਵਾਂਗੇ ਵੀ ਨਹੀਂ ਬਾਪੂ ਜੀ, ਵੀ ਡੈਡੀ ਜੀ, ਬਾਪੂ ਜੀ, ਦਾਦਾ ਜੀ, ਪੜਦਾਦਾ ਜੀ, ਵੀ ਤੁਸੀਂ ਹਾਂਜੀ। ਨਾਲ ਤੁਰ ਲਾਓ, ਵੀ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਅਸੀਂ ਆਪਣੇ ਸਿਰ ਤੇ ਲੈ ਲੈਨੇ। ਪਰ ਗੁਰਮੁਖ ਬੁੱਢੇ ਕਦੇ ਨਹੀਂ ਜਿਨ੍ਹਾਂ ਅੰਦਰ ਸੁਰਤ ਗਿਆਨ। ਹੁਣ ਆ ਗਈ ਨਾ ਉਹ ਗੱਲ ਜਿਹੜੀ ਆਪ ਜੀ ਨੇ ਪਹਿਲਾਂ ਸਾਂਝੀ ਕੀਤੀ ਸੀ, ਵੀ ਮੇਰਾ ਆਦਤ ਆ ਕਿ ਮੈਂ ਐਗਜ਼ਾਮਪਲ ਜਿਹੜੀ ਉਹ ਯਤਨ ਕਰਦਾ ਵੀ ਬਾਣੀ ਦੇ ਵਿੱਚੋਂ ਮਿਲੇ, ਤੇ ਗੁਰੂ ਸਾਹਿਬ ਕਹਿ ਰਹੇ ਵੀ ਜਿਹੜਾ ਗੁਰਮੁਖ ਆ ਉਹ ਕਦੇ ਬੁੱਢਾ ਨਾ ਆਖੋ ਵੀ ਇਹ ਹੁਣ ਬਜ਼ੁਰਗ ਹੋ ਗਿਆ। ਹਾਂਜੀ। ਜਦੋਂ ਰਾਮਸਰ ਸਾਹਿਬ ਤੋਂ ਹਰਿਮੰਦਰ ਸਾਹਿਬ ਤੱਕ ਲੈ ਕੇ ਆਉਣਾ ਗੁਰੂ ਗ੍ਰੰਥ ਸਾਹਿਬ ਦਾ ਸਰੂਪ, ਤੇ ਗੁਰੂ ਅਰਜਨ ਦੇਵ ਸਾਹਿਬ ਇਦਾਂ ਬਾਬਾ ਬੁੱਢਾ ਸਾਹਿਬ ਨੂੰ ਕਹਿੰਦੇ ਆ, ਜੀ ਕਹਿੰਦੇ ਬੁੱਢਾ ਜੀ, ਨਿਜ ਸਿਰ ਪਰ ਧਾਰੋ ਅਬ ਗ੍ਰੰਥ, ਆਗੇ ਚਲੋ ਸੁਧਾ ਸਰ ਪੰਥ। ਸੁਧਾ ਸਰ ਸਰੋਵਰ ਨੂੰ ਕਹਿੰਦੇ ਹਰਿਮੰਦਰ ਸਾਹਿਬ ਹਾਂਜੀ ਵਾਲੇ। ਹਾਂਜੀ ਹਾਂਜੀ ਕਹਿੰਦੇ ਬਾਬਾ ਬੁੱਢਾ ਸਾਹਿਬ ਜੀ, ਇਹ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਤੁਸੀਂ ਆਪਣੇ ਸੀਸ ਦੇ ਉੱਤੇ ਚੁੱਕੋ ਤੇ ਹਰਿਮੰਦਰ ਸਾਹਿਬ ਵਾਲੇ ਪਾਸੇ ਨੂੰ ਚੱਲੋ। ਇੱਕ ਗੱਲ ਹੋਰ, ਜੀ ਬਾਬਾ ਬੁੱਢਾ ਸਾਹਿਬ ਨੂੰ ਹੀ ਕਿਉਂ ਚੁਣਿਆ ਹੈ? ਹਾਂਜੀ। ਬੜੇ ਬੜੇ ਸਿੱਖ ਹੋਰ ਗੁਰੂ ਅਰਜਨ ਦੇਵ ਸਾਹਿਬ ਦੇ ਸਾਹਮਣੇ ਸੀ। ਜੀ ਭਾਈ ਗੁਰਦਾਸ ਜੀ ਉੱਥੇ ਆ, ਭਾਈ ਬੰਨੂ, ਭਾਈ ਬਹਿਲੋ, ਬੜੇ ਸਿੱਖ, ਵਿਧੀ ਚੰਦ, ਬੜੇ ਸਿੱਖਾਂ ਦਾ ਨਾਮ ਲਿਆ ਜਾ ਸਕਦਾ। ਵੀ ਗੁਰੂ ਅਰਜਨ ਦੇਵ ਸਾਹਿਬ ਨੇ ਬਾਬਾ ਬੁੱਢਾ ਸਾਹਿਬ ਦੀ ਚੋਣ ਹੀ ਕਿਉਂ ਕੀਤੀ ਹਰਿਮੰਦਰ ਸਾਹਿਬ ਦੇ ਗ੍ਰੰਥੀ ਨਿਯੁਕਤ ਕਰਨ ਵਾਸਤੇ? ਇਹ ਵੀ ਇਤਿਹਾਸ ਵਿੱਚ ਲਿਖਿਆ ਹੋਇਆ। ਜੀ ਇੱਕ ਗ੍ਰੰਥ ਹੈ ਬੰਸਾਵਲੀ ਨਾਮਾ, ਹਾਂਜੀ। ਕੇਸਰ ਸਿੰਘ ਸ਼ਿੱਬਰ ਨੇ ਇਹ ਗ੍ਰੰਥ ਲਿਖਿਆ, ਉਹਦੇ ਲੇਖਕ ਨੇ। ਉਹਨਾਂ ਨੇ ਇੱਕ ਗੱਲ ਬੜੀ ਸੋਹਣੀ ਲਿਖੀ, ਮਹਿਮਾ ਪ੍ਰਕਾਸ਼ ਵਿੱਚ ਵੀ ਇਹ ਗੱਲ ਆਈ ਗ੍ਰੰਥ 'ਚ। ਉਹ ਲਿਖਦੇ ਆ ਵੀ ਬਾਬਾ ਬੁੱਢਾ ਸਾਹਿਬ ਨੂੰ ਕਿਉਂ ਚੋਣ ਕੀਤੀ। ਆਪਾਂ ਸਮੇਂ ਦੇ ਵਿੱਚ ਰਹਿ ਕੇ ਗੱਲ ਕਰਨੀ ਹੈ ਤਾਂ ਕਿ ਸਮਾਂ ਆਪਣਾ ਅੱਗੇ ਅੱਗੇ ਵੱਧ ਰਿਹਾ। ਤੇ ਗੁਰੂ ਅਰਜਨ ਦੇਵ ਸਾਹਿਬ ਵੇਖੋ ਕਿੰਨੀ ਦੂਰ ਅੰਦੇਸ਼ੀ ਸਤਿਗੁਰ ਦੀ। ਕਹਿੰਦੇ ਇਹਨਾਂ ਨੂੰ ਇਸ ਕਰਕੇ ਚੁਣਿਆ, ਗੁਰੂ ਨਾਨਕ ਦਰਸ਼ਨ ਇਨ ਕਰੇ, ਜੀ ਸੇਵਾ ਮੈਂ ਇਹ ਅਤ ਹਿਤ ਤਰੇ। ਬਾਬਾ ਬੁੱਢਾ ਉਹ ਸਿੱਖਿਆ ਜਿਹਨੇ ਗੁਰੂ ਨਾਨਕ ਦੇਵ ਜੀ ਦਾ ਵੀ ਦਰਸ਼ਨ ਕੀਤਾ, ਅੱਛਾ ਜੀ। ਜਿਹਨੇ ਗੁਰੂ ਅੰਗਦ ਦੇਵ ਸਾਹਿਬ ਦਾ ਵੀ ਦਰਸ਼ਨ ਕੀਤਾ, ਜਿਹਨੇ ਗੁਰੂ ਅਮਰਦਾਸ ਸਾਹਿਬ ਦਾ ਵੀ ਦਰਸ਼ਨ ਕੀਤਾ, ਜਿਨ੍ਹਾਂ ਨੇ ਗੁਰੂ ਰਾਮਦਾਸ ਸਾਹਿਬ ਦਾ ਵੀ ਦਰਸ਼ਨ ਕੀਤਾ। ਗੁਰੂ ਨਾਨਕ ਦੇਵ ਸਾਹਿਬ ਦੇ ਸਮੇਂ ਦੇ ਸਿੱਖਿਆ ਹਾਂਜੀ। ਬਾਬਾ ਬੁੱਢਾ ਸਾਹਿਬ। ਔਰ ਕਮਾਲ ਦੀ ਗੱਲ ਇਹ ਕਿ ਕੱਲਾ ਉਹਨਾਂ ਨੇ ਗੁਰੂ ਨਾਨਕ ਦਾ ਦਰਸ਼ਨ ਹੀ ਨਹੀਂ ਕੀਤਾ, ਉਹਨਾਂ ਦੀ ਸੇਵਾ ਵੀ ਕੀਤੀ ਹੈ। ਤੇ ਗੁਰੂ ਅਰਜਨ ਦੇਵ ਸਾਹਿਬ ਕਹਿੰਦੇ ਬਾਬਾ ਬੁੱਢਾ ਸਾਹਿਬ, ਇਹ ਤੁਹਾਡੇ ਹੱਥ ਗੁਰੂ ਨਾਨਕ ਦੇ ਚਰਨਾਂ ਨਾਲ ਲੱਗਦੇ ਰਹੇ ਆ ਨਾ, ਇਹਨਾਂ ਹੱਥਾਂ ਨਾਲ ਗੁਰੂ ਨਾਨਕ ਨੂੰ ਪ੍ਰਸ਼ਾਦਾ ਵੀ ਛਕਾਉਂਦੇ ਰਹੇ ਜੇ ਨਾ, ਜੀ ਇਹਨਾਂ ਹੱਥਾਂ ਨਾਲ ਗੁਰੂ ਨਾਨਕ ਦੇਵ ਸਾਹਿਬ ਨੂੰ ਦੁੱਧ ਵੀ ਪਿਆਉਂਦੇ ਰਹੇ ਜੇ, ਇਹਨਾਂ ਹੱਥਾਂ ਨਾਲ ਗੁਰੂ ਨਾਨਕ ਦੇਵ ਸਾਹਿਬ ਦੇ ਭਾਂਡੇ ਵੀ ਮਾਂਜਦੇ ਰਹੇ ਜੇ ਤੁਸੀਂ। ਜੀ ਉਹ ਕਹਿੰਦੇ ਵੀ ਹਾਂ। ਕਹਿੰਦੇ ਉਹ ਹੱਥ ਜਿਹੜੇ ਹੱਥ ਗੁਰੂ ਨਾਨਕ ਦੇਵ ਸਾਹਿਬ ਪਹਿਲੇ ਪਾਤਸ਼ਾਹ ਦੇ ਚਰਨਾਂ ਨਾਲ, ਗੁਰੂ ਅੰਗਦ ਦੇਵ, ਗੁਰੂ ਰਾਮਦਾਸ, ਗੁਰੂ ਅਰਜਨ ਦੇਵ ਦੇ ਚਰਨ, ਗੁਰੂ ਰਾਮਦਾਸ ਦੇ ਚਰਨਾਂ ਨਾਲ ਅੱਜ ਸਾਡੇ ਚਰਨਾਂ ਨਾਲ ਲੱਗ ਰਹੇ ਆ। ਜੀ ਇਹ ਸੀਸ, ਇਹ ਮੱਥਾ ਜਿਹੜਾ ਗੁਰੂ ਨਾਨਕ ਦੇ ਚਰਨਾਂ ਨਾਲ ਲੱਗਦਾ ਰਿਹਾ ਜਦੋਂ ਮੱਥਾ ਟੇਕਦੇ ਹੋਵੋਗੇ, ਅੱਜ ਇਹਨਾਂ ਹੱਥਾਂ ਨਾਲ ਉਸ ਸੀਸ ਦੇ ਉੱਤੇ ਤੁਸੀਂ ਗੁਰੂ ਗ੍ਰੰਥ ਸਾਹਿਬ ਹਰਿਮੰਦਰ ਸਾਹਿਬ ਦੇ ਅੰਦਰ ਲੈ ਕੇ ਜਾਣਾ। ਤੇ ਜਿਨ੍ਹਾਂ ਹੱਥਾਂ ਨਾਲ ਬਾਬੇ ਨਾਨਕ ਦੀ ਸੇਵਾ ਕਰਦੇ ਰਹੇ ਜੇ, ਉਹਨਾਂ ਹੱਥਾਂ ਨਾਲ ਤੁਸੀਂ ਹਰਿਮੰਦਰ ਸਾਹਿਬ ਦੇ ਅੰਦਰ ਆਪਣੇ ਹੱਥੀਂ ਗੁਰੂ ਗ੍ਰੰਥ ਸਾਹਿਬ ਦਾ ਪਹਿਲਾ ਪ੍ਰਕਾਸ਼ ਕਰਨਾ। ਇਸ ਕਰਕੇ ਬਾਬਾ ਬੁੱਢਾ ਸਾਹਿਬ ਜੀ ਤੁਸੀਂ ਮਹਾਨ ਹੋ, ਕਿਉਂਕਿ ਤੁਸੀਂ ਗੁਰੂ ਨਾਨਕ ਦੇਵ ਸਾਹਿਬ ਦੇ ਸਮੇਂ ਦੀ ਸਿੱਖੀ ਧਾਰਨ ਕੀਤੀ ਹੋਈ ਹੈ। ਜੀ ਔਰ ਬਾਬਾ ਬੁੱਢਾ ਸਾਹਿਬ ਨੇ ਇਹ ਰਹਿ ਨਾ ਜਾਵੇ ਆਪਣੇ ਅੱਜ ਦੇ ਐਪੀਸੋਡ 'ਚ ਕਿ ਬਾਬਾ ਬੁੱਢਾ ਸਾਹਿਬ ਨੇ ਹਰਿਮੰਦਰ ਸਾਹਿਬ ਦੇ ਅੰਦਰ ਪ੍ਰਕਾਸ਼ ਕੀਤਾ। ਔਰ ਇੱਕ ਨੁਕਤੇ ਦੀ ਗੱਲ ਜਿਹੜੀ ਇਤਿਹਾਸ ਦੇ ਪੰਨਿਆਂ ਤੇ ਬਹੁਤ ਘੱਟ ਆਈ ਆ, ਜੀ ਜ਼ਰੂਰੀ ਨਹੀਂ ਹੈ ਸਾਰਾ ਕੁਝ ਕਿਤਾਬਾਂ 'ਚੋਂ ਹੀ ਮਿਲਦਾ ਹੋਵੇ। ਹਾਂਜੀ।
ਬਹੁਤ ਕੁਛ ਅਸ਼ਮਿਤਾ ਭੈਣ ਜੀ ਐਸਾ ਹੈਗਾ ਜਿਹੜਾ ਵਿਦਵਾਨਾਂ ਦੀ ਸੰਗਤ 'ਚ ਬਹਿ ਕੇ ਵੀ ਮਿਲਦਾ ਹੈ। ਜੀ। ਬਹੁਤ ਕੁਛ ਐਸਾ ਹੈ ਜਿਹੜਾ ਬਜ਼ੁਰਗਾਂ ਦੀ ਸੰਗਤ ਵਿੱਚ ਬਹਿ ਕੇ ਵੀ ਮਿਲਦਾ ਹੈ, ਤੇ ਬਹੁਤ ਕੁਛ ਐਸਾ ਹੈ ਜਿਹੜਾ ਜੁੜਿਆਂ ਹੋਇਆਂ ਦੀ ਸੰਗਤ ਵਿੱਚ ਬਹਿ ਕੇ ਮਿਲਦਾ ਹੈ। ਜੀ ਬਿਲਕੁਲ। ਸਭ ਤੋਂ ਪਹਿਲੇ ਹਰਿਮੰਦਰ ਸਾਹਿਬ ਦੇ ਗ੍ਰੰਥੀ ਬਾਬਾ ਬੁੱਢਾ ਸਾਹਿਬ। ਹੁਣ ਕੋਈ ਕੁਐਸਚਨ ਕਰੇ, ਜਿਹੜਾ ਅੱਜ ਗੁਰੂ ਗ੍ਰੰਥ ਸਾਹਿਬ ਜੀ ਦੇ ਉੱਪਰ ਆਪਾਂ ਚੌਰ ਸਾਹਿਬ ਕਰਦੇ ਹਾਂ, ਹਾਂਜੀ। ਸਭ ਤੋਂ ਪਹਿਲਾ ਚੌਰ ਬਰਦਾਰ ਕੌਣ ਹੈ? ਜਿਹੜਾ ਗੁਰੂ ਗ੍ਰੰਥ ਸਾਹਿਬ ਦੇ ਉੱਪਰ ਚੌਰ ਕਰਦਾ ਉਹਨੂੰ ਚੌਰ ਬਰਦਾਰ ਕਹਿੰਦੇ ਆ। ਹਾਂਜੀ। ਹਰਿਮੰਦਰ ਸਾਹਿਬ ਅੱਜ ਦਰਬਾਰ ਸਾਹਿਬ ਤੁਸੀਂ ਦੇਖਦੇ ਹੋਵੋਗੇ, ਜਦੋਂ ਨਮਸਕਾਰ ਕਰਦੇ ਹੋ, ਪ੍ਰੋਗਰਾਮ ਦੇਖਦੇ ਜੇ, ਇੱਕ ਤੇ ਸਿੰਘ ਸਾਹਿਬ ਨੇ ਜਿਹੜੇ ਹਰਿਮੰਦਰ ਸਾਹਿਬ ਗੁਰੂ ਗ੍ਰੰਥ ਸਾਹਿਬ ਦੀ ਤਾਬਿਆਂ 'ਚ ਬੈਠੇ ਆ। ਹਾਂਜੀ। ਜਿਹੜੇ ਦੋ ਸਿੰਘ, ਇੱਕ ਸੱਜੇ ਪਾਸੇ ਇੱਕ ਖੱਬੇ ਪਾਸੇ ਹਰਿਮੰਦਰ ਸਾਹਿਬ ਬੈਠੇ ਆ ਨਾ, ਹਾਂਜੀ। ਗੁਰੂ ਗ੍ਰੰਥ ਸਾਹਿਬ, ਉਹ ਗੁਰੂ ਗ੍ਰੰਥ ਸਾਹਿਬ ਦੇ ਚੌਰ ਬਰਦਾਰ ਨੇ। ਉਹਨਾਂ ਦੀ ਜਿਹੜੀ ਭਰਤੀ ਹੋਈ ਆ ਉੱਥੇ ਸੇਵਾ, ਉਹ ਗੁਰੂ ਗ੍ਰੰਥ ਸਾਹਿਬ ਜੀ ਦੇ ਉੱਪਰ ਚੌਰ ਕਰਦੇ ਨੇ। ਉਹ ਜੀ। ਗੁਰੂ ਗ੍ਰੰਥ ਸਾਹਿਬ ਦੇ ਪਹਿਲੇ ਗ੍ਰੰਥੀ ਹਰਿਮੰਦਰ ਸਾਹਿਬ ਦੇ ਬਾਬਾ ਬੁੱਢਾ ਸਾਹਿਬ। ਸਾਰਿਆਂ ਤੋਂ ਪਹਿਲਾਂ ਗੁਰੂ ਗ੍ਰੰਥ ਸਾਹਿਬ ਦਾ ਚੌਰ ਬਰਦਾਰ ਕੌਣ ਹੈ ਜੀ? ਮਾਫ ਕਰਨਾ, ਅੱਜ ਕਦੇ ਕਦੇ ਅਸੀਂ ਗੁਰੂ ਗ੍ਰੰਥ ਸਾਹਿਬ ਜੀ ਦੇ ਉੱਪਰ ਚੌਰ ਕਰਨਾ ਹੋਵੇ ਨਾ, ਤੇ ਆਪਾਂ ਕਈ ਵਾਰੀ ਕਿਸੇ ਨੂੰ ਵੀ ਕਹਿ ਦਿੰਦੇ ਉਹ ਤੋਂ 5 ਮਿੰਟ ਚੌਰ ਕਰੀ। ਬੜੀ ਵੱਡੀ ਸੇਵਾ ਹੈ। ਹਾਂਜੀ। ਜਦੋਂ ਰਾਮਸਰ ਸਾਹਿਬ ਤੋਂ ਹਰਿਮੰਦਰ ਸਾਹਿਬ ਗੁਰੂ ਗ੍ਰੰਥ ਸਾਹਿਬ ਜੀ ਦਾ ਸਰੂਪ ਲੈ ਕੇ ਆਉਣਾ, ਆਪਣੇ ਸੀਸ ਦੇ ਉੱਤੇ ਤੇ ਬਾਬਾ ਬੁੱਢਾ ਸਾਹਿਬ ਨੇ ਚੁੱਕ ਲਏ। ਹਾਂਜੀ। ਪਰ ਆਪਣੇ ਚਰਨਾਂ ਚੋਂ, ਆਪਣੇ ਪੈਰਾਂ ਚੋਂ ਜੋੜਾ ਗੁਰੂ ਅਰਜਨ ਦੇਵ ਨੇ ਲਾਤਾ ਤੇ ਚੌਰ ਆਪਣੇ ਹੱਥ 'ਚ ਫੜ ਲਿਆ। ਮੈਂ ਜਿਹੜੀ ਗੱਲ ਕੀਤੀ ਕਿ ਸਾਰਾ ਕੁਝ ਜ਼ਰੂਰੀ ਨਹੀਂ ਕਿਤਾਬਾਂ ਵਿੱਚੋਂ ਤੁਹਾਨੂੰ ਮਿਲਦਾ ਹੋਵੇ। ਸਭ ਤੋਂ ਪਹਿਲਾ ਗੁਰੂ ਗ੍ਰੰਥ ਸਾਹਿਬ ਜੀ ਦਾ ਚੌਰ ਬਰਦਾਰ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ, ਜਿਹੜੇ ਰਾਮਸਰ ਸਾਹਿਬ ਤੋਂ ਲੈ ਕੇ, ਜਿਹੜਾ ਅੰਮ੍ਰਿਤਸਰ ਸਾਹਿਬ ਬਾਬਾ ਦੀਪ ਸਿੰਘ ਜੀ ਦਾ ਗੁਰਦੁਆਰਾ ਨਾ, ਉਹਦੇ ਨੇੜੇ ਆ ਰਾਮਸਰ ਸਾਹਿਬ, ਹਰਿਮੰਦਰ ਸਾਹਿਬ ਤੱਕ ਉੱਥੋਂ ਲੈ ਕੇ ਗੁਰੂ ਅਰਜਨ ਦੇਵ ਸਾਹਿਬ ਨੰਗੇ ਚਰਨੀ, ਨੰਗੇ ਪੈਰੀ ਗੁਰੂ ਗ੍ਰੰਥ ਸਾਹਿਬ ਤੇ ਚੌਰ ਕਰਕੇ ਆਏ। ਤੇ ਜਿਸ ਦਿਨ ਤੋਂ ਹਰਿਮੰਦਰ ਸਾਹਿਬ ਦੇ ਅੰਦਰ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਕਰ ਦਿੱਤਾ, ਗੁਰੂ ਅਰਜਨ ਦੇਵ ਸਾਹਿਬ ਨੇ ਆਪਣਾ ਆਸਣ ਲਾਉਣਾ ਛੱਡ ਦਿੱਤਾ। ਆਸਣ ਨਹੀਂ ਲਾ ਕੇ ਬੈਠਦੇ। ਜਿੱਥੇ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਹੈ, ਉਹਦੇ ਸੱਜੇ ਹੱਥ ਜਿੱਥੇ ਕੀਰਤਨੀਏ ਬੈਠਦੇ, ਹੁਣ ਕੀਰਤਨ ਕਰਦੇ, ਇਹਦੇ ਨਾਲ ਗੁਰੂ ਅਰਜਨ ਦੇਵ ਸਾਹਿਬ ਚੌਂਕੜਾ ਮਾਰ ਕੇ ਬੈਠਦੇ ਸੀ। ਤੇ ਚੌਰ ਗੁਰੂ ਗ੍ਰੰਥ ਸਾਹਿਬ ਜੀ ਦੇ ਉੱਪਰ ਹੁੰਦਾ ਸੀ। ਤੇ ਬਾਬਾ ਬੁੱਢਾ ਸਾਹਿਬ ਨੇ ਪ੍ਰਕਾਸ਼ ਕਰਕੇ ਪਹਿਲਾ ਹੁਕਮਨਾਮਾ ਉਸ ਵਕਤ ਜਿਹੜਾ ਆਇਆ ਸੀ, ਉਹ ਸੂਹੀ ਮਹੱਲਾ ਪੰਜਵਾਂ, ਸੰਤਾਂ ਕੇ ਕਾਰਜ ਆਪ ਖਲੋਇਆ, ਹਰ ਕੰਮ ਕਰਾਵਣ ਆਇਆ ਰਾਮ, ਧਰਤ ਸੁਹਾਵੀ ਤਾਲ ਸੁਹਾਵਾ, ਵਿੱਚ ਅੰਮ੍ਰਿਤ ਜਲ ਛਾਇਆ ਰਾਮ। ਇੱਥੇ ਇਹ ਵੀ ਜੇ ਸਮਾਂ ਹੋਏ ਤਾਂ ਮੈਂ ਤੁਹਾਨੂੰ ਦੱਸਣਾ ਚਾਹੂੰਗਾ, 3 ਹੁਕਮਨਾਮੇ ਇਤਿਹਾਸਕ ਹੁਕਮਨਾਮੇ। ਜੀ। ਹੁਕਮਨਾਮੇ ਤੇ ਹੋਰ ਵੀ ਇਤਿਹਾਸਕ ਬਹੁਤ ਹਨ ਜਿਨ੍ਹਾਂ ਦਾ ਇਤਿਹਾਸ ਵਿੱਚ ਜ਼ਿਕਰ ਆਇਆ, ਪਰ 3 ਹੁਕਮਨਾਮਿਆਂ ਦਾ ਜ਼ਿਕਰ ਕਰਨਾ ਬਹੁਤ ਜ਼ਰੂਰੀ, ਔਰ ਸਾਡੇ ਖਾਸ ਕਰਕੇ ਸਿੱਖਾਂ ਨੂੰ ਇਹਨਾਂ ਬਾਰੇ ਪਤਾ ਹੋਣਾ ਚਾਹੀਦਾ। ਗਿਆਨੀ ਜੀ, ਮਾਫੀ ਮੰਗਦੀ ਹਾਂ, ਇੱਥੇ ਇੱਕ ਬ੍ਰੇਕ ਦਾ ਸਮਾਂ ਆ ਗਿਆ ਹੈ। ਇਨ ਜੋ 3 ਹੁਕਮਨਾਮਿਆਂ ਦਾ ਤੁਸੀਂ ਜ਼ਿਕਰ ਕੀਤਾ, ਇਹਦੇ ਬਾਰੇ ਗੱਲ ਸ਼ੁਰੂ ਕਰਾਂਗੇ ਬ੍ਰੇਕ ਤੋਂ ਉਸ ਪਾਰ। ਗਿਆਨੀ ਜੀ, ਤੁਸੀਂ ਬਾਬਾ ਬੁੱਢਾ ਜੀ ਦਾ ਜ਼ਿਕਰ ਕੀਤਾ ਹੈ, ਇਹਦੇ ਬਾਰੇ ਮੈਂ ਥੋੜ੍ਹੀ ਜਿਹੀ ਜਾਣਕਾਰੀ ਤੁਹਾਡੇ ਤੋਂ ਪੁੱਛਣਾ ਚਾਹਾਂਗੀ। ਬਾਬਾ ਬੁੱਢਾ ਜੀ ਦੀ ਉਸ ਵੇਲੇ ਉਮਰ ਕਿੰਨੀ ਕੁ ਵੱਧ ਗਈ ਸੀ, ਫਿਰ ਵੀ ਉਹਨਾਂ ਨੂੰ ਇਸ ਸੇਵਾ ਲਈ ਚੁਣਿਆ ਗਿਆ? ਇਹਦੇ ਬਾਰੇ ਤੁਸੀਂ ਕੀ ਸਾਨੂੰ ਦੱਸ ਸਕਦੇ? ਬੜਾ ਵਧੀਆ ਸਵਾਲ ਹੈ। ਵੇਖੋ, ਖਿਮਾ ਕਰਨਾ, ਅੱਜ ਅਸੀਂ 60 ਸਾਲ ਦੀ ਉਮਰ 'ਚ ਰਿਟਾਇਰ ਕਰਦੇ ਨੇ। ਰਿਟਾਇਰ ਕਰਨ ਦਾ ਮਤਲਬ ਹੁੰਦਾ ਵੀ ਹੁਣ ਇਹ ਕੰਮ ਕਰਨ ਜੋਗਾ, ਫਿਰ ਅਸਲੀਅਤ ਵੈਸੇ ਇਹ ਹੈ ਵੀ ਹੁਣ ਇਹਨੇ ਕੋਈ ਕੰਮ ਕਾਰ ਇੰਨਾ ਨਹੀਂ ਹੋ ਸਕਦਾ। ਜਾਂ ਹੁਣ ਮੈਂ ਜਦੋਂ ਇਹ ਕਈ ਵਾਰੀ ਕਥਾ ਕਰਦਾ ਨਹੀਂ ਬਾਬਾ ਬੁੱਢਾ ਸਾਹਿਬ ਦੀ, ਤਾਂ ਅਕਸਰ ਮੈਂ ਸਾਹਮਣੇ ਜਿੰਨੀ ਵੀ ਸੰਗਤ ਆ ਉਹਨਾਂ ਨੂੰ ਮੈਂ ਬੇਨਤੀ ਕਰਦਾ ਹੁੰਦਾ ਵੀ ਮੈਂ ਤੁਹਾਨੂੰ ਬਾਬਾ ਬੁੱਢਾ ਸਾਹਿਬ ਦੇ ਜਨਮ ਦੀ ਸੰਨ ਦੱਸਣੀ ਹੈ, ਵੀ ਬਾਬਾ ਬੁੱਢਾ ਸਾਹਿਬ ਜੀ ਦਾ ਜਿਹੜਾ ਜਨਮ ਆ ਉਹ ਕਦੋਂ ਹੋਇਆ, ਤੇ ਹਰਿਮੰਦਰ ਸਾਹਿਬ ਦੇ ਅੰਦਰ ਗੁਰੂ ਗ੍ਰੰਥ ਸਾਹਿਬ ਜੀ ਦਾ ਜਿਹੜਾ ਪ੍ਰਕਾਸ਼ ਹੈ ਉਹ ਕਦੋਂ ਕੀਤਾ ਗਿਆ, ਜਦੋਂ ਬਾਬਾ ਬੁੱਢਾ ਸਾਹਿਬ ਹਰਿਮੰਦਰ ਸਾਹਿਬ ਦੇ ਪਹਿਲੇ ਹੈੱਡ ਗ੍ਰੰਥੀ ਬਣੇ। ਤਾਂ ਮੈਂ ਸੰਗਤ ਨੂੰ ਕਈ ਵਾਰੀ ਬੇਨਤੀ ਕਰਦਾ ਹਾਂ, ਵੀ ਤੁਸੀਂ ਦੱਸੋ ਕਿੰਨੇ ਸਾਲਾਂ ਦਾ ਬਾਬਾ ਬੁੱਢਾ ਹੁਣ, ਜਦੋਂ ਹਰਿਮੰਦਰ ਸਾਹਿਬ ਦੇ ਹੈੱਡ ਗ੍ਰੰਥੀ ਬਣੇ। ਬਾਬਾ ਬੁੱਢਾ ਸਾਹਿਬ ਜੀ ਦਾ ਜਿਹੜਾ ਇਹ ਜਨਮ ਆ ਉਹ ਹੈਗਾ ਸੰਨ 1506। ਹਰਿਮੰਦਰ ਸਾਹਿਬ ਦੇ ਅੰਦਰ ਗੁਰੂ ਗ੍ਰੰਥ ਸਾਹਿਬ ਦਾ ਪਹਿਲਾ ਪ੍ਰਕਾਸ਼ ਕੀਤਾ ਸੰਨ 1604। 1506 ਦਾ ਬਾਬਾ ਬੁੱਢਾ ਸਾਹਿਬ ਜੀ ਦਾ ਜਨਮ ਆ, ਤੇ 1604 ਦੇ ਵਿੱਚ ਹਰਿਮੰਦਰ ਸਾਹਿਬ ਦੇ ਅੰਦਰ ਗੁਰੂ ਗ੍ਰੰਥ ਸਾਹਿਬ ਦਾ ਪਹਿਲਾ ਪ੍ਰਕਾਸ਼ ਕੀਤਾ।
ਬਾਬਾ ਬੁੱਢਾ ਸਾਹਿਬ ਜੀ ਉਸ ਵਕਤ 98 ਸਾਲ ਦੇ ਆ, 98 years old ਬਾਬਾ ਬੁੱਢਾ ਸਾਹਿਬ। ਔਰ ਇੱਕ ਬੜੀ ਪਿਆਰੀ ਬਾਤ ਮੈਂ ਆਪ ਜੀ ਨਾਲ ਔਰ ਸੰਗਤਾਂ ਨਾਲ, ਜਿਹੜੀਆਂ ਸੰਗਤਾਂ ਨੇ ਸਰਵਣ ਕਰਨਾ, ਉਹਨਾਂ ਲਈ ਸਾਂਝੀ ਕਰਨੀ ਆ। ਗੁਰੂ ਗ੍ਰੰਥ ਸਾਹਿਬ ਦਾ ਸਰੂਪ ਲਿਖਿਆ ਜਿੱਥੇ ਭਾਈ ਗੁਰਦਾਸ ਜੀ ਤੋਂ ਲਿਖਵਾਇਆ ਜੀ, ਉਹ ਗੁਰਦੁਆਰਾ ਹੈਗਾ ਰਾਮਸਰ ਸਾਹਿਬ, ਅੰਮ੍ਰਿਤਸਰ ਜੀ। ਹੁਣ ਜਿਸ ਦਿਨ ਹਰਿਮੰਦਰ ਸਾਹਿਬ ਪ੍ਰਕਾਸ਼ ਕਰਨਾ, ਉੱਥੋਂ ਰਾਮਸਰ ਸਾਹਿਬ ਤੋਂ ਗੁਰੂ ਗ੍ਰੰਥ ਸਾਹਿਬ ਜੀ ਦਾ ਸਰੂਪ ਹਰਿਮੰਦਰ ਸਾਹਿਬ ਤੱਕ ਲੈ ਕੇ ਆਉਣਾ, ਆਪਣੇ ਸੀਸ ਦੇ ਉੱਤੇ, ਆਪਣੇ ਸਿਰ ਤੇ ਚੁੱਕ ਕੇ। ਤਾਂ ਕਦੇ ਸੋਚ ਕੇ ਵੇਖੀਏ, ਆਪਾਂ ਆਪਣੇ ਆਪ ਨਾਲ ਗੱਲ ਕਰਕੇ ਵੇਖੀਏ ਕਦੀ, ਕਿ ਸਾਡੇ ਘਰ 'ਚ 98 ਸਾਲ ਦੀ ਉਮਰ ਦਾ ਕੋਈ ਬਜ਼ੁਰਗ ਹੋਵੇ, ਉਦੋਂ ਤੱਕ ਤਾਂ ਉਹਦੇ ਪੋਤੇ ਪੜਪੋਤਰਿਆਂ ਤੱਕ ਹੋ ਜਾਣੇ ਪੈਦਾ ਪਰਿਵਾਰ 'ਚ, ਤਾਂ ਗੁਰਦੁਆਰੇ ਸਾਹਿਬ ਮਹਾਰਾਜ ਦਾ ਸਰੂਪ ਲੈ ਕੇ ਆਉਣਾ ਹੋਵੇ ਆਪਾਂ, ਤੇ ਭਾਵੇਂ ਆਪਾਂ ਇੱਕ ਬਲੌਕ ਹੀ ਜਾਣਾ ਹੋਵੇ ਨੇੜੇ ਜੀ, ਹਾਂਜੀ, ਤਾਂ 98 ਸਾਲ ਦਾ ਬਾਪੂ ਕਵੇ ਵੀ ਮੇਰੇ ਸਿਰ ਤੇ ਰੱਖ ਦਿਓ ਗੁਰੂ ਗ੍ਰੰਥ ਸਾਹਿਬ, ਤੇ ਆਪਾਂ ਉਹਨਾਂ ਨੂੰ ਕੀ ਕਵਾਂਗੇ ਵੀ ਨਹੀਂ ਬਾਪੂ ਜੀ, ਵੀ ਡੈਡੀ ਜੀ, ਬਾਪੂ ਜੀ, ਦਾਦਾ ਜੀ, ਪੜਦਾਦਾ ਜੀ ਵੀ ਤੁਸੀਂ ਨਾਲ ਤੁਰ ਲਓ, ਵੀ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਅਸੀਂ ਆਪਣੇ ਸਿਰ ਤੇ ਲੈ ਲੈਨੇ। ਪਰ ਗੁਰਮੁਖ ਬੁੱਢੇ ਕਦੇ ਨਹੀਂ ਜਿਨ੍ਹਾਂ ਅੰਦਰ ਸੁਰਤ ਗਿਆਨ। ਹੁਣ ਆ ਗਈ ਨਾ ਉਹ ਗੱਲ ਜਿਹੜੀ ਆਪ ਜੀ ਨੇ ਪਹਿਲਾਂ ਸਾਂਝੀ ਕੀਤੀ ਸੀ, ਵੀ ਮੇਰਾ ਆਦਤ ਆ ਕਿ ਮੈਂ ਐਗਜ਼ਾਮਪਲ ਜਿਹੜੀ ਉਹ ਯਤਨ ਕਰਦਾ ਵੀ ਬਾਣੀ ਦੇ ਵਿੱਚੋਂ ਮਿਲੇ, ਤੇ ਗੁਰੂ ਸਾਹਿਬ ਕਹਿ ਰਹੇ ਵੀ ਜਿਹੜਾ ਗੁਰਮੁਖ ਆ ਉਹ ਕਦੇ ਬੁੱਢਾ ਨਾ ਆਖੋ ਵੀ ਇਹ ਹੁਣ ਬਜ਼ੁਰਗ ਹੋ ਗਿਆ। ਹਾਂਜੀ। ਜਦੋਂ ਰਾਮਸਰ ਸਾਹਿਬ ਤੋਂ ਹਰਿਮੰਦਰ ਸਾਹਿਬ ਤੱਕ ਲੈ ਕੇ ਆਉਣਾ ਗੁਰੂ ਗ੍ਰੰਥ ਸਾਹਿਬ ਦਾ ਸਰੂਪ, ਤੇ ਗੁਰੂ ਅਰਜਨ ਦੇਵ ਸਾਹਿਬ ਇਦਾਂ ਬਾਬਾ ਬੁੱਢਾ ਸਾਹਿਬ ਨੂੰ ਕਹਿੰਦੇ ਆ ਜੀ, ਕਹਿੰਦੇ ਬੁੱਢਾ ਜੀ, ਨਿਜ ਸਿਰ ਪਰ ਧਾਰੋ ਅਬ ਗ੍ਰੰਥ, ਆਗੇ ਚਲੋ ਸੁਧਾ ਸਰ ਪੰਥ। ਸੁਧਾ ਸਰ ਸਰੋਵਰ ਨੂੰ ਕਹਿੰਦੇ ਹਰਿਮੰਦਰ ਸਾਹਿਬ ਵਾਲੇ। ਹਾਂਜੀ ਹਾਂਜੀ। ਕਹਿੰਦੇ ਬਾਬਾ ਬੁੱਢਾ ਸਾਹਿਬ ਜੀ, ਇਹ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਤੁਸੀਂ ਆਪਣੇ ਸੀਸ ਦੇ ਉੱਤੇ ਚੁੱਕੋ ਤੇ ਹਰਿਮੰਦਰ ਸਾਹਿਬ ਵਾਲੇ ਪਾਸੇ ਨੂੰ ਚੱਲੋ। ਇੱਕ ਗੱਲ ਹੋਰ ਜੀ, ਬਾਬਾ ਬੁੱਢਾ ਸਾਹਿਬ ਨੂੰ ਹੀ ਕਿਉਂ ਚੁਣਿਆ ਹੈ? ਹਾਂਜੀ। ਬੜੇ ਬੜੇ ਸਿੱਖ ਹੋਰ ਗੁਰੂ ਅਰਜਨ ਦੇਵ ਸਾਹਿਬ ਦੇ ਸਾਹਮਣੇ ਸੀ ਜੀ, ਭਾਈ ਗੁਰਦਾਸ ਜੀ ਉੱਥੇ, ਭਾਈ ਬੰਨੂ, ਭਾਈ ਬਹਿਲੋ, ਬੜੇ ਸਿੱਖ, ਵਿਧੀ ਚੰਦ, ਬੜੇ ਸਿੱਖਾਂ ਦਾ ਨਾਮ ਲਿਆ ਜਾ ਸਕਦਾ। ਵੀ ਗੁਰੂ ਅਰਜਨ ਦੇਵ ਸਾਹਿਬ ਨੇ ਬਾਬਾ ਬੁੱਢਾ ਸਾਹਿਬ ਦੀ ਚੋਣ ਹੀ ਕਿਉਂ ਕੀਤੀ ਹਰਿਮੰਦਰ ਸਾਹਿਬ ਦੇ ਗ੍ਰੰਥੀ ਨਿਯੁਕਤ ਕਰਨ ਵਾਸਤੇ? ਇਹ ਵੀ ਇਤਿਹਾਸ ਵਿੱਚ ਲਿਖਿਆ ਹੋਇਆ ਜੀ। ਇੱਕ ਗ੍ਰੰਥ ਹੈ ਬੰਸਾਵਲੀ ਨਾਮਾ, ਹਾਂਜੀ, ਕੇਸਰ ਸਿੰਘ ਸ਼ਿੱਬਰ ਨੇ ਇਹ ਗ੍ਰੰਥ ਲਿਖਿਆ, ਉਹਦੇ ਲੇਖਕ ਨੇ। ਉਹਨਾਂ ਨੇ ਇੱਕ ਗੱਲ ਬੜੀ ਸੋਹਣੀ ਲਿਖੀ, ਮਹਿਮਾ ਪ੍ਰਕਾਸ਼ ਵਿੱਚ ਵੀ ਇਹ ਗੱਲ ਆਈ ਗ੍ਰੰਥ 'ਚ। ਉਹ ਲਿਖਦੇ ਆ ਵੀ ਬਾਬਾ ਬੁੱਢਾ ਸਾਹਿਬ ਨੂੰ ਕਿਉਂ ਚੋਣ ਕੀਤੀ। ਆਪਾਂ ਸਮੇਂ ਦੇ ਵਿੱਚ ਰਹਿ ਕੇ ਗੱਲ ਕਰਨੀ ਹੈ ਤਾਂ ਕਿ ਸਮਾਂ ਆਪਣਾ ਅੱਗੇ ਅੱਗੇ ਵੱਧ ਰਿਹਾ। ਤੇ ਗੁਰੂ ਅਰਜਨ ਦੇਵ ਸਾਹਿਬ ਵੇਖੋ ਕਿੰਨੀ ਦੂਰ ਅੰਦੇਸ਼ੀ ਸਤਿਗੁਰ ਦੀ। ਕਹਿੰਦੇ ਇਹਨਾਂ ਨੂੰ ਇਸ ਕਰਕੇ ਚੁਣਿਆ, ਗੁਰੂ ਨਾਨਕ ਦਰਸ਼ਨ ਇਨ ਕਰੇ ਜੀ, ਸੇਵਾ ਮੈਂ ਇਹ ਅਤ ਹਿਤ ਤਰੇ। ਬਾਬਾ ਬੁੱਢਾ ਉਹ ਸਿੱਖ ਆ ਜਿਹਨੇ ਗੁਰੂ ਨਾਨਕ ਦੇਵ ਜੀ ਦਾ ਵੀ ਦਰਸ਼ਨ ਕੀਤਾ, ਅੱਛਾ ਜੀ, ਜਿਹਨੇ ਗੁਰੂ ਅੰਗਦ ਦੇਵ ਸਾਹਿਬ ਦਾ ਵੀ ਦਰਸ਼ਨ ਕੀਤਾ, ਜਿਹਨੇ ਗੁਰੂ ਅਮਰਦਾਸ ਸਾਹਿਬ ਦਾ ਵੀ ਦਰਸ਼ਨ ਕੀਤਾ, ਜਿਨ੍ਹਾਂ ਨੇ ਗੁਰੂ ਰਾਮਦਾਸ ਸਾਹਿਬ ਦਾ ਵੀ ਦਰਸ਼ਨ ਕੀਤਾ। ਗੁਰੂ ਨਾਨਕ ਦੇਵ ਸਾਹਿਬ ਦੇ ਸਮੇਂ ਦੇ ਸਿੱਖ ਆ ਬਾਬਾ ਬੁੱਢਾ ਸਾਹਿਬ। ਔਰ ਕਮਾਲ ਦੀ ਗੱਲ ਇਹ ਕਿ ਕੱਲਾ ਉਹਨਾਂ ਨੇ ਗੁਰੂ ਨਾਨਕ ਦਾ ਦਰਸ਼ਨ ਹੀ ਨਹੀਂ ਕੀਤਾ, ਉਹਨਾਂ ਦੀ ਸੇਵਾ ਵੀ ਕੀਤੀ ਹੈ। ਤੇ ਗੁਰੂ ਅਰਜਨ ਦੇਵ ਸਾਹਿਬ ਕਹਿੰਦੇ ਬਾਬਾ ਬੁੱਢਾ ਸਾਹਿਬ, ਇਹ ਤੁਹਾਡੇ ਹੱਥ ਗੁਰੂ ਨਾਨਕ ਦੇ ਚਰਨਾਂ ਨਾਲ ਲੱਗਦੇ ਰਹੇ ਆ ਨਾ, ਇਹਨਾਂ ਹੱਥਾਂ ਨਾਲ ਗੁਰੂ ਨਾਨਕ ਨੂੰ ਪ੍ਰਸ਼ਾਦਾ ਵੀ ਛਕਾਉਂਦੇ ਰਹੇ ਜੇ ਜੀ, ਇਹਨਾਂ ਹੱਥਾਂ ਨਾਲ ਗੁਰੂ ਨਾਨਕ ਦੇਵ ਸਾਹਿਬ ਨੂੰ ਦੁੱਧ ਵੀ ਪਿਆਉਂਦੇ ਰਹੇ ਜੇ, ਇਹਨਾਂ ਹੱਥਾਂ ਨਾਲ ਗੁਰੂ ਨਾਨਕ ਦੇਵ ਸਾਹਿਬ ਦੇ ਭਾਂਡੇ ਵੀ ਮਾਂਜਦੇ ਰਹੇ ਜੇ ਤੁਸੀਂ ਜੀ। ਉਹ ਕਹਿੰਦੇ ਵੀ ਹਾਂ, ਕਹਿੰਦੇ ਉਹ ਹੱਥ ਜਿਹੜੇ ਹੱਥ ਗੁਰੂ ਨਾਨਕ ਦੇਵ ਸਾਹਿਬ ਪਹਿਲੇ ਪਾਤਸ਼ਾਹ ਦੇ ਚਰਨਾਂ ਨਾਲ, ਗੁਰੂ ਅੰਗਦ ਦੇਵ, ਗੁਰੂ ਰਾਮਦਾਸ, ਗੁਰੂ ਅਰਜਨ ਦੇਵ ਦੇ ਚਰਨ, ਗੁਰੂ ਰਾਮਦਾਸ ਦੇ ਚਰਨਾਂ ਨਾਲ ਅੱਜ ਸਾਡੇ ਚਰਨਾਂ ਨਾਲ ਲੱਗ ਰਹੇ ਆ ਜੀ। ਇਹ ਸੀਸ, ਇਹ ਮੱਥਾ ਜਿਹੜਾ ਗੁਰੂ ਨਾਨਕ ਦੇ ਚਰਨਾਂ ਨਾਲ ਲੱਗਦਾ ਰਿਹਾ, ਜਦੋਂ ਮੱਥਾ ਟੇਕਦੇ ਹੋਵੋਗੇ, ਅੱਜ ਇਹਨਾਂ ਹੱਥਾਂ ਨਾਲ ਉਸ ਸੀਸ ਦੇ ਉੱਤੇ ਤੁਸੀਂ ਗੁਰੂ ਗ੍ਰੰਥ ਸਾਹਿਬ ਹਰਿਮੰਦਰ ਸਾਹਿਬ ਦੇ ਅੰਦਰ ਲੈ ਕੇ ਜਾਣਾ। ਤੇ ਜਿਨ੍ਹਾਂ ਹੱਥਾਂ ਨਾਲ ਬਾਬੇ ਨਾਨਕ ਦੀ ਸੇਵਾ ਕਰਦੇ ਰਹੇ ਜੇ, ਉਹਨਾਂ ਹੱਥਾਂ ਨਾਲ ਤੁਸੀਂ ਹਰਿਮੰਦਰ ਸਾਹਿਬ ਦੇ ਅੰਦਰ ਆਪਣੇ ਹੱਥੀਂ ਗੁਰੂ ਗ੍ਰੰਥ ਸਾਹਿਬ ਦਾ ਪਹਿਲਾ ਪ੍ਰਕਾਸ਼ ਕਰਨਾ। ਇਸ ਕਰਕੇ ਬਾਬਾ ਬੁੱਢਾ ਸਾਹਿਬ ਜੀ ਤੁਸੀਂ ਮਹਾਨ ਹੋ, ਕਿਉਂਕਿ ਤੁਸੀਂ ਗੁਰੂ ਨਾਨਕ ਦੇਵ ਸਾਹਿਬ ਦੇ ਸਮੇਂ ਦੀ ਸਿੱਖੀ ਧਾਰਨ ਕੀਤੀ ਹੋਈ ਹੈ ਜੀ। ਔਰ ਬਾਬਾ ਬੁੱਢਾ ਸਾਹਿਬ ਨੇ ਇਹ ਰਹਿ ਨਾ ਜਾਵੇ ਆਪਣੇ ਅੱਜ ਦੇ ਐਪੀਸੋਡ 'ਚ ਕਿ ਬਾਬਾ ਬੁੱਢਾ ਸਾਹਿਬ ਨੇ ਹਰਿਮੰਦਰ ਸਾਹਿਬ ਦੇ ਅੰਦਰ
ਪ੍ਰਕਾਸ਼ ਕੀਤਾ। ਔਰ ਇੱਕ ਨੁਕਤੇ ਦੀ ਗੱਲ ਜਿਹੜੀ ਇਤਿਹਾਸ ਦੇ ਪੰਨਿਆਂ ਤੇ ਬਹੁਤ ਘੱਟ ਆਈ ਆ, ਜੀ ਜ਼ਰੂਰੀ ਨਹੀਂ ਹੈ ਸਾਰਾ ਕੁਝ ਕਿਤਾਬਾਂ ਚੋਂ ਹੀ ਮਿਲਦਾ ਹੋਵੇ। ਹਾਂਜੀ ਬਹੁਤ ਕੁਛ ਅਸ਼ਮਿਤਾ ਭੈਣ ਜੀ ਐਸਾ ਹੈਗਾ ਜਿਹੜਾ ਵਿਦਵਾਨਾਂ ਦੀ ਸੰਗਤ 'ਚ ਬਹਿ ਕੇ ਵੀ ਮਿਲਦਾ ਹੈ। ਜੀ ਬਹੁਤ ਕੁਛ ਐਸਾ ਹੈ ਜਿਹੜਾ ਬਜ਼ੁਰਗਾਂ ਦੀ ਸੰਗਤ ਵਿੱਚ ਬਹਿ ਕੇ ਵੀ ਮਿਲਦਾ ਹੈ, ਤੇ ਬਹੁਤ ਕੁਛ ਐਸਾ ਹੈ ਜਿਹੜਾ ਜੁੜਿਆਂ ਹੋਇਆਂ ਦੀ ਸੰਗਤ ਵਿੱਚ ਬਹਿ ਕੇ ਮਿਲਦਾ ਹੈ। ਜੀ ਬਿਲਕੁਲ। ਸਭ ਤੋਂ ਪਹਿਲੇ ਹਰਮੰਦਰ ਸਾਹਿਬ ਦੇ ਗ੍ਰੰਥੀ ਬਾਬਾ ਬੁੱਢਾ ਸਾਹਿਬ। ਹੁਣ ਕੋਈ ਕੁਐਸਚਨ ਕਰੇ, ਜਿਹੜਾ ਅੱਜ ਗੁਰੂ ਗ੍ਰੰਥ ਸਾਹਿਬ ਜੀ ਦੇ ਉੱਪਰ ਆਪਾਂ ਚੌਰ ਸਾਹਿਬ ਕਰਦੇ ਹਾਂ, ਹਾਂਜੀ ਸਭ ਤੋਂ ਪਹਿਲਾ ਚੌਰ ਬਰਦਾਰ ਕੌਣ ਹੈ? ਜਿਹੜਾ ਗੁਰੂ ਗ੍ਰੰਥ ਸਾਹਿਬ ਦੇ ਉੱਪਰ ਚੌਰ ਕਰਦਾ ਉਹਨੂੰ ਚੌਰ ਬਰਦਾਰ ਕਹਿੰਦੇ ਆ। ਹਾਂਜੀ ਹਰਮੰਦਰ ਸਾਹਿਬ ਅੱਜ ਦਰਬਾਰ ਸਾਹਿਬ ਤੁਸੀਂ ਦੇਖਦੇ ਹੋਵੋਗੇ, ਜਦੋਂ ਨਮਸਕਾਰ ਕਰਦੇ ਹੋ, ਪ੍ਰੋਗਰਾਮ ਦੇਖਦੇ ਜੇ, ਇੱਕ ਤੇ ਸਿੰਘ ਸਾਹਿਬ ਨੇ ਜਿਹੜੇ ਹਰਮੰਦਰ ਸਾਹਿਬ ਗੁਰੂ ਗ੍ਰੰਥ ਸਾਹਿਬ ਦੀ ਤਾਬਿਆਂ 'ਚ ਬੈਠੇ ਆ। ਹਾਂਜੀ ਜਿਹੜੇ ਦੋ ਸਿੰਘ, ਇੱਕ ਸੱਜੇ ਪਾਸੇ ਇੱਕ ਖੱਬੇ ਪਾਸੇ ਹਰਮੰਦਰ ਸਾਹਿਬ ਬੈਠੇ ਆ ਨਾ ਹਾਂਜੀ ਗੁਰੂ ਗ੍ਰੰਥ ਸਾਹਿਬ, ਉਹ ਗੁਰੂ ਗ੍ਰੰਥ ਸਾਹਿਬ ਦੇ ਚੌਰ ਬਰਦਾਰ ਨੇ। ਉਹਨਾਂ ਦੀ ਜਿਹੜੀ ਭਰਤੀ ਹੋਈ ਆ ਉੱਥੇ ਹਾਂਜੀ। ਸੇਵਾ, ਉਹ ਗੁਰੂ ਗ੍ਰੰਥ ਸਾਹਿਬ ਜੀ ਦੇ ਉੱਪਰ ਚੌਰ ਕਰਦੇ ਨੇ। ਉਹ ਜੀ ਗੁਰੂ ਗ੍ਰੰਥ ਸਾਹਿਬ ਦੇ ਪਹਿਲੇ ਗ੍ਰੰਥੀ ਹਰਮੰਦਰ ਸਾਹਿਬ ਦੇ ਬਾਬਾ ਬੁੱਢਾ ਸਾਹਿਬ। ਸਾਰਿਆਂ ਤੋਂ ਪਹਿਲਾਂ ਗੁਰੂ ਗ੍ਰੰਥ ਸਾਹਿਬ ਦਾ ਚੌਰ ਬਰਦਾਰ ਕੌਣ ਹੈ ਜੀ? ਮਾਫ ਕਰਨਾ, ਅੱਜ ਕਦੇ ਕਦੇ ਅਸੀਂ ਗੁਰੂ ਗ੍ਰੰਥ ਸਾਹਿਬ ਜੀ ਦੇ ਉੱਪਰ ਚੌਰ ਕਰਨਾ ਹੋਵੇ ਨਾ, ਤੇ ਆਪਾਂ ਕਈ ਵਾਰੀ ਕਿਸੇ ਨੂੰ ਵੀ ਕਹਿ ਦਿੰਦੇ ਉਹ ਤੋਂ 5 ਮਿੰਟ ਚੌਰ ਕਰੀ। ਬੜੀ ਵੱਡੀ ਸੇਵਾ ਹੈ। ਹਾਂਜੀ ਜਦੋਂ ਰਾਮਸਰ ਸਾਹਿਬ ਤੋਂ ਹਰਮੰਦਰ ਸਾਹਿਬ ਗੁਰੂ ਗ੍ਰੰਥ ਸਾਹਿਬ ਜੀ ਦਾ ਸਰੂਪ ਲੈ ਕੇ ਆਉਣਾ, ਆਪਣੇ ਸੀਸ ਦੇ ਉੱਤੇ ਤੇ ਬਾਬਾ ਬੁੱਢਾ ਸਾਹਿਬ ਨੇ ਚੁੱਕ ਲਏ, ਹਾਂਜੀ ਪਰ ਆਪਣੇ ਚਰਨਾਂ ਚੋਂ, ਆਪਣੇ ਪੈਰਾਂ ਚੋਂ ਜੋੜਾ ਗੁਰੂ ਅਰਜਨ ਦੇਵ ਨੇ ਲਾਤਾ ਤੇ ਚੌਰ ਆਪਣੇ ਹੱਥ 'ਚ ਫੜ ਲਿਆ। ਮੈਂ ਜਿਹੜੀ ਗੱਲ ਕੀਤੀ ਕਿ ਸਾਰਾ ਕੁਝ ਜ਼ਰੂਰੀ ਨਹੀਂ ਕਿਤਾਬਾਂ ਵਿੱਚੋਂ ਤੁਹਾਨੂੰ ਮਿਲਦਾ ਹੋਵੇ। ਸਭ ਤੋਂ ਪਹਿਲਾ ਗੁਰੂ ਗ੍ਰੰਥ ਸਾਹਿਬ ਜੀ ਦਾ ਚੌਰ ਬਰਦਾਰ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ, ਜਿਹੜੇ ਰਾਮਸਰ ਸਾਹਿਬ ਤੋਂ ਲੈ ਕੇ, ਜਿਹੜਾ ਅੰਮ੍ਰਿਤਸਰ ਸਾਹਿਬ ਬਾਬਾ ਦੀਪ ਸਿੰਘ ਜੀ ਦਾ ਗੁਰਦੁਆਰਾ ਨਾ, ਉਹਦੇ ਨੇੜੇ ਆ ਰਾਮਸਰ ਸਾਹਿਬ, ਹਰਮੰਦਰ ਸਾਹਿਬ ਤੱਕ ਉੱਥੋਂ ਲੈ ਕੇ ਗੁਰੂ ਅਰਜਨ ਦੇਵ ਸਾਹਿਬ ਨੰਗੇ ਚਰਨੀ, ਨੰਗੇ ਪੈਰੀ ਗੁਰੂ ਗ੍ਰੰਥ ਸਾਹਿਬ ਤੇ ਚੌਰ ਕਰਕੇ ਆਏ। ਤੇ ਜਿਸ ਦਿਨ ਤੋਂ ਹਰਮੰਦਰ ਸਾਹਿਬ ਦੇ ਅੰਦਰ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਕਰ ਦਿੱਤਾ, ਗੁਰੂ ਅਰਜਨ ਦੇਵ ਸਾਹਿਬ ਨੇ ਆਪਣਾ ਆਸਣ ਲਾਉਣਾ ਛੱਡ ਦਿੱਤਾ। ਆਸਣ ਨਹੀਂ ਲਾ ਕੇ ਬੈਠਦੇ। ਜਿੱਥੇ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਹੈ, ਉਹਦੇ ਸੱਜੇ ਹੱਥ ਜਿੱਥੇ ਕੀਰਤਨੀਏ ਬੈਠਦੇ, ਹੁਣ ਕੀਰਤਨ ਕਰਦੇ, ਇਹਦੇ ਨਾਲ ਗੁਰੂ ਅਰਜਨ ਦੇਵ ਸਾਹਿਬ ਚੌਂਕੜਾ ਮਾਰ ਕੇ ਬੈਠਦੇ ਸੀ। ਤੇ ਚੌਰ ਗੁਰੂ ਗ੍ਰੰਥ ਸਾਹਿਬ ਜੀ ਦੇ ਉੱਪਰ ਹੁੰਦਾ ਸੀ। ਤੇ ਬਾਬਾ ਬੁੱਢਾ ਸਾਹਿਬ ਨੇ ਪ੍ਰਕਾਸ਼ ਕਰਕੇ ਪਹਿਲਾ ਹੁਕਮਨਾਮਾ ਉਸ ਵਕਤ ਜਿਹੜਾ ਆਇਆ ਸੀ, ਉਹ ਸੂਹੀ ਮਹੱਲਾ ਪੰਜਵਾਂ, ਸੰਤਾਂ ਕੇ ਕਾਰਜ ਆਪ ਖਲੋਇਆ, ਹਰ ਕੰਮ ਕਰਾਵਣ ਆਇਆ ਰਾਮ, ਧਰਤ ਸੁਹਾਵੀ ਤਾਲ ਸੁਹਾਵਾ, ਵਿੱਚ ਅੰਮ੍ਰਿਤ ਜਲ ਛਾਇਆ ਰਾਮ। ਇੱਥੇ ਇਹ ਵੀ ਜੇ ਸਮਾਂ ਹੋਏ ਤਾਂ ਮੈਂ ਤੁਹਾਨੂੰ ਦੱਸਣਾ ਚਾਹੂੰਗਾ, 3 ਹੁਕਮਨਾਮੇ ਇਤਿਹਾਸਕ ਹੁਕਮਨਾਮੇ। ਜੀ ਹੁਕਮਨਾਮੇ ਤੇ ਹੋਰ ਵੀ ਇਤਿਹਾਸਕ ਬਹੁਤ ਨੇ ਜਿਨ੍ਹਾਂ ਦਾ ਇਤਿਹਾਸ ਵਿੱਚ ਜ਼ਿਕਰ ਆਇਆ, ਪਰ 3 ਹੁਕਮਨਾਮਿਆਂ ਦਾ ਜ਼ਿਕਰ ਕਰਨਾ ਬਹੁਤ ਜ਼ਰੂਰੀ, ਔਰ ਸਾਡੇ ਖਾਸ ਕਰਕੇ ਸਿੱਖਾਂ ਨੂੰ ਇਹਨਾਂ ਬਾਰੇ ਪਤਾ ਹੋਣਾ ਚਾਹੀਦਾ। ਗਿਆਨੀ ਜੀ, ਮਾਫੀ ਮੰਗਦੀ ਹਾਂ, ਇੱਥੇ ਇੱਕ ਬ੍ਰੇਕ ਦਾ ਸਮਾਂ ਆ ਗਿਆ ਹੈ। ਇਨ ਜੋ 3 ਹੁਕਮਨਾਮਿਆਂ ਦਾ ਤੁਸੀਂ ਜ਼ਿਕਰ ਕੀਤਾ, ਇਹਦੇ ਬਾਰੇ ਗੱਲ ਸ਼ੁਰੂ ਕਰਾਂਗੇ ਬ੍ਰੇਕ ਤੋਂ ਉਸ ਪਾਰ। ਬ੍ਰੇਕ ਤੋਂ ਬਾਅਦ ਇੱਕ ਵਾਰੀ ਫਿਰ ਸਾਰਿਆਂ ਨੂੰ ਸਵਾਗਤ ਕਰਦੇ ਹਾਂ। ਸਾਡੇ ਨਾਲ ਸਟੂਡੀਓ ਅੱਜ ਪਹੁੰਚੇ ਹਨ ਗੁਰਦੁਆਰਾ ਸਿੱਖ ਕਲਚਰਲ ਸੁਸਾਇਟੀ 118 ਦੇ ਹੈੱਡ ਗ੍ਰੰਥੀ ਸਾਹਿਬਾਨ ਧਰਮਵੀਰ ਸਿੰਘ ਜੀ। ਗਿਆਨੀ ਜੀ, ਗੁਰੂ ਗ੍ਰੰਥ ਸਾਹਿਬ ਜੀ ਦੇ ਪ੍ਰਕਾਸ਼ ਪੁਰਬ ਦੇ ਅੱਜ ਅਸੀਂ ਤੁਹਾਡੇ ਤੋਂ ਵਿਚਾਰ ਸੁਣ ਰਹੇ ਹਾਂ, ਕੁਝ ਸਿੱਖ ਇਤਿਹਾਸ, ਕੁਝ ਗੁਰ ਇਤਿਹਾਸ, ਅਤੇ ਇਹੋ ਜਿਹੀ ਸਾਖੀਆਂ ਜਿਨ੍ਹਾਂ ਦੇ ਬਾਰੇ ਅਕਸਰ ਜ਼ਿਕਰ ਨਹੀਂ ਹੁੰਦਾ। ਤੁਸੀਂ ਸਾਨੂੰ ਬਾਬਾ ਬੁੱਢਾ ਜੀ ਬਾਰੇ ਦੱਸਿਆ, ਕਿਸ ਤਰ੍ਹਾਂ ਉਹਨਾਂ ਨੂੰ ਚੁਣਿਆ ਗਿਆ। ਹੁਕਮਨਾਮਿਆਂ 'ਤੇ ਗੱਲ ਸਾਡੀ ਬ੍ਰੇਕ ਤੋਂ ਪਹਿਲੇ ਚੱਲ ਰਹੀ ਸੀ, ਇਹਦੇ ਨਾਲ ਸ਼ੁਰੂ ਕਰਦੇ ਹਾਂ। ਮੈਂ 3 ਹੁਕਮਨਾਮਿਆਂ ਦਾ ਜ਼ਿਕਰ ਕਰ ਰਿਹਾ ਸੀਗਾ, ਭਾਵੇਂ ਕਿ ਹੁਕਮਨਾਮੇ ਹੋਰ ਵੀ ਬਹੁਤ ਨੇ। ਤਾਂ ਇਹ 3 ਜਿਹੜੇ ਵਿਸ਼ੇਸ਼ ਤੌਰ 'ਤੇ ਗੁਰੂ ਸਾਹਿਬਾਨ ਦੇ ਸਮੇਂ ਦੇ ਜ਼ਰੂਰ ਜ਼ਿਕਰ ਕਰਨਾ ਚਾਹੀਦਾ ਆਪਾਂ ਨੂੰ। ਜਿਸ ਦਿਨ ਸ੍ਰੀ ਹਰਿਮੰਦਰ ਸਾਹਿਬ ਦੇ ਅੰਦਰ ਪਹਿਲਾ ਪ੍ਰਕਾਸ਼ ਕੀਤਾ ਤੇ ਬਾਬਾ ਬੁੱਢਾ ਸਾਹਿਬ ਨੇ ਹੁਕਮਨਾਮਾ ਲਿਆ, ਉਸ ਵਕਤ ਹੁਕਮਨਾਮਾ ਆਇਆ ਸੀ, ਸੂਹੀ ਮਹੱਲਾ ਪੰਜਵਾਂ, ਸੰਤਾਂ ਕੇ ਕਾਰਜ ਆਪ ਖਲੋਇਆ, ਹਰ ਕੰਮ ਕਰਾਵਣ ਆਇਆ ਰਾਮ, ਧਰਤ ਸੁਹਾਵੀ ਤਾਲ ਸੁਹਾਵਾ, ਵਿੱਚ ਅੰਮ੍ਰਿਤ ਜਲ ਛਾਇਆ ਰਾਮ। ਦੂਸਰਾ, ਹੁਣ ਇੱਕ ਸਮਾਂ ਆਇਆ ਜਦੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸਰੂਪ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਲਿਖਵਾਇਆ, 10ਵੇਂ ਪਾਤਸ਼ਾਹ ਨੇ।
ਜਿਹੜੇ ਗੁਰੂ ਗ੍ਰੰਥ ਸਾਹਿਬ ਜੀ ਦੇ ਅੱਜ ਆਪਾਂ ਦਰਸ਼ਨ ਕਰ ਰਹੇ ਹਾਂ, ਜਿਨ੍ਹਾਂ ਨੂੰ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਗੁਰਤਾ ਗੱਦੀ ਦਿੱਤੀ ਹਜੂਰ ਸਾਹਿਬ ਜਾ ਕੇ ਆਪਣੇ ਜੋਤੀ ਜੋਤ ਸਮਾਉਣ ਤੋਂ ਪਹਿਲਾਂ, ਉਹ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਲਿਖਵਾਇਆ ਜੀ। ਇਹ ਜਿਹੜੇ ਗੁਰੂ ਗ੍ਰੰਥ ਸਾਹਿਬ ਦੇ ਪਹਿਲੇ ਪ੍ਰਕਾਸ਼ ਉਤਸਵ ਦੀ ਅੱਜ ਆਪਾਂ ਗੱਲ ਕਰ ਰਹੇ ਹਾਂ, ਗੁਰੂ ਅਰਜਨ ਦੇਵ ਸਾਹਿਬ ਨੇ ਭਾਈ ਗੁਰਦਾਸ ਜੀ ਤੋਂ ਲਿਖਵਾਇਆ ਸੀ, ਜੋ ਹਰਿਮੰਦਰ ਸਾਹਿਬ ਪ੍ਰਕਾਸ਼ ਕੀਤਾ। ਉਹਦੇ 'ਚ 5 ਗੁਰੂ ਸਾਹਿਬਾਂ ਦੀ ਬਾਣੀ ਹੈ ਜੀ, ਤੇ 15 ਭਗਤਾਂ ਦੀ ਬਾਣੀ, ਸਿੱਖਾਂ ਦੀ ਬਾਣੀ ਆ ਤੇ ਭੱਟਾਂ ਦੇ ਸਵਈਏ ਆ। ਪਰ ਜਦੋਂ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਸਮੇਂ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਸਿੱਖਾਂ ਦਾ ਅੱਜ 5ਵਾਂ ਤਖਤ ਤੇ ਆਏ ਦਮਦਮਾ ਸਾਹਿਬ, ਹਾਂਜੀ, ਸ੍ਰੀ ਦਮਦਮਾ ਸਾਹਿਬ ਸਾਬੋ ਕੀ ਤਲਵੰਡੀ, ਉੱਥੇ ਗੁਰੂ ਗ੍ਰੰਥ ਸਾਹਿਬ ਜੀ ਦਾ ਸਰੂਪ ਭਾਈ ਸਾਹਿਬ ਭਾਈ ਮਨੀ ਸਿੰਘ ਜੀ ਦੇ ਕੋਲੋਂ, ਇਹ ਉਹੀ ਭਾਈ ਮਨੀ ਸਿੰਘ ਜਿਨ੍ਹਾਂ ਨੂੰ ਬਾਅਦ 'ਚ ਬੰਦ ਕੱਟ ਕੇ ਸ਼ਹੀਦ ਕੀਤਾ, ਤੇ ਉਹਨਾਂ ਦੇ ਨਾਲ ਸਹਿਯੋਗ ਦਿੱਤਾ ਬਾਬਾ ਦੀਪ ਸਿੰਘ ਜੀ ਨੇ ਜੀ। ਤੇ ਉਸ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਵਿੱਚ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਬਾਣੀ ਵੀ ਅੰਕਿਤ ਕੀਤੀ, ਕਿਉਂਕਿ ਉਹ 9ਵੇਂ ਪਾਤਸ਼ਾਹ ਸੀ ਨਾ ਉਹ। ਜੀ, ਤੇ ਗੁਰੂ ਤੇਗ ਬਹਾਦਰ ਸਾਹਿਬ ਦੀ ਬਾਣੀ ਫਿਰ ਉਹਨਾਂ ਨੇ ਨਾਲ ਲਿਖ ਕੇ ਅੱਜ ਜਿਹੜੇ ਗੁਰੂ ਗ੍ਰੰਥ ਸਾਹਿਬ ਨੂੰ ਜੀ ਦੇ ਆਪਾਂ ਦਰਸ਼ਨ ਕਰਦੇ, ਇਹ ਗੁਰੂ ਕਲਗੀਧਰ ਪਾਤਸ਼ਾਹ ਜੀ ਨੇ ਲਿਖਵਾਇਆ ਦਮਦਮਾ ਸਾਹਿਬ। ਜਦੋਂ ਸਾਰਾ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਲਿਖਿਆ ਗਿਆ, ਫਿਰ ਹੁਣ ਉੱਥੇ ਦਮਦਮਾ ਸਾਹਿਬ ਪ੍ਰਕਾਸ਼ ਕੀਤਾ ਜੀ। ਤੇ ਜਦੋਂ ਉੱਥੇ ਪ੍ਰਕਾਸ਼ ਕੀਤਾ ਇਸ ਸਰੂਪ ਦਾ, ਇਸੇ ਸਰੂਪ ਨੂੰ ਜਾ ਕੇ ਹਜੂਰ ਸਾਹਿਬ ਗੁਰਤਾ ਗੱਦੀ ਦਿੱਤੀ ਮਹਾਰਾਜ। ਉਸ ਦਿਨ ਕਿਹੜਾ ਵਾਕ ਆਇਆ, ਹੁਕਮਨਾਮਾ ਜੀ। ਤੇ ਮਾਫ ਕਰਨਾ, ਇਹ ਬਹੁਤ ਘੱਟ ਸਿੱਖਾਂ ਨੂੰ ਪਤਾ ਜਾਂ ਪ੍ਰਚਾਰਿਆ ਗਿਆ। ਉਸ ਦਿਨ ਹੁਕਮ ਆਇਆ ਸੀਗਾ, ਟੋਡੀ ਮਹੱਲਾ 5ਵਾਂ, ਸਤਿਗੁਰ ਆਇਓ ਸਰਨ ਤੁਹਾਰੀ, ਮਿਲੈ ਸੂਖ ਨਾਮ ਹਰ ਸੋਭਾ, ਚਿੰਤਾ ਲਾਏ ਹਮਾਰੀ। 2 ਹੋ ਗਏ। ਤੀਸਰਾ ਹੁਕਮਨਾਮਾ, ਜਦੋਂ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਨੇ ਹਜੂਰ ਸਾਹਿਬ ਜੋਤੀ ਜੋਤ ਸਮਾਉਣਾ ਸੀ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਗੁਰਤਾ ਗੱਦੀ ਦਿੱਤੀ ਸਨ 1708 ਦੇ ਵਿੱਚ, ਜੀ, ਉਸ ਵਕਤ ਕਿਹੜਾ ਹੁਕਮਨਾਮਾ ਆਇਆ ਸੀ ਜੀ। ਇਹ ਜ਼ਰੂਰ ਆਪਾਂ, ਇਹ ਬੇਸਿਕ ਗੱਲਾਂ ਨੇ ਖਾਸ ਕਰਕੇ ਸਿੱਖਾਂ ਵਾਸਤੇ। ਤਾਂ ਉਸ ਵੇਲੇ ਹੁਕਮਨਾਮਾ ਜੋਤੀ ਜੋਤ ਸਮਾਉਣ ਤੋਂ ਮਹਾਰਾਜ ਦੇ ਗੁਰਤਾ ਗੱਦੀ ਦੇਣ ਵੇਲੇ ਗੁਰੂ ਗ੍ਰੰਥ ਸਾਹਿਬ ਨੂੰ ਗੁਰਤਾ ਗੱਦੀ ਤੇ ਬਿਰਾਜਮਾਨ ਕੀਤਾ, ਤਾਂ ਉਸ ਵੇਲੇ ਵਾਕ ਆਇਆ ਸੀ, ਮਾਰੂ ਮਹੱਲਾ 5ਵਾਂ, ਖੁੱਲਿਆ ਕਰਮ ਕਿਰਪਾ ਭਈ ਠਾਕੁਰ, ਕੀਰਤਨ ਹਰ ਹਰ ਗਾਈ, ਸ਼ਰਮ ਥਾਕਾ ਪਾਏ ਬਿਸਰਾਮਾ, ਮਿਟ ਗਈ ਸਗਲੀ ਧਾਈ, ਅਬ ਮੋਹਿ ਜੀਵਨ ਪਦਵੀ ਪਾਈ। ਇਹ 3 ਹੁਕਮਨਾਮੇ ਜਿਹੜੇ, ਇਹ ਇਤਿਹਾਸਕ ਹੁਕਮਨਾਮੇ ਜਿਨ੍ਹਾਂ ਬਾਰੇ ਜ਼ਰੂਰ ਸਾਨੂੰ ਸਿੱਖਾਂ ਨੂੰ, ਸਾਡੇ ਬੱਚਿਆਂ ਨੂੰ ਪਤਾ ਹੋਣਾ ਚਾਹੀਦਾ, ਔਰ ਕੱਲਾ ਪਤਾ ਹੀ ਨਹੀਂ ਹੋਣਾ ਚਾਹੀਦਾ, ਉਹਨਾਂ ਦੇ ਮੀਨਿੰਗ, ਉਹਨਾਂ ਦੇ ਅਰਥ ਕਮਾਉਣਾ ਵੀ ਚਾਹੀਦਾ ਨਾਲ, ਕਿਉਂਕਿ ਕਮਾਈ ਦੇ ਉੱਤੇ ਆਣ ਕੇ ਗੱਲ ਮੁੱਕਣੀ, ਮੰਨੇ ਕੀ ਗਤ ਕਹੀ ਨਾ ਜਾਵੇ, ਗੁਰੂ ਦੇ ਆਖੇ ਕਿੰਨਾ ਲੱਗੇ ਆਪਾਂ। ਜੀ ਗਿਆਨੀ ਜੀ, ਤੁਸੀਂ ਬੱਚਿਆਂ ਦੇ ਵੱਲ ਗੱਲ ਨੂੰ ਲੈ ਕੇ ਜਾ ਰਹੇ ਹੋ, ਮੈਂ ਵੀ ਇਸ ਚੀਜ਼ 'ਤੇ ਤੁਹਾਡੇ ਵਿਚਾਰ ਲੈਣਾ ਚਾਹੁੰਦੀ ਹਾਂ। ਅੱਜ ਦੀ ਡੇਟ ਦੇ ਵਿੱਚ ਸਾਡੇ ਬਜ਼ੁਰਗਾਂ ਨੂੰ ਜੋ ਸਾਖੀਆਂ ਬਾਰੇ ਜਾਂ ਸਿੱਖਿਆ ਬਾਰੇ ਜਿਨ੍ਹਾਂ ਦੇ ਬਾਰੇ ਤੁਸੀਂ ਜ਼ਿਕਰ ਕਰ ਰਹੇ ਹੋ ਸ਼ਾਇਦ ਪਤਾ ਹੋਵੇ, ਬਟ ਸ਼ਾਇਦ ਬੱਚਿਆਂ ਨੂੰ ਕਿਤੇ ਨਾ ਕਿਤੇ ਤੱਕ ਉਨੀ ਡੂੰਘੀ ਨੌਲੇਜ ਜਾਂ ਜਾਣਕਾਰੀ ਨਹੀਂ ਹੈ। ਅੱਜ ਦੀ ਡੇਟ ਵਿੱਚ ਬੱਚਿਆਂ ਲਈ ਸ਼ਬਦ ਗੁਰੂ ਸ਼ਾਇਦ ਇੰਨਾ ਮਾਇਨੇ ਨਹੀਂ ਰੱਖਦਾ, ਬਟ ਉਹਨਾਂ ਨੂੰ ਸਾਇੰਸ ਬਹੁਤ ਚੰਗੀ ਤਰ੍ਹਾਂ ਪਤਾ ਹੈ। ਤੁਸੀਂ ਗੂਗਲ ਦਾ ਵੀ ਮੈਂਸ਼ਨ ਕੀਤਾ, ਹਰ ਇੱਕ ਚੀਜ਼ ਨੂੰ ਤੁਸੀਂ ਗੂਗਲ ਕਰਕੇ ਉਹਦੀ ਡੇਟਾ, ਸਾਇੰਟੀਫਿਕ ਫੈਕਟਸ ਕੱਢ ਸਕਦੇ ਹੋ। ਬਟ ਸਾਡੇ ਗੁਰੂਆਂ ਨੇ, ਗੁਰੂ ਨਾਨਕ ਦੇਵ ਜੀ ਨੇ ਕੁਝ ਇਹੋ ਜਿਹੀ ਚੀਜ਼ਾਂ 500 ਸਾਲਾਂ ਪਹਿਲੇ ਕਹਿ ਦਿੱਤੀਆਂ ਸੀ ਜੋ ਅਜੇ ਵੀ ਡਿਸਪਰੂਵ ਨਹੀਂ ਹੋਈਆਂ। ਦੇ ਸਟੈਂਡ ਐਜ਼ ਇਟ ਇਜ਼। ਮੈਂ ਚਾਹਾਂਗੀ ਤੁਸੀਂ ਉਹ ਨੌਜਵਾਨਾਂ ਲਈ, ਖਾਸ ਕਰਕੇ ਜਦੋਂ ਸਾਇੰਸ ਦੀ ਗੱਲ ਆਉਂਦੀ ਹੈ, ਕੁਝ ਜ਼ਰੂਰ ਗੁਰੂ ਗ੍ਰੰਥ ਸਾਹਿਬ ਜੀ ਬਾਰੇ ਸਾਨੂੰ ਦੱਸੋ। ਬਿਲਕੁਲ, ਬਹੁਤ ਵਧੀਆ ਸਵਾਲ ਹੈ। ਅੱਜ ਇਹ ਜ਼ਰੂਰ ਪ੍ਰਚਾਰਨ ਦੀ ਲੋੜ ਆ ਕਿ ਗੁਰੂ ਗ੍ਰੰਥ ਸਾਹਿਬ ਦਾ ਜਿਹੜਾ ਸਰੂਪ ਹੈ, ਬਾਣੀ ਹੈ ਜਿਹੜੀ, ਅੱਜ ਤੱਕ ਇੰਨੇ ਸਾਲਾਂ 'ਚ ਗੁਰੂ ਨਾਨਕ ਦੇਵ ਸਾਹਿਬ ਤੋਂ ਲੈ ਕੇ ਤੇ ਹੁਣ ਤੱਕ ਆਪਾਂ 2019 'ਚ ਗੁਰੂ ਨਾਨਕ ਦੇਵ ਸਾਹਿਬ ਦਾ 550 ਸਾਲਾ ਮਨਾਇਆ, ਤਕਰੀਬਨ ਮਤਲਬ ਆਪਾਂ ਕਹਿ ਲਓ 550 ਸਾਲ ਹੋ ਗਏ, ਨਹੀਂ ਤਾਂ 550 ਸਾਲ ਤੋਂ ਲੈ ਕੇ ਤੇ ਗੁਰੂ ਗ੍ਰੰਥ ਸਾਹਿਬ ਦੀ ਇੱਕ ਵੀ ਪੰਕਤੀ, ਇੱਕ ਸਾਰਾ ਸ਼ਬਦ ਤੇ ਇੱਕ ਪਾਸੇ ਰਿਹਾ, ਇੱਕ ਵੀ ਲਾਈਨ ਜਿਹੜੀ ਹੈ ਗੁਰੂ ਗ੍ਰੰਥ ਸਾਹਿਬ ਦੀ ਤੋਂ, ਇੱਕ ਵੀ ਵਰਡ ਦੇ ਉੱਤੇ ਕੋਈ ਫਿਲਾਸਫਰ, ਕੋਈ ਦਾਰਸ਼ਨਿਕ, ਕੋਈ ਸਾਇੰਟਿਸਟ, ਸਾਇੰਸਦਾਨ ਉਹਦੇ ਤੇ ਕੋਈ ਉਂਗਲ ਨਹੀਂ ਉਠਾ ਸਕਿਆ ਕਿ ਮੈਂ ਇਹਦੇ 'ਚ ਇਹਨੂੰ ਨਹੀਂ ਮੰਨਦਾ, ਜਾਂ ਆਹ ਜਿਹੜੀ ਗੱਲ ਆ ਇਹ ਸਾਇੰਸ ਦੇ ਉੱਤੇ ਅੱਜ ਦੇ ਸਮੇਂ 'ਚ ਪੂਰੀ ਨਹੀਂ ਟੁੱਕਦੀ ਜੀ। ਸਗੋਂ ਮੈਂ ਤਾਂ ਇੱਥੋਂ ਤੱਕ ਕਹਿਣ ਵਾਸਤੇ ਤਿਆਰ ਹਾਂ ਕਿ ਆਪਾਂ ਜਿੰਨਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦਾ ਪ੍ਰਚਾਰ ਤੇ ਪ੍ਰਸਾਰ ਸਾਨੂੰ ਕਰਨਾ ਚਾਹੀਦਾ ਸੀਗਾ
ਜੀ ਦੂਸਰਿਆਂ ਮਤਾਂ ਮਜ਼ਹਬਾਂ ਧਰਮਾਂ ਦੇ ਜਿਹੜੇ ਲੋਕ ਉਹਨਾਂ ਤੱਕ ਪਹੁੰਚਾਉਣਾ ਚਾਹੀਦਾ ਸੀ, ਉਹ 100% ਅਜੇ ਤੱਕ ਨਹੀਂ ਅਸੀਂ ਕਰ ਸਕੇ। ਜੀ ਜਿਵੇਂ ਆਪ ਜੀ ਨੇ ਸਾਇੰਸ ਦੀ ਗੱਲ ਕੀਤੀ ਆ ਕਿ ਅੱਜ ਦੇ ਨੌਜਵਾਨ ਜਿਹੜੇ ਸਾਡੇ ਬੱਚੇ ਬੱਚੀਆਂ, ਉਹਨਾਂ ਨੂੰ ਇਹ ਗੱਲ ਬਹੁਤ ਜ਼ਰੂਰੀ ਦੱਸਣ ਦੀ ਲੋੜ ਹੈ ਕਿ ਗੁਰੂ ਗ੍ਰੰਥ ਸਾਹਿਬ ਮਹਾਨ ਕਿਉਂ ਆ। ਕੱਲਾ ਇੰਨਾ ਹੀ ਪੜ੍ਹ ਕੇ ਨਹੀਂ ਵੀ ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ, ਨਹੀਂ, ਦੱਸੋ, ਵਿਆਖਿਆ ਕਰਕੇ ਦੱਸੋ ਜਿਹੜੀ ਗੱਲ ਸਾਇੰਸ ਨੂੰ ਅੱਜ ਪਤਾ ਲੱਗੀ ਆ। ਜੀ ਅੱਜ ਕਿਉਂਕਿ ਅੱਜ ਆਪਾਂ ਕਹਿੰਦੇ ਸਾਇੰਸ ਨੇ ਬਹੁਤ ਤਰੱਕੀ ਕੀਤੀ ਆ, ਬੜੀ ਦੁਨੀਆ ਬੜੀ ਛੋਟੀ ਹੋ ਗਈ ਆ ਸਾਇੰਸ ਕਰਕੇ, ਹੈ ਨਾ ਜੀ। ਤੇ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਨੇ ਉਹ ਗੱਲਾਂ 500 ਸਾਲ ਪਹਿਲਾਂ ਦੀਆਂ ਕਹੀਆਂ। ਜਿਵੇਂ ਇੱਕ ਐਗਜ਼ਾਮਪਲ ਮੈਂ ਤੁਹਾਨੂੰ ਇਹ ਛੋਟੀ ਜੀ ਦੇ ਦੇਣਾ, ਜਿਹੜੀ ਸਾਰੀ ਦੁਨੀਆ ਜਾਣਦੀ ਇਹਨੂੰ, ਔਰ ਠੇਠ ਪੰਜਾਬੀ ਦੀ ਗੱਲ ਆ ਇਹ, ਕਿ ਜਿਹੜਾ ਤੰਬਾਕੂ ਆ, ਹਾਂਜੀ, ਅੱਜ ਸਾਰੇ ਵਰਲਡ ਨੇ ਇਹ ਗੱਲ ਮੰਨ ਲਈ ਆ ਵੀ ਤੰਬਾਕੂ ਦਾ ਸੇਵਨ ਕਰਨਾ ਜਿਹੜਾ ਇਹ ਮਾੜਾ ਆ ਜੀ, ਇਹਦੇ ਨਾਲ ਕੈਂਸਰ ਹੁੰਦਾ ਆ, ਇਹਦੇ ਨਾਲ ਬਿਮਾਰੀਆਂ ਫੈਲਦੀਆਂ। ਇੱਥੋਂ ਤੱਕ ਕਿਹਾ ਗਿਆ ਆ ਜੀ, ਜੋ ਮੈਂ ਪੜ੍ਹਿਆ, ਮੈਂ ਆਪਣੀ ਮੱਤ ਦੇ ਮੁਤਾਬਕ, ਮੈਂ ਜਿੰਨੀ ਮੈਨੂੰ ਗੁਰੂ ਨੇ ਬੁੱਧੀ ਦਿੱਤੀ ਆ, ਕਿ ਜਿੰਨਾ ਸਿਗਰਟ ਪੀਣ ਵਾਲੇ ਨੂੰ ਖਤਰਾ ਆ, ਉਹਦੇ ਨਾਲੋਂ ਵੱਧ ਖਤਰਾ ਜਿਸ ਨੂੰ ਧੂੰਆਂ ਜਾ ਰਿਹਾ ਉਹਨੂੰ ਹੈਗਾ ਜੀ। ਤੇ ਅੱਜ ਸਾਰੇ ਵਰਲਡ ਨੇ ਇਹ ਕਰ ਦਿੱਤਾ, ਜਿੱਥੇ ਪਬਲਿਕ ਪਲੇਸ ਹੈ ਉੱਥੇ ਕੋਈ ਸਿਗਰਟ ਵਗੈਰਾ ਨਹੀਂ ਪੀ ਸਕਦਾ। ਅੱਜ ਤੋਂ ਕੁਝ ਸਮਾਂ ਪਹਿਲਾਂ ਇੱਥੋਂ ਤੱਕ ਐਰੋਪਲੇਨ ਦੇ ਵਿੱਚ ਤੁਸੀਂ ਸਫ਼ਰ ਕਰਨਾ ਹੁੰਦਾ ਸੀ ਤੇ ਤੁਹਾਨੂੰ ਕਈ ਵਾਰੀ ਬੋਰਡਿੰਗ ਪਾਸ ਲੈਣ ਵੇਲੇ ਕਹਿਣਾ ਪੈਂਦਾ ਸੀਗਾ ਵੀ ਨੋ ਸਮੋਕਿੰਗ ਏਰੀਆ 'ਚ ਮੈਨੂੰ ਜਿਹੜੀ ਸੀਟ ਆ ਉਹ ਦਿਓ। ਗੁਰੂ ਨਾਨਕ ਦੇਵ ਸਾਹਿਬ ਨੇ 500 ਸਾਲ ਪਹਿਲਾਂ ਇਹ ਗੱਲ ਕਹੀ ਆ ਕਿ ਜਿਹੜਾ ਮੇਰਾ ਸਿੱਖ ਆ ਉਹ ਤੰਬਾਕੂ ਦਾ ਸੇਵਨ ਨਹੀਂ ਕਰਦਾ, ਜਿਹੜੀ ਗੱਲ ਸਾਇੰਸ ਅੱਜ ਕਹਿ ਰਹੀ ਹੈ ਜੀ। ਗੁਰੂ ਗ੍ਰੰਥ ਸਾਹਿਬ 'ਚ ਇਹ ਪੰਕਤੀ ਆਈ, ਨਾਲੇ ਪਾਨ ਸੁਪਾਰੀ ਖਾਤੀਆਂ, ਮੁਖ ਬੀੜੀਆਂ ਲਾਈਆਂ, ਹਰ ਹਰ ਕਦੇ ਨਾ ਚੇਤਿਓ, ਜੰਮ ਪਕੜ ਚਲਾਈਆਂ ਜੀ। ਤੰਬਾਕੂ ਦਾ ਸੇਵਨ ਸਿੱਖ ਧਰਮ ਦੇ ਵਿੱਚ ਅੱਜ ਜਿਹੜੀਆਂ 4 ਬੱਜਰ ਕੁਰੈਤਾਂ ਅੰਮ੍ਰਿਤ ਛਕਣ ਵੇਲੇ ਸਾਨੂੰ ਦੱਸੀਆਂ ਜਾਂਦੀਆਂ, ਉਹਦੇ 'ਚ ਇੱਕ ਬੱਜਰ ਕੁਰੈਤ ਹੈ ਤੰਬਾਕੂ ਦਾ ਸੇਵਨ ਕਰਨਾ। ਹੋਰ ਵੀ ਨਸ਼ਿਆਂ ਤੋਂ ਵਰਜਿਆ, ਪਰ ਤੰਬਾਕੂ ਨੂੰ 1 ਨੰਬਰ ਦੇ ਉੱਤੇ ਰੱਖਿਆ। ਹੁਣ ਸਾਰੀਆਂ ਚੀਜ਼ਾਂ ਗਤੀ ਕਰ ਰਹੀਆਂ, ਚੱਲ ਰਹੀਆਂ, ਹਾਂਜੀ, ਧਰਤੀ ਘੁੰਮ ਰਹੀ ਆ ਜੀ। ਗੁਰੂ ਨਾਨਕ ਦੇਵ ਸਾਹਿਬ ਦੀ ਬਾਣੀ ਕਹਿ ਰਹੀ ਹੈ। ਔਰ ਹੋਰ ਆਪ ਜੀ ਨਾਲ ਮੈਂ ਬਚਨ ਸਾਂਝਾ ਕਰਦਿਆਂ, ਸਾਇੰਸ ਅੱਜ ਇਹ ਗੱਲ ਕਹਿ ਰਹੀ ਆ ਕਿ ਸੂਰਜ ਹੋਰ ਹੈਗੇ, ਲੱਖੋ ਆਕਾਸ਼ ਲੱਖੋ ਪਤਾਲ। ਤੁਸੀਂ ਸੋਚੋ, ਅਜੇ ਸਾਇੰਸ ਦੀ ਇੱਥੋਂ ਉਸ ਦੂਸਰੇ ਸੂਰਜ ਤੱਕ ਪਹੁੰਚ ਨਹੀਂ ਜੀ, ਪਰ ਉਹਨਾਂ ਨੇ ਮੰਨ ਲਿਆ ਵੀ ਹੋਰ ਸੂਰਜ ਹੈਗਾ। ਹਾਂਜੀ, ਪਰ ਗੁਰੂ ਨਾਨਕ ਦੇਵ ਸਾਹਿਬ, ਔਰ ਵੇਖੋ ਸਾਡੀ ਮੁੱਖ ਬਾਣੀ ਜਿਹੜੀ ਜਪਜੀ ਸਾਹਿਬ ਆ, ਜਿੱਥੋਂ ਗੁਰੂ ਗ੍ਰੰਥ ਸਾਹਿਬ ਦੀ ਸ਼ੁਰੂਆਤ ਹੁੰਦੀ ਹੈ ਜੀ, ਉਹਦੇ ਵਿੱਚ ਗੁਰੂ ਨਾਨਕ ਦੇਵ ਸਾਹਿਬ ਕਹਿ ਰਹੇ ਆ, ਕੇਤੇ ਇੰਦ ਚੰਦ ਸੂਰ ਕੇਤੇ ਕੇਤੇ ਮੰਡਲ ਦੇਸ਼। ਕਿੰਨੇ ਸੂਰਜ ਆ, ਕਿੰਨੇ ਚੰਦਰਮਾ ਆ, ਕਿੰਨੇ ਬ੍ਰਹਿਮੰਡ ਆ। ਸਾਨੂੰ ਤੇ ਇੱਕ ਗਲੈਕਸੀ ਜਿਹੜੀ ਉਹਦੇ ਬਾਰੇ ਨਹੀਂ ਅਸੀਂ ਅਜੇ ਤੱਕ ਸਾਇੰਸ ਜਿਹੜੀ ਉਹ 100% ਜਾਣ ਸਕੀ। ਤੇ ਗੁਰੂ ਨਾਨਕ ਦੇਵ ਸਾਹਿਬ ਕਹਿੰਦੇ ਇਸ ਦੇ ਨਾਲ ਦੀਆਂ ਕਿੰਨੀਆਂ ਗਲੈਕਸੀਜ਼ ਜਿਹੜੀਆਂ ਉਹ ਇਸ ਬ੍ਰਹਿਮੰਡ ਦੇ ਵਿੱਚ ਤੇ ਸੰਸਾਰ ਦੇ ਵਿੱਚ ਰੱਬ ਨੇ, ਵਾਹਿਗੁਰੂ ਪਰਮੇਸ਼ਰ ਨੇ ਪੈਦਾ ਕੀਤੀਆਂ ਹੋਈਆਂ। ਇਹ ਸੈਂਕੜੇ ਸਾਲ ਪਹਿਲਾਂ ਗੁਰੂ ਨਾਨਕ ਦੇਵ ਸਾਹਿਬ ਜੀ ਨੇ ਕਿਹਾ ਹੋਇਆ। ਔਰ ਸਾਂਝੀਵਾਲਤਾ ਦੀ ਗੱਲ, ਜਿਹੜੀ ਸਾਂਝੀਵਾਲਤਾ ਦੀ ਗੱਲ ਤੁਸੀਂ ਅੱਜ ਕਰ ਰਹੇ ਜੇ ਕਿ ਮਾਨਵਤਾ ਦੀ ਗੱਲ ਕਰੋ, ਬ੍ਰਦਰਹੁੱਡ ਦੀ ਗੱਲ ਕਰੋ, ਭਰਾਤਰੀ ਭਾਵ ਦੀ ਤੁਸੀਂ ਗੱਲ ਕਰੋ, ਉਹ ਗੁਰੂ ਨਾਨਕ ਦੇਵ ਸਾਹਿਬ ਨੇ 500 ਸਾਲ ਪਹਿਲਾਂ, ਉਹਨਾਂ ਦਾ ਪਹਿਲਾ ਸਾਥੀ ਭਾਈ ਮਰਦਾਨਾ ਜਿਹੜਾ ਜੀ, ਨੀਵੀਂ ਜਾਤ ਦਾ ਮੁਸਲਮਾਨ ਜੀ, ਉਹਨੂੰ ਰਬਾਬ ਵਜਾਉਣ ਵਾਸਤੇ ਮਹਾਰਾਜ ਸੱਚੇ ਪਾਤਸ਼ਾਹ ਨੇ ਆਪਣਾ ਸਾਥੀ ਚੁਣਿਆ। ਬਗਦਾਦ ਤੱਕ ਜਾ ਕੇ, ਸਾਊਦੀ ਅਰਬ ਤੱਕ ਜਾ ਕੇ ਗੁਰੂ ਨਾਨਕ ਦੇਵ ਸਾਹਿਬ ਸੱਚੇ ਪਾਤਸ਼ਾਹ ਨੇ ਉਹਨਾਂ ਲੋਕਾਂ ਨੂੰ ਆਪਣੇ ਗਲ ਨਾਲ ਲਾਇਆ। ਇਹ ਗੱਲ ਸਭ ਤੋਂ ਪਹਿਲਾਂ ਬਾਬੇ ਨਾਨਕ ਦੇ ਘਰੋਂ ਸ਼ੁਰੂ ਹੋਈ ਆ। ਇੱਕ ਹੋਰ ਗੱਲ, ਮੈਂ ਇਹਦੇ 'ਚ ਕੋਈ ਨਿੰਦਿਆ ਨਹੀਂ ਕਿਸੇ ਦੀ, ਸੱਚਾਈ ਦੱਸ ਰਿਹਾ ਜੀ। ਅੱਜ ਰੈੱਡ ਕਰਾਸ ਦੀ ਜਿਹੜੀ ਗੱਲ ਕਰ ਰਹੇ ਆ ਤੁਸੀਂ, ਹਾਂਜੀ, ਇਹ ਠੀਕ ਹੈ, ਦੂਸਰੇ ਮਤਾਂ ਮਜ਼ਹਬਾਂ ਦੇ ਲੋਕ ਕੇ ਦੂਸਰਿਆਂ ਦੀ ਮਦਦ ਕਰਨੀ, ਹੈਲਪ ਕਰਨੀ, ਤਾਂ ਰੈੱਡ ਕਰਾਸ ਜਿਹੜੀ ਆ, ਕੋਈ ਵੀ ਅੱਜ ਕਹਿੰਦਾ ਹੋਏ ਅਸੀਂ ਸ਼ੁਰੂ ਕੀਤੀ। ਰੈੱਡ ਕਰਾਸ ਦਾ ਬਾਨੀ ਭਾਈ ਕਨ੍ਹਈਆ। ਹਾਂਜੀ ਹਾਂਜੀ, ਬਿਲਕੁਲ। ਰੈੱਡ ਕਰਾਸ ਦੀ ਸ਼ੁਰੂਆਤ ਗੁਰੂ ਨਾਨਕ ਦੇ ਘਰੋਂ ਹੋਈ ਹੈ, ਜਿਹੜਾ ਅਨੰਦਪੁਰ ਸਾਹਿਬ ਸਾਰਿਆਂ ਨੂੰ, ਉਹਨੇ ਇਹ ਨਹੀਂ ਵੇਖਿਆ ਮੁਸਲਮਾਨ ਆਏ, ਹਿੰਦੂ ਆਏ, ਸਿੱਖ ਆਏ, ਆਪਣਾ ਆਏ, ਬੇਗਾਨਾ ਆਏ, ਦੁਸ਼ਮਣ ਆਏ, ਮਿੱਤਰ, ਉਹ ਸਾਰਿਆਂ ਨੂੰ ਪਾਣੀ ਪਿਆ ਰਿਹਾ। ਤੇ ਗੁਰੂ ਗੋਬਿੰਦ ਸਿੰਘ ਸਾਹਿਬ ਸਗੋਂ ਉਹਨੂੰ ਕਹਿ ਰਹੇ ਤੂੰ ਪਾਣੀ ਨਾ ਪਿਆ, ਇਹਨਾਂ ਦੀ ਮਲਮ ਪੱਟੀ ਵੀ ਕਰਿਆ ਕਰ, ਜਿੱਥੇ ਕਿਸੇ ਦੇ ਜ਼ਖਮ ਆ ਉਹਦੇ ਤੇ ਮਲਮ ਲਾ, ਪੱਟੀ ਕਰ। ਗੁਰੂ ਨਾਨਕ ਦੇ ਘਰੋਂ ਇਹ ਗੱਲ ਚੱਲ ਰਹੀ। ਸੋ ਅੱਜ ਸਾਡੇ ਜਿਹੜੇ ਨੌਜਵਾਨ ਬੱਚੇ ਆ ਜਿਹੜੇ, ਉਹਨਾਂ ਨੂੰ ਇਸ ਪਾਸੇ ਬਹੁਤ ਜ਼ਿਆਦਾ ਅੱਜ ਦੱਸਣ ਦੀ ਲੋੜ ਹੈ ਆਪਣੇ ਬੱਚਿਆਂ ਨੂੰ ਕਿ ਆਓ ਤੁਹਾਨੂੰ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਜਿਹੜੀ ਆ ਉਹਨੂੰ ਪੜ੍ਹ ਕੇ ਔਰ ਉਹਦੇ ਅਰਥ ਬੋਧ ਜਿਹੜੇ ਆ, ਆਓ ਤੁਹਾਨੂੰ ਸਿਖਾਈਏ ਕਿ ਗੁਰੂ ਨਾਨਕ ਦੇਵ ਸਾਹਿਬ ਨੇ ਕਿੱਥੋਂ ਤੱਕ ਜਾ ਕੇ ਭਰਾਤਰੀ ਭਾਵ ਤੇ ਸਰਬੱਤ ਦੇ ਭਲੇ ਦੀ ਇਹ ਗੁਰੂ ਨਾਨਕ ਦੇਵ ਸਾਹਿਬ ਨੇ ਗੱਲ ਕੀਤੀ ਹੈ ਜਿਹੜੀ। ਗਿਆਨੀ ਜੀ, ਇਹੋ ਜਿਹੇ ਵਿਚਾਰਾਂ ਲਈ ਤਾਂ ਬਹੁਤ ਸਾਡੇ ਕੋਲ ਅੱਜ ਸਮਾਂ ਘੱਟ ਪੈ ਰਿਹਾ, ਬਟ ਜਿਨ ਵਿਚਾਰਾਂ ਨੂੰ, ਜੋ ਤੁਸੀਂ ਕਹਿ ਰਹੇ ਹੋ ਕਿ ਇਨ ਚੀਜ਼ਾਂ ਬਾਰੇ ਹਾਲੇ
ਬੱਚਿਆਂ ਨੂੰ ਖਾਸ ਕਰਕੇ ਤੇ ਸੰਗਤਾਂ ਨੂੰ ਸਾਰਿਆਂ ਨੂੰ ਹੋਰ ਜਾਣਕਾਰੀ ਪਾਉਣ ਦੀ ਬਹੁਤ ਲੋੜ ਹੈ। ਇਹਦੇ ਲਈ ਕੁਝ ਆਉਣ ਵਾਲੇ ਸਮੇਂ ਦੇ ਵਿੱਚ ਪ੍ਰੋਗਰਾਮਸ ਹੋ ਰਹੇ ਹੈ। ਮੈਂ ਚਾਹਾਂਗੀ ਇਸ ਪ੍ਰੋਗਰਾਮ ਦੇ ਅੰਤ ਤੋਂ ਪਹਿਲੇ ਤੁਸੀਂ ਸਾਨੂੰ ਆਉਣ ਵਾਲੇ ਕੁਝ ਗੁਰਦੁਆਰਾ ਸਾਹਿਬ ਦੇ ਵਿੱਚ ਜੋ ਪ੍ਰੋਗਰਾਮਸ ਹੋ ਰਹੇ ਉਹਨਾਂ ਦੇ ਬਾਰੇ ਦੱਸੋ। ਹਾਂ, ਉਹ ਵੀ ਆਪ ਜੀ ਦਾ ਬਚਨ ਸੱਤ ਹੈ, ਮੈਂ ਦੱਸਦਾ। ਤੇ ਇਹ ਬੱਚਿਆਂ ਵਾਸਤੇ ਇੱਕ ਗੱਲ ਮੈਂ ਜ਼ਰੂਰ ਇਹ 30 ਸੈਕਿੰਡ ਵਾਸਤੇ ਕਹਿਣੀ, ਸਭ ਤੋਂ ਵੱਡੀ ਤੁਹਾਡੀ ਪ੍ਰਾਪਰਟੀ ਹੈ ਜਿਹੜੀ, ਖਾਸ ਕਰਕੇ ਇਹਨਾਂ ਦੇਸ਼ਾਂ 'ਚ ਵੀ, ਅੱਜ ਪੰਜਾਬ ਦੇ ਵਿੱਚ ਵੀ, ਇੰਡੀਆ ਦੇ ਵਿੱਚ ਵੀ ਗੱਲ ਕਰਦਾ ਮੈਂ, ਸਭ ਤੋਂ ਵੱਡੀ ਤੁਹਾਡੀ ਪ੍ਰਾਪਰਟੀ ਜਿਹੜੀ ਉਹ ਤੁਹਾਡੇ ਬੱਚੇ ਆ। ਤੁਸੀਂ ਮਿਲੀਅਨ ਬਿਲੀਅਨ ਜਾਂ ਜੋ ਮਰਜ਼ੀ ਤੁਹਾਡੇ ਕੋਲ ਹੋਵੇ, ਪਰ ਬੱਚਿਆਂ ਨੂੰ ਸਿੱਖੀ ਦੇ ਨਾਲ ਜਿਹੜਾ ਤੇ ਬਾਣੀ ਦੇ ਨਾਲ ਜਿਹੜਾ ਇਹ ਜ਼ਰੂਰ ਜੋੜਨ ਦੀ ਕੋਸ਼ਿਸ਼ ਕਰੋ। ਅਗਰ ਤੁਹਾਡੇ ਬੱਚਿਆਂ ਕੋਲ ਸਿੱਖੀ ਨਾ ਹੋਈ, ਤੁਹਾਡੇ ਬੱਚਿਆਂ ਕੋਲ ਗੁਰੂ ਗ੍ਰੰਥ ਸਾਹਿਬ ਦੀ ਵਿਚਾਰਧਾਰਾ ਨਾ ਹੋਈ, ਤਾਂ ਜੋ ਕੁਝ ਵੀ ਤੁਹਾਡੇ ਕੋਲ ਹੈਗਾ ਉਹ ਨਿਸਫਲ ਆ, ਸਾਰਾ ਕਿਸੇ ਕੰਮ ਦਾ ਨਹੀਂ ਹੈ। ਇਸੇ ਕਰਕੇ ਗੁਰਦੁਆਰਾ ਸਿੱਖ ਕਲਚਰ ਸੁਸਾਇਟੀ ਹੈ ਜਿਹੜੀ 118 ਰਿਚਮੰਡ ਹਿੱਲ, ਉੱਥੋਂ ਦੀ ਸਮੂਹ ਪ੍ਰਬੰਧਕ ਕਮੇਟੀ ਵੱਲੋਂ ਤੋਂ ਸਮੁੱਚੀਆਂ ਸੰਗਤਾਂ ਦੇ ਸਹਿਯੋਗ ਨਾਲ ਇਹ ਉਦਮ ਉਪਰਾਲੇ ਸਮੇਂ-ਸਮੇਂ ਤੇ ਕੀਤੇ ਜਾਂਦੇ। ਪਿਛਲੇ ਦਿਨੀ ਅਸੀਂ ਬੱਚਿਆਂ ਦਾ ਗੁਰਮਤਿ ਕੈਂਪ ਲਾਇਆ ਸੀਗਾ, ਜਿਹੜਾ ਤਕਰੀਬਨ 1 ਮਹੀਨਾ ਜਿਹੜਾ ਉਹ ਚੱਲਿਆ, ਔਰ ਬਹੁਤ ਉਹਦੀ ਆਊਟਪੁੱਟ ਜਿਹੜੀ ਸਾਨੂੰ ਉਹ ਬਹੁਤ ਜ਼ਿਆਦਾ ਪ੍ਰਾਪਤ ਹੋਈ। ਉਹਦੇ 'ਚ ਬੱਚਿਆਂ ਨੇ ਹਾਜ਼ਰੀਆਂ ਭਰੀਆਂ, ਬਾਣੀ ਸਿੱਖੀ, ਇਤਿਹਾਸ ਸਿੱਖਿਆ, ਬਹੁਤ ਕੁਛ ਉਹਦੇ ਵਿੱਚੋਂ ਸਾਨੂੰ ਪ੍ਰਾਪਤ ਹੋਇਆ। ਔਰ ਬੱਚੇ ਜਿਹੜੇ ਗੁਰਮਤਿ ਦੇ ਨਾਲ ਜੁੜੇ ਆ। ਆਉਣ ਵਾਲੇ ਦਿਨਾਂ ਦੇ ਵਿੱਚ ਜਿਹੜੀ ਆ ਰਿਹਾ ਐਤਵਾਰ ਜਿਹੜਾ ਹੈਗਾ ਆ 21 ਅਗਸਤ ਨੂੰ ਗੁਰਦੁਆਰਾ ਸਾਹਿਬ ਤੋਂ, ਜੋ ਹਰ ਸਾਲ ਨਗਰ ਕੀਰਤਨ ਗੁਰਦੁਆਰਾ ਸਾਹਿਬ ਤੋਂ ਕੱਢਿਆ ਜਾਂਦਾ ਸਿੱਖ ਕਲਚਰ ਸੁਸਾਇਟੀ ਤੋਂ, ਉਹ ਨਗਰ ਕੀਰਤਨ ਜਿਹੜਾ 21 ਤਰੀਕ ਐਤਵਾਰ ਨੂੰ ਦਿਨੇ 12 ਵਜੇ ਗੁਰਦੁਆਰਾ ਸਾਹਿਬ ਤੋਂ ਆਰੰਭ ਹੋਣਾ। ਉਹਦੇ ਲਈ ਵੀ ਸੰਗਤਾਂ ਨੂੰ ਬੇਨਤੀ ਵੀ ਵੱਧ ਤੋਂ ਵੱਧ ਹਾਜ਼ਰੀਆਂ ਭਰਨੀਆਂ। 28 ਤਰੀਕ ਐਤਵਾਰ ਨੂੰ, 28 ਅਗਸਤ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਹਿਲਾ ਪ੍ਰਕਾਸ਼ ਦਿਹਾੜਾ ਹੈ। ਉਸ ਦਿਨ ਗੁਰਦੁਆਰਾ ਸਾਹਿਬ ਅੰਮ੍ਰਿਤ ਸੰਚਾਰ ਵੀ ਦਿਨੇ 10 ਵਜੇ ਰੱਖਿਆ ਹੋਇਆ। ਤੋਂ ਵੱਧ ਖੰਡੇ ਬਾਟੇ ਦੀ ਪੌਲ ਵੀ ਜਿਹੜੀ ਆ, ਜਿਨ੍ਹਾਂ ਨੇ ਨਹੀਂ ਅਜੇ ਅੰਮ੍ਰਿਤ ਛਕਿਆ, ਉਹਨਾਂ ਸੰਗਤਾਂ ਨੂੰ ਜ਼ਰੂਰ ਬੇਨਤੀ ਹੈ ਕਿ ਕਲਗੀਧਰ ਪਾਤਸ਼ਾਹ ਦੇ ਪੁੱਤ ਧੀਆਂ ਬਣੀਏ ਆਪਾਂ, ਕਲਗੀਧਰ ਦੇ ਪੁੱਤਰ ਧੀਓ, ਅੰਮ੍ਰਿਤਧਾਰੀ ਹੋ ਕੇ ਜੀਓ, ਦਸ਼ਮੇਸ਼ ਦੇ ਪੁੱਤ ਧੀਆਂ ਬਣੋ। ਆਪਣੀ ਬੋਲੀ ਜਿਹੜੀ ਮਾਂ ਬੋਲੀ ਹੈ ਪੰਜਾਬੀ, ਉਹਦੇ ਨਾਲ ਜ਼ਰੂਰ ਪਿਆਰ ਕਰੋ, ਘਰਾਂ 'ਚ ਪੰਜਾਬੀ ਬੋਲੋ, ਤਾਂ ਕਿ ਸਹੀ ਅਰਥਾਂ 'ਚ ਤੁਹਾਡੇ ਬੱਚੇ ਜਿਹੜੇ ਆ ਉਹ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਲੜ ਲੱਗ ਸਕਣ, ਔਰ ਸਹੀ ਅਰਥਾਂ 'ਚ ਅਸੀਂ ਸਿੱਖੀ ਦਾ ਪ੍ਰਚਾਰ ਤੇ ਪ੍ਰਸਾਰ ਹੈ ਜਿਹੜਾ ਉਹ ਕਰਕੇ ਤੇ ਗੁਰੂ ਦੀਆਂ ਖੁਸ਼ੀਆਂ ਜਿਹੜੀਆਂ ਰਹਿਮਤਾਂ ਉਹ ਪ੍ਰਾਪਤ ਕਰ ਸਕੀਏ। ਆਪ ਜੀ ਦਾ ਵੀ ਬਹੁਤ ਧੰਨਵਾਦ। ਜਸ ਪੰਜਾਬੀ ਦੀ ਸਮੁੱਚੀ ਪ੍ਰਬੰਧਕ ਸਾਹਿਬਾਨ, ਸਮੁੱਚੀ ਟੀਮ, ਸਾਰਿਆਂ ਦਾ ਤੁਹਾਡਾ ਬਹੁਤ ਬਹੁਤ ਧੰਨਵਾਦ, ਕਿਉਂਕਿ ਗੁਰਦੁਆਰਾ ਸਾਹਿਬ ਦੇ ਪ੍ਰੋਗਰਾਮ ਜਿਹੜੇ ਲਾਈਵ ਵੀ ਤੁਸੀਂ ਸੰਗਤਾਂ ਨੂੰ ਸੰਸਾਰ ਭਰ ਦੇ ਵਿੱਚ ਦਿਖਾਉਂਦੇ ਹੋ। ਔਰ ਜਸ ਪੰਜਾਬੀ ਜਿੰਨੇ ਵੀ ਤੁਹਾਡੇ ਚੈਨਲ ਚੱਲ ਰਹੇ ਆ, ਉਹ ਜਿੱਥੇ ਮਾਂ ਬੋਲੀ ਦੀ ਤੁਸੀਂ ਸੇਵਾ ਕਰ ਰਹੇ ਹੋ, ਉੱਥੇ ਗੁਰਮਤਿ ਦਾ, ਸਿੱਖੀ ਦਾ ਪ੍ਰਚਾਰ ਪ੍ਰਸਾਰ ਵੀ ਤੁਹਾਡੇ ਇਸ ਟੀਵੀ ਦੇ ਮਾਧਿਅਮ ਦੇ ਰਾਹੀਂ ਜਿਹੜਾ ਹੋ ਰਿਹਾ, ਉਹਦੇ ਲਈ ਵੀ ਆਪ ਵਧਾਈ ਦੇ ਪਾਤਰ ਹੋ। ਔਰ ਸਤਿਗੁਰੂ ਤੁਹਾਨੂੰ ਹੋਰ ਚੜ੍ਹਦੀਆਂ ਕਲਾ ਬਖਸ਼ਿਸ਼ ਕਰੇ। ਹੈਡ ਗ੍ਰੰਥੀ ਜੀ ਧਰਮਵੀਰ ਸਿੰਘ ਜੀ ਸਿੱਖ ਕਲਚਰਲ ਸੁਸਾਇਟੀ ਗੁਰਦੁਆਰਾ ਸਾਹਿਬ ਤੋਂ ਸਾਡੇ ਨਾਲ ਜੁੜੇ ਹਨ। ਗਿਆਨੀ ਜੀ, ਮੈਂ ਜ਼ਰੂਰ ਦਰਸ਼ਕਾਂ ਲਈ, ਸੰਗਤਾਂ ਲਈ ਬੇਨਤੀ ਕਰਾਂਗੀ, ਤੁਸੀਂ ਫਿਰ ਆ ਕੇ ਸਾਡੇ ਨਾਲ ਜੁੜੋ, ਇਹੋ ਜਿਹੇ ਵਿਚਾਰ ਹੋਰ ਸਾਂਝੇ ਕਰੋ। ਇੱਥੇ ਹੀ ਪ੍ਰੋਗਰਾਮ ਦੀ ਅਸੀਂ ਅਨਫੋਰਚੂਨੇਟਲੀ ਸਮਾਂ ਸਾਨੂੰ ਜ਼ਿਆਦਾ ਇਜਾਜ਼ਤ ਨਹੀਂ ਦਿੰਦਾ, ਸੋ ਕਲੋਜ਼ਿੰਗ ਦੇ ਵਿੱਚ ਮੈਂ ਇੱਕ ਵਾਰੀ ਫਿਰ ਤੁਹਾਡੇ ਟਾਈਮ ਲਈ, ਤੁਹਾਡੇ ਵਿਚਾਰਾਂ ਲਈ ਧੰਨਵਾਦੀ ਹਾਂ। ਅਤੇ ਸਾਡੇ ਸਾਰੇ ਵਿਊਅਰਸ ਨੂੰ ਅੱਜ ਦੇ ਪ੍ਰੋਗਰਾਮ ਨੂੰ ਲੈ ਕੇ ਸਾਡੇ ਲਈ, ਗਿਆਨੀ ਜੀ ਲਈ ਕੋਈ ਵੀ ਕੁਐਸਚਨਸ, ਕਮੈਂਟਸ, ਕੰਸਰਨਸ ਤੁਸੀਂ ਜ਼ਰੂਰ ਸਾਨੂੰ ਲਿਖ ਸਕਦੇ ਹੋ info@justbroadcasting.com, ashmita@justbroadcasting.com। ਹੁਣ ਸਾਨੂੰ ਵੀ ਦਿਓ ਇਜਾਜ਼ਤ। ਸਤਿ ਸ੍ਰੀ ਅਕਾਲ।